ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਨੇ ਸਟੂਡੀਓਸ ਦੇ ਵਿੱਚ ਬਲਕਾਰ ਸਿੰਘ ਜੀ। ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਕਰੰਟ ਅਫੇਅਰ ਦੇ ਮੁੱਦੇ ਲੈਂਦੇ ਹਾਂ ਅਤੇ ਖੰਨਾ ਜੀ ਦੱਸਿਓ ਕਿ ਅੱਜ ਕਿਹੜੇ ਮੁੱਦੇ ਨੇ ਜਿਹੜੇ ਬਿਲਕੁਲ ਪੱਕੇ ਨੇ ਅਤੇ ਉਹਨਾਂ 'ਤੇ ਅਸੀਂ ਸਾਂਝ ਪਾਉਣੀ ਆਪਣੇ ਸਾਰੇ ਦਰਸ਼ਕਾਂ ਨੂੰ। ਇੱਕ ਤਾਂ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੋ ਜ਼ਿਮਨੀ ਚੋਣਾਂ ਨੇ ਜਲੰਧਰ ਦੀਆਂ ਵੀ ਅੱਜ ਹੋ ਰਹੀਆਂ ਨੇ, ਉਧਰ ਕਰਨਾਟਕ ਵਿੱਚ ਵੀ ਨੇ। ਬਿਲਕੁਲ ਅੱਜ ਦਾ ਦਿਨ ਹੈ ਫਿਕਸ ਅਤੇ ਅੱਜ ਸ਼ਾਮ ਤੱਕ ਵੋਟਿੰਗ ਹੋਣੀ ਹੈ। ਫਿਰ ਉਹਦਾ ਰਿਜ਼ਲਟ ਆਏਗਾ, ਦੇਖੋ ਕਿਸ ਭਾ ਵਿਕਦੀ ਆ ਜੋ ਰਿਜ਼ਲਟ ਦਾ। ਸੋ ਅਗਲੀ ਗੱਲ ਆਪਾਂ ਲੈਂਦੇ ਹਾਂ। ਬੂੰਦੀ ਵਿਕਦੀ ਆ। ਹਾਂਜੀ, ਕਿਸ ਭਾ ਬੂੰਦੀ ਵਿਕਦੀ ਆ। ਬੂੰਦੀ ਵਿਕਦੀ ਆ, ਮਿੱਠੀ ਮਿੱਠੀ ਖਾਣੀ ਇਹਨਾਂ ਨੇ। ਸੋ ਅੱਗੇ ਹੈ ਜੀ ਕਿ ਪੰਜਾਬ ਦੇ ਵਿੱਚ ਕਣਕ ਦੀ ਬੰਪਰ ਖਰੀਦ ਜੀ ਤੇ ਅੰਕੜਾ 117 ਲੱਖ ਟਨ ਤੱਕ ਪਹੁੰਚ ਚੁੱਕਾ ਹੈ। ਤੇ ਦਰਬਾਰ ਸਾਹਿਬ ਜੋ ਹੈਰੀਟੇਜ ਸਟਰੀਟ ਦੇ ਵਿੱਚ ਧਮਾਕਾ ਹੋਇਆ, ਉਹਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ NSG ਨੇ। ਸੋ ਬਿਲਕਿਸ ਬਾਨੋ ਕਤਲ ਕੇਸ ਦੇ ਜਿਹੜੇ ਰੇਪਿਸਟ ਨੇ ਉਹਨਾਂ ਦੀ ਜੋ ਸੁਣਵਾਈ ਹੈ 11 ਜੁਲਾਈ ਤੱਕ ਪੋਸਟਪੋਨ ਹੋਈ ਹੈ, ਮੁਲਤਵੀ ਹੋ ਗਈ। ਭਗਵੰਤ ਮਾਨ ਜੀ ਦੇ ਉੱਤੇ ਸੁਖਬੀਰ ਬਾਦਲ ਜੀ ਨੇ ਇੱਕ ਪੋਲੀਟੀਕਲ ਸਟੇਟਮੈਂਟ ਦਿੱਤੀ ਹੈ ਕਿ ਜੋ ਗੋਲਡੀ ਬਰਾੜ ਦੀ ਗੱਲ ਕਰਦੇ ਨੇ, ਜਿਨ੍ਹਾਂ ਦਾ ਆਪਾਂ ਇਨਵੋਲਵਮੈਂਟ ਕਹਿੰਦੇ ਆ ਕਿ ਸਿੱਧੂ ਮੂਸੇਵਾਲਾ ਦੇ ਕੇਸ ਵਿੱਚ ਹੈਗਾ, ਕੈਨੇਡਾ ਬੈਠੇ ਨੇ ਤੇ ਉਹ ਕਹਿੰਦੇ ਸੀ CM ਮਾਨ ਕਿ ਉਹ ਗ੍ਰਿਫਤਾਰ ਹੋ ਗਏ ਨੇ ਤੇ ਸੁਖਬੀਰ ਬਾਦਲ ਕਹਿੰਦੇ ਕੋਈ ਗ੍ਰਿਫਤਾਰ ਨਹੀਂ ਹੋਏ, ਉਹ ਤਾਂ ਕੈਨੇਡਾ ਹੀ ਹੈ। ਸੋ ਦਿੱਲੀ ਯੂਨੀਵਰਸਿਟੀ ਵੱਲੋਂ ਨੋਟਿਸ ਰਾਹੁਲ ਗਾਂਧੀ ਨੂੰ ਜਾਰੀ ਹੋਏਗਾ। ਇਹ ਮਸਲਾ ਕੀ ਥੋੜਾ ਸਸਪੈਂਸ ਰੱਖਦੇ ਆਪਣੇ ਦਰਸ਼ਕਾਂ ਵਾਸਤੇ ਕਿ ਕਾਹਦਾ ਨੋਟਿਸ ਜਾਰੀ ਹੋਇਆ ਕਿ ਤੁਸੀਂ ਸਾਵਧਾਨ ਰਹੋ। ਤੇ ਗੁਜਰਾਤ ਦੇ ਵਿੱਚ ਜਿਹੜੀਆਂ ਲਾਪਤਾ ਔਰਤਾਂ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਸ਼ਿਵ ਸੈਨਾ ਨੇ ਘੇਰਿਆ ਹੈ ਮੋਦੀ ਸਾਹਿਬ ਨੂੰ ਜੀ ਕਿ ਦੱਸਿਆ ਜਾਵੇ ਕਿ ਤੁਹਾਡੀ ਸਰਕਾਰ ਇੰਨੇ ਸਾਲਾਂ ਤੋਂ BJP ਦੀ ਉੱਥੇ ਹੈ ਤੇ ਆ ਕੀ ਹੋ ਰਿਹਾ। NCERT ਦੀਆਂ ਕਿਤਾਬਾਂ ਦੇ ਵਿੱਚੋਂ ਜਿੱਦਾਂ ਪਹਿਲਾਂ ਇਤਿਹਾਸ ਬਦਲਦਾ ਪਿਆ ਹੈ, ਕਈ ਚੀਜ਼ਾਂ ਹਟਾ ਦਿੱਤੀਆਂ ਗਈਆਂ, ਕਈ ਚੈਪਟਰਸ ਹਟਾ ਦਿੱਤੇ ਗਏ। ਜਿਹੜੀ ਐਵੋਲੂਸ਼ਨ ਦੀ ਥਿਊਰੀ ਹੈ ਨਾ ਡਾਰਵਿਨ ਦੀ ਕਿ ਬੰਦਾ ਬਾਂਦਰ ਤੋਂ ਬੰਦਾ ਬਣਿਆ ਹੈ, ਇਹ ਥਿਊਰੀ ਵੀ ਕਹਿੰਦੇ ਹਟਾ ਦਿੱਤੀ ਜਾਵੇ। ਦੇਖੋ ਇਹਦਾ ਕੀ ਬਣਦਾ। ਸੋ ਕੈਨੇਡਾ ਵਿੱਚ ਜਿਹੜੇ ਚੀਨ ਦੇ ਡਿਪਲੋਮੈਟ ਸੀਗੇ ਉਹਨਾਂ ਦੇ ਉੱਤੇ ਇਹ ਗੱਲ ਕਹੀ ਗਈ ਕਿ ਉਹ ਡਾਇਰੈਕਟ ਇਨਵੋਲਵਮੈਂਟ ਜਾਂ ਇੰਟਰਵੀਨ ਕਰ ਰਹੇ ਸੀ, ਜਾਂ ਤਾਂ ਕਹਿ ਲਓ ਦਖਲ ਅੰਦਾਜ਼ੀ ਕਰ ਰਹੇ ਸੀ, ਇੰਟਰਫੇਅਰ ਕਰ ਰਹੇ ਸੀ ਜੋ ਉੱਥੋਂ ਦੀ ਰਾਜਨੀਤੀ ਹੈ। ਇਸ ਕਰਕੇ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ, ਵਾਪਸ ਭੇਜ ਦਿੱਤਾ ਗਿਆ ਚੀਨ। ਤੇ ਪਾਕਿਸਤਾਨ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਤੇ ਕ੍ਰਿਕਟ ਦੇ ਸਾਬਕਾ ਕਪਤਾਨ ਵੀ ਉੱਥੋਂ ਦੇ, ਉਹਨਾਂ ਨੇ ਵਰਲਡ ਕੱਪ ਵੀ ਜਿੱਤਿਆ ਹੈ ਆਪਣੇ ਦੇਸ਼ ਲਈ, ਬਹੁਤ ਵਧੀਆ ਖਿਡਾਰੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਈ ਸਾਲਾਂ ਤੋਂ ਤਾਂ ਉਹ ਇਨਵੋਲਵਮੈਂਟ ਨੇ ਉਹਨਾਂ ਦੀ ਰਾਜਨੀਤੀ ਦੇ ਵਿੱਚ ਤੇ ਕਾਫੀ ਸਮੇਂ ਤੋਂ ਉਹ ਜੋ ਤੋਸ਼ਾਖਾਨਾ ਦੀ ਸਾਰੀ ਕੇਸ ਦੀ ਤਹਿਕੀਕਾਤ ਚੱਲ ਰਹੀ ਉਹਦੇ ਵਿੱਚ ਲੋੜੀਂਦੇ ਸੀਗੇ, ਕੰਟਰੋਵਰਸੀ ਚ ਰਹੇ। ਸੋ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾਂ ਲਾਵਾਂਗੇ ਆਪਾਂ ਕੈਨੇਡਾ ਤੋਂ ਸ਼ੁਰੂ ਕਰੀਏ ਕਿਉਂਕਿ ਪਹਿਲਾਂ ਆਪਾਂ ਬਾਹਰੋਂ ਉਡਾਰੀ ਮਾਰ ਕੇ ਚੱਕਰ ਲਾ ਫਿਰ ਆਉਂਦੇ ਹਾਂ, ਫਿਰ ਉਸ ਤੋਂ ਬਾਅਦ ਪਾਕਿਸਤਾਨ ਆਉਂਦੇ ਹਾਂ, ਫਿਰ ਉਸ ਤੋਂ ਬਾਅਦ ਭਾਰਤ ਦੀ ਧਰਤੀ ਤੇ ਵਾਇਆ ਪਾਕਿਸਤਾਨ ਆਓ। ਸੋ ਕੈਨੇਡਾ ਦੇ ਵਿੱਚ ਚੀਨ ਦੇ ਜਿਹੜੇ ਡਿਪਲੋਮੈਟ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਉਹਨਾਂ ਦੇ ਉੱਤੇ ਇਲਜ਼ਾਮਾਤ ਨੇ ਕਿ ਉਹ ਡਾਇਰੈਕਟ ਦਖਲ ਦੇ ਰਹੇ ਨੇ ਕੈਨੇਡਾ ਦੀ ਰਾਜਨੀਤੀ ਦੇ ਵਿੱਚ, ਹਾਲਾਂਕਿ ਡਿਪਲੋਮੈਟ ਦਾ ਇਹ ਫੀਲਡ ਨਹੀਂ ਹੁੰਦਾ। ਚਾਈਨਾ ਦੇ ਸਫੀਰ ਸੀ ਉੱਥੇ ਐਮਬੈਸੀ 'ਚ, ਜਿਹੜੇ ਜਿਹਨੂੰ ਰਾਜਦੂਤ ਕਹਿੰਦੇ ਆ, ਉਹ ਖਾਸ ਤੌਰ 'ਤੇ ਕਾਫੀ ਦੇਰ ਤੋਂ ਮੁੱਦਤ ਤੋਂ ਕੈਨੇਡਾ ਦੀ ਧਰਤੀ 'ਤੇ ਆਪਣੀ ਇਹ ਜੌਬ ਕਰ ਰਹੇ ਸੀਗੇ। ਪਰ ਉਹਨਾਂ ਨੇ ਇਤਰਾਜ਼ ਕੀਤਾ ਕੈਨੇਡੀਅਨ ਗੌਰਮੈਂਟ ਨੇ ਕਿ ਜਿਹੜੇ ਰਾਜਨੀਤੀ ਆ ਕੈਨੇਡਾ ਦੀ ਉਹਦੇ ਵਿੱਚ ਖਾਸ ਤੌਰ 'ਤੇ ਸਿੱਧੇ ਤੌਰ 'ਤੇ ਇਹ ਦਖਲਅੰਦਾਜ਼ੀ ਕਰ ਰਹੇ ਆ, ਜਿਹਦੇ ਵਿੱਚ ਉਹਨਾਂ ਦੇ ਉੱਥੋਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ, ਉਹਨਾਂ ਨੇ ਵੀ ਕਿਹਾ, ਔਰ ਇੱਕ ਮੰਤਰੀ ਨੇ ਉੱਥੋਂ ਦੇ MP ਜਿਨ੍ਹਾਂ ਦੇ ਬਾਰੇ ਇਹਨਾਂ ਨੇ ਬਹੁਤ ਗਲਤ ਬੋਲਿਆ, ਔਰ ਉਸ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਸੀਗੇ। ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਸਿੰਗਾਪੁਰ ਜਾ ਕੇ, ਮੇਰੀ ਫੈਮਿਲੀ ਸੀ, ਉਹਨਾਂ ਨੂੰ ਵੀ ਸਾਰਿਆਂ ਨੂੰ ਸਾਨੂੰ ਨੀਵਾਂ ਦਿਖਾਉਣ ਦੀ ਇਹਨਾਂ ਨੇ ਸਾਜ਼ਿਸ਼ ਰਚੀ। ਔਰ ਇਹ ਕਾਫੀ ਦੇਰ ਤੋਂ ਕਹਿੰਦੇ ਕਿ ਸਾਡੇ ਨਾਲ, ਸਾਡੇ ਦੇਸ਼ ਦੀ ਰਾਜਨੀਤੀ ਦੇ ਨਾਲ, ਲੋਕਾਂ ਦੇ ਰਵੱਈਏ ਨਾਲ ਇਹਨਾਂ ਦਾ ਰਵੱਈਆ ਜਿਹੜਾ ਉਹ ਬਿਲਕੁਲ ਉਲਟਾ ਸੀਗਾ। ਇਸ ਕਰਕੇ ਇਹਨਾਂ ਨੇ ਸਾਰਾ ਮਤਾ ਪਕਾਇਆ ਔਰ ਉਹਨਾਂ ਦੀ ਜਿਹੜੀ ਸਦਨ ਆ ਉਹਦੇ ਵਿੱਚ ਖਾਸ ਤੌਰ 'ਤੇ ਵੋਟਿੰਗ ਹੋਈ ਕਿ ਇਹਨੂੰ ਇੱਥੇ ਨਹੀਂ ਰੱਖਿਆ ਜਾਊ ਤੇ ਉਹਦਾ ਨਾਮ ਹੀ ਜਾਓ ਵੇ ਆ, ਜਾਓ ਵੇ ਜਾ ਜੋ ਚਲੇ ਜਾਓ, ਜਾਵੇ ਚਲੇ ਜਾਓ। ਔਰ ਉਹ ਉਹਨਾਂ ਨੂੰ ਹੁਣ ਮੇਰਾ ਖਿਆਲ ਆ ਕਿ 13 ਤਰੀਕ ਤੱਕ ਉਹਨਾਂ ਨੂੰ ਬਰਖਾਸਤ ਕਰਕੇ ਵਾਪਸ ਉਹਨਾਂ ਦੇ ਚੀਨ ਦੇਸ਼ ਵਿੱਚ ਭੇਜਿਆ ਜਾਊਗਾ। ਔਰ ਉਹਦੇ ਨਾਲ ਲੱਗਦੇ ਹੋਰ ਦੇਸ਼ਾਂ 'ਚ ਵੀ ਅੱਗੇ ਖਾਸ ਤੌਰ 'ਤੇ ਇਹਦਾ ਰੌਲਾ ਪਿਆ, ਔਰ ਉਹਨਾਂ ਦੇ ਵਿੱਚੋਂ ਹੀ ਲੋਕਾਂ ਨੇ ਕਿਹਾ ਕਿ ਇਹਨਾਂ ਨੂੰ ਕੱਢੋ, ਇਹ ਬਹੁਤ ਬੁਰੀ ਆਦਤ ਹੈ ਇਹਨਾਂ ਦੀ, ਦੇਸ਼ ਦੀ ਰਾਜਨੀਤੀ 'ਚ ਇਹਨਾਂ ਦਾ ਕੋਈ ਮਤਲਬ ਨਹੀਂਗਾ ਬੋਲਣ ਦਾ। ਇਹ ਜੇ ਬੋਲਣਗੇ ਤਾਂ ਆਪਣੇ ਦੇਸ਼ ਦੇ ਲਈ, ਆਪਣੇ ਲੋਕਾਂ ਦੇ ਲਈ, ਆਪਣੇ ਵਸਨੀਕਾਂ ਲਈ ਖਾਸ ਤੌਰ 'ਤੇ ਗੱਲ ਕਰ ਸਕਦੇ ਆ, ਜਾਂ ਜਿਹੜੀ ਇਹਨਾਂ ਦੀ ਫੋਰਨ ਪਾਲਿਸੀ ਹੈ, ਵਿਦੇਸ਼ੀ ਨੀਤੀ ਹੈ, ਉਹਦੇ ਨਾਲ ਗੱਲ ਕਰਨਗੇ, ਨਾ ਕਿ ਲੋਕਾਂ ਦੇ ਉਸ ਦੇਸ਼ ਦੇ ਨਾਲ ਇਹ ਇੱਦਾਂ ਦਾ ਜਿਹੜਾ ਰਵੱਈਆ ਅਖਤਿਆਰ ਕਰ ਲੈਣਗੇ।
ਔਰ ਇਹ ਵਿਸ਼ਵ ਦੀ ਬਹੁਤ ਵੱਡੀ ਖਬਰ ਆ, ਕਿਉਂਕਿ ਕੈਨੇਡਾ ਦੀ ਧਰਤੀ ਤੇ ਦੂਜੀ ਦੇਸ਼ ਦਾ ਜਿਹੜਾ ਸਫੀਰ ਆ ਉਹ ਆ ਕੇ ਇਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰੇ ਤੇ ਉਹ ਉਹਨਾਂ ਦਾ ਮਤਲਬ ਬਣਦਾ ਵੀ ਇਹਨੂੰ ਕੱਢੋ ਬਾਹਰ। ਐਕਚੁਅਲੀ ਜਿਹੜੇ ਫੋਰਨ ਰਿਲੇਸ਼ਨਸ ਨੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਕਿ ਇੰਟਰਨੈਸ਼ਨਲ ਰਿਲੇਸ਼ਨ ਦਾ ਇੱਕ ਪ੍ਰੋਟੋਕੋਲ ਹੈ ਔਰ ਉਸ ਨੂੰ ਫੋਲੋ ਕਰਨਾ ਹੀ ਪਏਗਾ ਜ਼ਰੂਰ। ਜੇ ਤੁਸੀਂ ਕੂਟਨੀਤਿਕ ਤੌਰ ਤੇ ਵੀ ਤੁਸੀਂ ਉਹਦੇ ਵਿੱਚ ਦਖਲ ਅੰਦਾਜ਼ੀ ਕਰਦੇ ਹੋ ਤੇ ਉਹਦਾ ਵੀ ਇੱਕ ਲਿਮਿਟ ਹੈ। ਇਹ ਨਹੀਂ ਕਿ ਤੁਸੀਂ ਬਿਯੋਂਡ ਲਿਮਿਟ ਜਾ ਸਕਦੇ ਹੋ, ਕਿਉਂਕਿ ਦੋ ਦੇਸ਼ਾਂ ਦੇ ਜਿਹੜੇ ਡਿਪਲੋਮੈਟਸ ਇੱਕ ਦੂਜੇ ਦੀ ਕੰਟਰੀਜ਼ ਦੇ ਵਿੱਚ ਰਹਿੰਦੇ ਨੇ ਉਹ ਇਹਨਾਂ ਮਾਹੌਲ ਨੂੰ ਔਰ ਉਹ ਇਹਨਾਂ ਸੰਬੰਧਾਂ ਨੂੰ ਸੁਖਾਵਾਂ ਬਣਾਉਣ ਵਾਸਤੇ ਬੈਠਦੇ ਨੇ ਔਰ ਇਹੀ ਰਿਪੋਰਟ ਹੁੰਦੀ ਹੈ ਸਿੱਧੀ UNO ਦੇ ਵਿੱਚ ਕਿ ਕਿੱਦਾਂ ਰਿਲੇਸ਼ਨਸ ਚੱਲ ਰਹੇ ਨੇ, ਕਿੱਦਾਂ ਸੰਬੰਧ ਚੱਲ ਰਹੇ ਨੇ। ਪਰ ਤੁਸੀਂ ਆਪਣੀ ਜੋ ਲਿਮਿਟ ਹੈ ਉਸ ਨੂੰ ਕ੍ਰਾਸ ਕਰਕੇ ਕਿਸੇ ਤਰੀਕੇ ਨਾਲ ਜਾਂ ਚਲਾਕੀ ਨਾਲ, ਜਿੱਦਾਂ ਚਾਈਨਾ ਦੀ ਆਦਤ ਹੈ, ਸਾਨੂੰ ਪਤਾ ਹੀ ਹਰ ਥਾਂ ਦੇ ਉੱਤੇ ਉਹਨੇ ਆਪਣਾ ਉਂਗਲ ਹਰ ਥਾਂ ਦੇ ਉੱਤੇ ਕਰਨੀ ਹੈ ਔਰ ਹਰ ਥਾਂ ਦੇ ਉੱਤੇ ਉਹਨੇ ਪ੍ਰੋਬਲਮ ਕ੍ਰੀਏਟ ਕਰਨੀ ਹੈ। ਔਰ ਪਿੱਛੇ ਜੇ ਜਦੋਂ ਵਰਲਡ ਬੈਂਕ ਦੇ ਜੋ ਸੀਨੀਅਰ ਬਣਾਣੇ ਸੀ ਬੰਗਾ ਸਾਹਿਬ, ਉਹਨਾਂ ਨੂੰ ਬਣਾਇਆ ਜਾਣਾ ਸੀਗਾ ਔਰ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਸਾਹਿਬ ਨੇ ਕਹਿ ਵੀ ਦਿੱਤਾ ਤੇ ਚੀਨ ਨੇ ਇਤਰਾਜ਼ ਕੀਤਾ, ਕਿਉਂਕਿ ਚੀਨ ਚਾਹੁੰਦਾ ਕਿ ਜਿਹੜੀਆਂ ਵਰਲਡ ਦੀਆਂ ਵੱਡੀਆਂ ਵੱਡੀਆਂ ਇੰਸਟੀਟਿਊਸ਼ਨਸ ਨੇ, ਵੱਡੀਆਂ ਵੱਡੀਆਂ ਬਾਡੀਜ਼ ਨੇ ਇੰਟਰਨੈਸ਼ਨਲ, ਉੱਥੇ ਦੇ ਚੀਫ ਜਿਹੜੇ ਨੇ ਉਹ ਮੇਰੇ ਬੰਦੇ ਹੋਣ ਔਰ ਉਹ ਮੇਰੇ ਦੇਸ਼ ਲਈ, ਆਪਣੇ ਦੇਸ਼ ਲਈ ਕੰਮ ਕਰਨ। ਸਾਰਾ ਦਾ ਸਾਰਾ ਗੇਮ ਮੋਲਡ ਕਰਕੇ ਉਹ ਚੀਨ ਵੱਲ ਲੈ ਕੇ ਜਾਣਾ ਚਾਹੁੰਦਾ ਹੈ, ਕਿਉਂਕਿ ਚੀਨ ਦਾ ਨਾ ਇੱਕ ਮਾਡਲ ਹੈ ਪੁਰਾਣਾ, ਇੱਕ ਸੋਚ ਹੈ ਉਹਨਾਂ ਦੀ ਪੁਰਾਣੀ ਕਿ ਚੀਨ ਜੋ ਸਵਰਗ ਤੋਂ ਉਤਰਿਆ ਦੇਸ਼ ਔਰ ਉਹ ਪੂਰੀ ਧਰਤੀ ਦੇ ਮੱਧ ਵਿੱਚ ਹੈ ਤੇ ਸਾਰੀ ਦੁਨੀਆ ਨੂੰ ਚੀਨ ਨੂੰ ਸੈਲੂਟ ਕਰਨਾ ਚਾਹੀਦਾ, ਉਹਦੇ ਅੱਗੇ ਸਿਰ ਝੁਕਾਉਣਾ ਚਾਹੀਦਾ। ਇਹ ਥਿਊਰੀ ਲੈ ਕੇ ਚੱਲਦੇ। ਵੈਸੇ ਜੇ ਗੱਲ ਕੀਤੀ ਜਾਵੇ ਕਰੋਨਾ 19 ਜਿਹੜੀ ਆਇਆ ਸੀਗਾ ਉਹਦੇ ਵਿੱਚ ਵੀ ਇਹਦਾ ਦਖਲਅੰਦਾਜ਼ੀ ਔਰ ਇਹਦੇ ਦੇਸ਼ ਚੋਂ ਹੀ ਉਹ ਜਿਹੜੀ ਆ ਉਗਮੀ ਬਿਮਾਰੀ ਔਰ ਇਹਨਾਂ ਉਹਨੇ ਸਾਰੇ ਦੇਸ਼ 'ਚ ਫੈਲਾ ਦਿੱਤੀ। ਅਮਰੀਕਾ ਨਾਲ ਇਹਨੇ ਇਸ ਗੱਲ ਤੇ ਟੱਕਰ ਵੀ ਲਈ। ਅਮਰੀਕਾ ਨੇ ਕਿਹਾ ਕਿ ਇਹ ਬਿਮਾਰੀ ਤੁਸੀਂ ਫੈਲਾਉਣ ਵਾਲੇ ਜੇ, ਪਰ ਇਹਨਾਂ ਨੇ ਆਪ ਦੇਸੀ ਇਲਾਜ ਨਾਲ ਪਾਣੀ ਉਬਾਲ ਕੇ ਉਹਦਾ ਭਾਫ ਲੈ ਕੇ ਆਪ ਤੇ ਇਹਨਾਂ ਨੇ ਆਪਣੇ ਆਪ ਨੂੰ ਬਚਾਇਆ ਔਰ ਪੂਰੇ ਦੇਸ਼ ਦੇ ਵਿੱਚੋਂ ਬਚਾਉਣ ਤੋਂ ਬਾਅਦ ਪੂਰੇ ਵਿਸ਼ਵ ਵਿੱਚ ਬਿਮਾਰੀ ਫੈਲਾ ਕੇ ਲੋਕਾਂ ਨੂੰ ਇੰਨਾ ਤੰਗ ਕੀਤਾ ਔਰ ਉਹ ਤੋਂ ਬਾਅਦ ਹਰ ਧਰਤੀ ਤੇ ਇਹਨਾਂ ਦੀ ਅੱਖ। ਉਸ ਤੋਂ ਬਾਅਦ ਹਰ ਜਗ੍ਹਾ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਪਹੁੰਚਦਾ ਵਾ ਤੇ ਔਰ ਉੱਥੇ ਵਪਾਰ ਕਰਦੇ। ਕਿਸੇ ਕੰਟਰੀ ਚੱਲ ਜਾਓ ਉੱਥੇ ਇਹਨਾਂ ਦੇ ਰੈਸਟੋਰੈਂਟ ਆ, ਉੱਥੇ ਇਹਨਾਂ ਦੀਆਂ ਗੱਡੀਆਂ ਵੇਚਣ ਵਾਲੇ ਆ, ਸੈਕਿੰਡ ਹੈਂਡ ਗੱਡੀਆਂ ਵੇਚਣ ਵਾਲੇ। ਇੱਕ ਪਾਸੇ ਨਵੀਆਂ ਗੱਡੀਆਂ ਦਾ ਸ਼ੋਰੂਮ ਆ, ਦੂਜੇ ਪਾਸੇ ਚਾਈਨਾ ਵਾਲੇ ਲੋਕਾਂ ਦਾ। ਕੁੜੀਆਂ ਮੁੰਡੇ ਜੇ ਬੱਚੇ ਜਵਾਨ ਸਾਰੇ ਫੈਲੇ ਆ ਹਰ ਕੰਟਰੀ ਵਿੱਚ। ਪਰ ਇਹਨਾਂ ਨੂੰ ਚਾਹੀਦਾ ਕਿ ਅਸੀਂ ਚੰਗੇ ਲਿੰਕ ਬਣਾ ਲਈਏ ਤਾਂ ਕਿ ਸਾਡੇ ਬੱਚਿਆਂ ਨੂੰ, ਸਾਡੇ ਲੋਕਾਂ ਨੂੰ ਲੋਕ ਚੰਗੀ ਨਜ਼ਰ ਨਾਲ ਵੇਖਣ। ਹੁਣ ਚਾਈਨਾ ਹੋ ਗਈ, ਕੈਨੇਡਾ ਬਹੁਤ ਵੱਡਾ ਦੇਸ਼ ਆ ਔਰ ਅਮਰੀਕਾ ਦੇ ਨਾਲ ਬਰਾਬਰ ਦਾ ਕੰਟਰੀ ਆ ਔਰ ਵਿਸ਼ਾਲ ਜੇ ਵੇਖੀ ਜਾਵੇ ਤਾਂ ਰਸ਼ੀਆ ਤੋਂ ਬਾਅਦ ਇਹ ਦੇਸ਼ ਹੀ ਮੰਨਿਆ ਜਾਂਦਾ ਆਪਣੇ ਖੇਤਰਫਲ ਨਾਲ, ਤੇ ਉਹਦੇ ਨਾਲ ਇਹਨੂੰ ਟੱਕਰ ਲੈਣੀ ਨਹੀਂ ਚਾਹੀਦੀ। ਤੇ ਇਹਨੂੰ ਜਦੋਂ ਉੱਥੇ ਕੰਮ ਕਰ ਰਿਹਾ, ਕੈਨੇਡਾ ਦੇ ਵਿੱਚ ਬਹੁਤ ਚੈਨੀ ਬੈਠੇ ਔਰ ਅਮਰੀਕਾ 'ਚ ਬਹੁਤ ਬੈਠੇ ਆ। ਜੇ ਤੁਸੀਂ ਹੁਣ ਸਾਡੇ ਪ੍ਰਵਾਸੀ ਭਾਰਤੀ ਸੁਣ ਰਹੇ ਆ, NRI ਸਾਡੇ ਵੀਰ ਸੁਣ ਰਹੇ ਆ, ਉਹਨਾਂ ਨੂੰ ਪਤਾ ਚੈਨੀ ਕਿੰਨੇ ਆ ਹਰ ਜਗ੍ਹਾ ਹੀ ਔਰ ਇਹ ਕੰਮ ਤਾਂ ਅੱਛਾ ਕਰਦੇ ਆ, ਮਿਹਨਤੀ ਤਾਂ ਹੈਗੇ ਆ। ਗੱਲ ਇਹ ਹੈਗੀ ਆ ਤਾਂ ਹੀ ਛਾਏ ਪਏ ਆ ਇਲੈਕਟ੍ਰੋਨਿਕ ਦਾ ਸਮਾਨ, ਬਿਜਲੀ ਦਾ ਸਮਾਨ, ਸਾਈਕਲਾਂ ਦਾ, ਖੇਡਾਂ ਦਾ ਸਾਰਾ ਸਮਾਨ ਬਣਾਉਂਦੇ। ਸਸਤੀ ਲੇਬਰ ਮੋਬਾਈਲ ਇਹ ਬਣਾਉਂਦੇ ਸਸਤੀ ਲੇਬਰ ਵਾਲਾ ਸਾਰਾ ਇਹਨਾਂ ਨੇ ਤਿਆਰ ਕਰਨਾ ਹੁੰਦਾ ਹੈ, ਕਿਉਂਕਿ ਇਹਨਾਂ ਨੇ ਉਹ ਮਾਰਕੀਟ ਕੈਪਚਰ ਕੀਤੀ ਹੋਈ ਹੈ। ਜਿਸ ਤਰ੍ਹਾਂ ਅਸੀਂ ਭਾਰਤ ਨੇ ਜੋ ਸਰਵਿਸਿਜ਼ ਦਾ ਸੈਕਟਰ ਹੈ, ਹੌਸਪਿਟੈਲਿਟੀ ਦਾ ਸੈਕਟਰ ਹੈ, ਉਹਦੇ ਉੱਤੇ ਕਬਜ਼ਾ ਕੀਤਾ ਹੋਇਆ, ਕਿਉਂਕਿ ਇਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਹੋਰ ਕੋਈ ਆਲਟਰਨੇਟਿਵ ਨਹੀਂ ਸੀਗਾ। ਲੇਕਿਨ ਚਾਈਨਾ ਨੇ IT ਇੰਡਸਟਰੀ ਨੂੰ ਕੈਪਚਰ ਕੀਤਾ ਔਰ ਪੂਰੀ ਦੁਨੀਆ ਦੇ ਵਿੱਚ ਛਾਇਆ ਹੋਇਆ। ਹਰ ਥਾਂ ਦੇ ਉੱਤੇ ਪ੍ਰੋਡਕਟਸ ਮਿਲਦੇ ਨੇ, ਸਸਤੇ ਮਿਲਦੇ ਨੇ ਔਰ ਇਹ ਵੀ ਇੱਕ ਤਰੀਕਾ ਹੈ। ਬਾਕੀ ਰਿਹਾ ਹੁਣ ਚਾਈਨਾ ਦੀ ਗਵਰਨਮੈਂਟ ਇਹ ਕਹੇਗੀ ਕਿ ਜੋ ਸਾਡੇ ਡਿਪਲੋਮੈਟ ਦੇ ਉੱਤੇ ਇੱਕ ਗਲਤ ਇਲਜ਼ਾਮ ਲਗਾਇਆ ਗਿਆ, ਵਿੱਚੋਂ ਕੋਈ ਗੱਲ ਹੋਰ ਹੈ ਤੇ ਇਹ ਇਲਜ਼ਾਮ ਲਗਾ ਕੇ ਕੱਢ ਦਿੱਤਾ ਗਿਆ ਹੈ, ਕਿਉਂਕਿ ਅਮਰੀਕਾ ਨਾਲ ਵੀ ਸਾਡੀ ਖਹਿਬਾਜ਼ੀ ਚੱਲਦੀ ਹੈ ਤੇ ਕੈਨੇਡਾ ਔਰ ਅਮਰੀਕਾ ਬਾਰਡਰ ਸਾਂਝਾ ਹੈ, ਇਸ ਕਰਕੇ ਇੱਕੋ ਦੂਜੇ ਨੇ ਮਿਲ ਜੁਲ ਕੇ ਕੰਮ ਕਰਨਾ ਹੈ। ਤਾਂ ਹੋ ਸਕਦਾ ਉਧਰੋਂ ਇਨਸਟਰਕਸ਼ਨਸ ਆਈਆਂ, ਹੁਣ ਤਮਾਮ ਗੱਲਾਂ ਹੋਣਗੀਆਂ ਹੁਣੇ ਵਰਲਡ ਪੋਲਿਟਿਕਸ ਦੇ ਵਿੱਚ, ਅੱਗੇ ਘਟਨਾਵਾਂ ਦਿਲਚਸਪ ਹੋਣ ਵਾਲੀਆਂ ਨੇ। ਫੜੇ ਗਏ ਇਹਨਾਂ ਦੇ, ਉਹ ਅਮਰੀਕਾ ਦੇ ਅਰਾਊਂਡ ਘੁੰਮਦੇ ਸੀ ਜਿਹੜੇ, ਉਹ ਵੀ ਫੜੇ ਗਏ ਕਿਉਂਕਿ ਕਹਿੰਦੇ ਵੈਦਰ ਕਰ ਰਹੇ ਆ। ਇਹ ਸ਼ੈਤਾਨੀਆਂ ਇਹਨੂੰ ਆਉਂਦੇ ਕਰਦੇ ਆ, ਇਹ ਸ਼ੈਤਾਨ ਜਿਹੜੇ ਹੈਗੇ ਫੜੇ ਤਾਂ ਜਾਂਦੇ ਉਸ ਵੇਲੇ। ਇੱਕ ਤਾਂ ਸੁਪਰ ਪਾਵਰ ਹੈਗੀ ਆ, ਪਰ ਜੇ ਕਹੀਏ ਤਾਂ ਪਾਪੂਲੇਸ਼ਨ ਦੇ ਲਿਹਾਜ਼ ਨਾਲ ਇਹ ਓਵਰ ਕਰ ਰਿਹਾ, ਓਵਰ ਪਾਵਰ ਸਾਰੇ ਦੇਸ਼ਾਂ ਦੇ ਵਿੱਚ, ਕਿਉਂਕਿ ਲੋਕ ਵਿਹਲੇ ਆ, ਕੋਈ ਨਾ ਕੋਈ ਚੀਜ਼ਾਂ ਬਣਾਉਂਦੇ ਰਹਿੰਦੇ ਆ। ਕਾਟਨ ਇੰਡਸਟਰੀ ਪਿੰਡਾਂ 'ਚ ਆ, ਬੱਚੇ ਬੁੱਢੇ ਸਾਰਾ ਹੀ ਇਸ ਕੰਮ ਵਾਲੇ ਪਾਸੇ ਲੱਗੇ ਆ, ਜਿਹੜੇ ਪੈਸਾ ਕਮਾ ਰਹੇ। ਅੰਦਰ ਦੀਆਂ ਗੱਲਾਂ ਕਈ ਵਾਰ ਪਹੁੰਚਦੀਆਂ ਨੇ, ਕਿਉਂਕਿ ਸਾਡੇ ਸਟੂਡੈਂਟਸ ਵੀ ਕਈ ਚਾਈਨਾ ਜਾਂਦੇ ਨੇ ਪੜ੍ਹਨ ਵਾਸਤੇ ਔਰ ਅੰਦਰ ਦੀਆਂ ਗੱਲਾਂ ਜਿਹੜੀਆਂ ਪਹੁੰਚਦੀਆਂ ਨੇ ਉਹਦੇ ਮੁਤਾਬਿਕ ਇਹ ਵੀ ਹੁੰਦਾ ਕਿ ਚੀਨ ਦੇ ਵਿੱਚ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ, ਡਿਕਟੇਟਰਸ਼ਿਪ ਹੈ, ਇੱਕ ਤਰ੍ਹਾਂ ਨਾਲ ਡੰਡੇ ਦਾ ਰਾਜ ਹੈ। ਕਿਉਂਕਿ ਕਹਿਣ ਨੂੰ ਉਹ ਵੀ ਜਿਹੜਾ ਮਾਰਕਸਿਜ਼ਮ ਵਾਲਾ ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ਹੋਣਾ ਚਾਹੀਦਾ ਜਾਂ ਰੂਲਸ ਹੋਣੇ ਚਾਹੀਦੇ ਨੇ, ਮਾਰਕਸ ਨੂੰ ਨਹੀਂ, ਕਾਰਲ ਮਾਰਕਸ ਨੂੰ ਨਹੀਂ ਫੋਲੋ ਕਰਦੇ। ਇਹ ਆਪਣੇ ਹੀ ਰੂਲਸ ਨੇ, ਨਾਮ ਜ਼ਰੂਰ ਕਮਿਊਨਿਸਟ ਕੰਟਰੀ ਹੈ, ਬਲਕਿ ਇਹ ਕਮਿਊਨਿਸਟ ਜਿਹੜੇ ਨੇ ਇਨ ਗਾਈਜ਼ ਆਫ ਮਤਲਬ ਹਮੇਸ਼ਾ ਕਮਰਸ਼ੀਅਲ ਲੋਕ ਨੇ, ਇਹ ਕੈਪੀਟਲਿਸਟ ਹੀ ਨੇ ਔਰ ਉਸੇ ਤਰ੍ਹਾਂ ਹੀ ਇਹ ਚੱਲਦੇ ਨੇ। ਨਵੀਂ ਤਰ੍ਹਾਂ ਦੀ ਇਕਨੋਮੀ ਹੈ ਇਹਨਾਂ ਦੀ, ਜਿਵੇਂ ਹਿਟਲਰ ਨੇ ਵੀ ਨਵਾਂ ਰੂਪ ਦਿੱਤਾ ਸੀਗਾ ਰਿਪਬਲਿਕਨ, ਪਤਾ ਨਹੀਂ ਕੀ ਲੋਕ ਚੱਲਦੇ ਨੇ, ਆਪਣੇ ਸੈਲਫ ਇੰਟਰਸਟ ਦੇ ਮੁਤਾਬਿਕ ਨਵੇਂ-ਨਵੇਂ ਸ਼ਬਦ ਖੋਜ ਲੈਂਦੇ ਨੇ। ਸੋ ਇੱਥੇ ਵੀ ਇਹ ਚੀਜ਼ ਦੇਖਣ ਨੂੰ ਮਿਲੇਗੀ
ਕਿ ਚੀਨ ਨੇ ਕੀ ਇਲਜ਼ਾਮਾਤ ਲਗਾਉਣੇ ਨੇ, ਕਿਉਂਕਿ ਹਜੇ ਤਾਂ ਗੇਮ ਸ਼ੁਰੂ ਹੋਈ ਹੈ ਇਹ ਤਾਂ ਆਉਣ ਵਾਲੇ ਸਮੇਂ 'ਚ ਲੱਗਣਾ ਪਤਾ ਔਰ ਉਸ ਤੋਂ ਬਾਅਦ ਅੱਗੋਂ ਕਿੱਦਾਂ ਦੇ ਰਿਲੇਸ਼ਨਸ ਬਣਦੇ ਨੇ। ਪਰ ਚੀਨ ਦੇ ਹਰ ਥਾਂ ਦੇ ਉੱਤੇ ਦੇਖੋ ਹਰ ਕੰਟਰੀ ਨਾਲ ਡਿਸਪਿਊਟ ਹੈ ਰਸ਼ੀਆ ਨੂੰ ਛੱਡ ਕੇ, ਔਰ ਸ਼ਾਇਦ ਜੇ ਕੋਈ ਇਹਨਾਂ ਨਾਲ ਮਿਲਦਾ ਹੈ, ਕੋਈ ਹੈਲੋ ਹਾਈ ਹੈਗੀ, ਕੋਈ ਦੋਸਤੀ ਹੈਗੀ ਤਾਂ ਉਹ ਹੈਗੀ ਹੈ, ਅਦਰਵਾਈਜ਼ ਤਕਰੀਬਨ ਸਭ ਦੇ ਨਾਲ ਹੀ ਇਹਨਾਂ ਦੀ ਖੜਕਦੀ ਰਹਿੰਦੀ ਹੈ। ਸੋ ਹੁਣ ਖੜਕਦੀ ਰਹਿੰਦੀ ਤਾਂ ਅੱਗੇ ਚੱਲੀਏ ਪਾਕਿਸਤਾਨ ਵੱਲ, ਸਾਡਾ ਗੁਆਂਢੀ ਮੁਲਕ ਹੈ, ਉੱਥੇ ਜਿਹੜੀ ਕੁਝ ਖੜਕਦੀ ਹੈ ਉਹਦੀ ਆਵਾਜ਼ ਇੱਥੇ ਤੱਕ ਆਉਂਦੀ ਹੈ, ਜੇ ਇੱਥੇ ਖੜਕ ਪੈਂਦੀ ਤੇ ਇਹਦੀ ਆਵਾਜ਼ ਪਾਕਿਸਤਾਨ ਤੱਕ ਜਾਂਦੀ, ਕਿਉਂਕਿ ਕੰਧ ਸਾਂਝੀ ਹੈ ਨਾ, ਇਸ ਕਰਕੇ ਗੁਆਂਢ ਜੋ ਹੋਵੇ ਆਵਾਜ਼ ਪਹੁੰਚ ਜਾਂਦੀ ਹੈ। ਇਮਰਾਨ ਖਾਨ ਦੇ ਨਾਨਕੇ ਵੀ ਜਲੰਧਰ ਦੇ ਵਿੱਚ ਆ ਔਰ ਪੰਜਾਬੀ ਵੀ ਬੋਲ ਲੈਂਦੇ ਆ ਔਰ ਬੜੇ ਉੱਘੇ ਖਿਡਾਰੀ ਕੈਪਟਨ ਰਹੇ ਕ੍ਰਿਕਟ ਦੇ, ਜਿਹੜਾ ਤੁਸੀਂ ਦੱਸਿਆ, ਔਰ ਰਾਜਨੀਤੀ ਦੇ ਵਿੱਚ ਇਹਨਾਂ ਦੀ ਜਿਹੜੀ ਪਾਰਟੀ ਆ PTI ਉਹਨੇ ਵੀ ਬੜਾ ਪ੍ਰਵੇਸ਼ ਜਲਦੀ ਕੀਤਾ। ਔਰ ਉਹ ਦੇਖੋ ਇਹਨਾਂ ਦੀ ਹਕੂਮਤ ਜਿਹੜੀ ਸੀਗੀ ਉਹਨਾਂ ਨੇ ਇੰਨੇ ਜ਼ੋਰ ਲਾ ਕੇ ਇਹਨਾਂ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਾਤਾ, ਪਰ ਜਿਹੜੀਆਂ ਦੂਜੀਆਂ ਪਾਰਟੀਆਂ ਸੀ ਚੜੋਖਤੀ ਦੀਆਂ, ਅਮਰੀਕਾ ਦੇ ਲਈ ਇਹਦਾ ਰਵੱਈਆ ਠੀਕ ਨਹੀਂ ਸੀ। ਅਮਰੀਕਾ ਨੇ ਇਹਨਾਂ ਨੂੰ ਨਾ ਤਾਂ ਕੋਈ ਫੰਡ ਦਿੱਤਾ ਜਦੋਂ ਇਹ ਪ੍ਰਾਈਮ ਮਿਨਿਸਟਰ ਸੀਗਾ, ਔਰ ਇਹ ਤੋਂ ਬਾਅਦ ਉਹਨਾਂ ਨੇ ਕਈ ਚਲਾਕੀਆਂ ਕੀਤੀਆਂ ਇਹਦੇ ਅਗੇਂਸਟ, ਔਰ ਇੱਥੋਂ ਤੱਕ ਇੱਕ ਪ੍ਰੋਸੈਸ਼ਨ ਚੱਲ ਰਿਹਾ ਸੀ ਜਲੂਸ, ਉਹਦੇ ਵਿੱਚ ਇਹਦੇ ਪੈਰ ਤੇ ਗੋਲੀ ਲੱਗੀ, ਉਦੋਂ ਉਹ ਤਾਂ ਬਚ ਗਏ। ਫਿਰ ਇਹਦੇ ਪਿੱਛੇ ਕੋਰਟ ਕੇਸ ਸੀ ਵੀ ਗਏ, ਜਦੋਂ ਇਹ ਹਾਈ ਕੋਰਟ ਇਸਲਾਮਾਬਾਦ ਕੋਰਟ ਕੇਸ ਭੁਗਤਣ ਆਏ ਆ, ਇਹਦੀ ਵਾਈਫ ਬੁਸ਼ਰਾ ਨਾਲ ਸੀਗੀ, ਉਹ ਜਦੋਂ ਉੱਥੇ ਪਹੁੰਚਿਆ ਉਦੋਂ ਇਮੀਡੀਏਟਲੀ ਰੇਂਜਰ ਆ ਇੱਥੋਂ ਦੀ ਫੋਰਸ ਆ ਪਾਕਿਸਤਾਨ ਦੀ, ਉਹਨੇ ਆ ਕੇ ਘੇਰਾ ਘੱਤ ਕੇ ਇਹਨੂੰ ਕੈਪਚਰ ਕੀਤਾ, ਔਰ ਇਹਦੇ ਸਮਰਥਕ ਇੰਨੇ ਆਏ, ਲੋਕ ਸੜਕਾਂ ਜਾਮ ਹੋ ਗਈਆਂ, ਇੰਨੀ ਜ਼ਿਆਦਾ ਸਮਰਥਕਾਂ ਨੇ ਬਹੁਤ ਹੁੱਲੜਬਾਜ਼ੀ ਕੀਤੀ, ਬਹੁਤ ਕੁਝ ਕੀਤਾ, ਸਰਕਾਰੀ ਪ੍ਰਾਪਰਟੀ ਨੂੰ ਵੀ ਨੁਕਸਾਨ ਪਹੁੰਚਾਇਆ। ਅਜੇ ਵੀ ਉੱਥੇ ਇੰਨਾ ਕੁਝ ਚੱਲ ਰਿਹਾ, ਕਰਫਿਊ ਪੂਰਾ ਇਸਲਾਮਾਬਾਦ ਪਾਕਿਸਤਾਨ 'ਚ ਲੱਗ ਗਿਆ। ਔਰ ਨਵਾਜ਼ ਸ਼ਰੀਫ, ਸ਼ਾਹਬਾਜ਼ ਸ਼ਰੀਫ ਜਿਹੜੀ ਹੈ ਦੂਜੀ ਪਾਰਟੀ ਹੈ, ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਹੈ ਸ਼ਾਹਬਾਜ਼ ਸ਼ਰੀਫ ਹੈ, ਉਹ ਵੀ ਪੰਜਾਬ ਨੂੰ ਬਿਲੋਂਗ ਕਰਦੇ ਆ, ਆਪਣੇ ਪੰਜਾਬ ਨੂੰ, ਉਹਨਾਂ ਦਾ ਜਿਹੜਾ ਪਿੰਡ ਹੈਗਾ ਇਹ ਜੰਡਿਆਲੇ ਦੇ ਨਾਲ ਪਿੰਡ ਹੈਗਾ, ਔਰ ਉਹ ਆਉਂਦੇ ਜਾਂਦੇ ਇੱਥੇ ਰਹਿੰਦੇ ਆ। ਪਹਿਲਾਂ ਉਹਦੇ ਭਰਾ ਸੀਗੇ ਨਵਾਜ਼ ਸ਼ਰੀਫ, ਉਹਨਾਂ ਨਾਲ ਵੀ ਰੌਲਾ ਪਿਆ ਅਮਰੀਕਾ ਦਾ, ਤੋਂ ਉਹ ਉੱਥੋਂ ਭੱਜ ਕੇ ਇੰਗਲੈਂਡ ਚਲੇ ਗਏ। ਉਹਨਾਂ ਦੀ ਬੇਟੀ ਵੀ ਉੱਥੋਂ ਉਹਨਾਂ ਨੂੰ ਪੜ੍ਹਿਆ, ਉਹਨਾਂ ਨੂੰ ਕੈਪਚਰ ਕੀਤਾ, ਉਹਨਾਂ ਦੇ ਕੇਸ ਚੱਲਦਾ ਰਿਹਾ। ਇਨ ਬਿਟਵੀਨ ਉਹਨਾਂ ਦੀ ਪਾਰਟੀ ਇੰਨੀ ਹਾਵੀ ਹੋ ਗਈ, ਉਹਨਾਂ ਨੇ ਇਮਰਾਨ ਖਾਨ ਨੂੰ ਲਾ ਕੇ ਆਪ ਬਣ ਗਏ ਆ ਸ਼ਾਹਬਾਜ਼ ਸ਼ਰੀਫ। ਉਹਨਾਂ ਦਾ ਬੇਟਾ ਜਿਹੜਾ ਹੈਗਾ ਉਹ ਬੇਟਾ ਹਮਜ਼ਾ ਸ਼ਰੀਫ, ਉਹ ਪੰਜਾਬ ਦਾ ਮੁੱਖ ਮੰਤਰੀ ਆ, ਔਰ ਉਹ ਤੋਂ ਬਾਅਦ ਇਹਨੂੰ ਇੱਕ ਪਾਸੇ ਇਹਨਾਂ ਨੁਕਰੇ ਲਾਤਾ। ਹੁਣ ਇਹਨਾਂ ਨੂੰ ਫੜ ਕੇ ਲੈ ਕੇ ਗਏ, ਘੜੀਸਿਆ ਵੀ ਹੈ, ਬੜਾ ਕੁਝ ਕੀਤਾ। ਉਹ ਇਹ ਹੈਗਾ ਲੋਕੀ ਤੰਗ ਵੀ ਕਰਦੇ ਉੱਥੋਂ ਦੇ, ਕਿਉਂਕਿ ਉੱਥੇ ਤਾਨਾਸ਼ਾਹੀ ਆ ਬੇਸਿਕਲੀ। ਉੱਥੇ ਕੀ ਹੈ, ਪਾਕਿਸਤਾਨ ਦਾ ਰਾਜ ਜਿਹੜਾ ਹੈਗਾ, ਰਾਜਨੀਤੀ ਪਿੱਛੇ ਰਹਿ ਜਾਂਦੀ ਹੈ, ਆਰਮੀ ਅੱਗੇ ਆ ਜਾਂਦੀ ਹੈ। ਜਦੋਂ ਬਾਜਵਾ ਜੀ ਸੀ ਉੱਥੋਂ ਦੇ ਚੀਫ ਆਫ ਦੀ ਆਰਮੀ ਸਟਾਫ, ਉਹ ਰਹੇ ਆ, ਜਿਨ੍ਹਾਂ ਨਾਲ ਆਪਣੇ ਨਵਜੋਤ ਸਿੱਧੂ ਨੂੰ ਜੱਫੀ ਪਾ ਲਈ ਤੇ ਉਦੋਂ ਰੌਲਾ ਪੈ ਗਿਆ ਹੈਗਾ। ਉਹ ਵੀ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਆ। ਬੇਸਿਕਲੀ ਜਿੰਨੇ ਉੱਥੋਂ ਦੇ ਲੀਡਰ ਆ ਆਪਣੇ ਪੰਜਾਬ ਦੇ ਆ ਲੋਕ, ਉਹ ਸ਼ਿਫਟ ਹੋ ਕੇ ਉੱਥੇ ਗਏ ਆ। ਔਰ ਇਹ ਤੋਂ ਬਾਅਦ ਇਸ ਵੇਲੇ ਜਿਹੜੀ ਇਮਰਾਨ ਖਾਨ ਦੀ ਹਾਲਤ ਬੜੀ ਪਤਲੀ ਆ। ਹੁਣ ਉਹਦੇ 'ਤੇ ਕੇਸ ਇਹਨਾਂ ਨੇ ਦਾਇਰ ਕਰਤਾ। ਉਹ ਇੱਕ ਯੂਨੀਵਰਸਿਟੀ ਸੀਗੀ, ਅਲ-ਕਾਇਦਾ ਯੂਨੀਵਰਸਿਟੀ ਇੱਕ, ਉਹਦੇ ਵਿੱਚ ਉਹਨਾਂ ਨੇ 50,000 ਕਰੋੜ ਰੁਪਈਆ ਜਿਹੜਾ ਸੀ ਉਹਨਾਂ ਦੀ ਜ਼ਮੀਨ 'ਤੇ, ਉਹਨਾਂ ਦੇ ਲੋਕਾਂ ਦੀਆਂ ਤਨਖਾਹਾਂ 'ਤੇ। ਤੇ ਜਦੋਂ ਆਉਂਦੇ ਉੱਥੇ ਵਿੱਚ ਸਟੂਡੈਂਟ ਜਿਹੜੇ 32-34 ਆਏ, ਸਟੂਡੈਂਟ ਕੋਈ ਆਇਆ ਨਹੀਂ, ਉਹਦਾ ਕੇਸ ਚੱਲਦਾ ਸੀ ਇਹਨਾਂ 'ਤੇ। ਔਰ ਕੇਸ ਦੇ ਬਾਵਜੂਦ ਇਹਨਾਂ ਨੂੰ ਫਿਰ ਉੱਥੇ ਜਾਚਕਾ ਜਿਹੜੀ ਕੀਤੀ ਸੀ ਉਹਦੇ 'ਚ ਸੁਣਵਾਈ ਲਈ ਆਏ। ਉਦੋਂ ਬਾਅਦ ਰੇਂਜਰ ਆ ਗਏ। ਰੇਂਜਰ ਤੁਸੀਂ ਬਾਰਡਰ 'ਤੇ ਦੇਖੇ ਹੋਣਗੇ ਕਦੀ, ਸਲਵਾਰਾਂ ਕਾਲੀਆਂ, ਸਲਵਾਰਾਂ ਕਮੀਜ਼ ਕਾਲੇ, ਉੱਤੇ ਉਹਨਾਂ ਦੇ ਫਰਲੇ ਵਾਲੀਆਂ ਬਹੁਤ ਵੱਡੀਆਂ ਪੱਗਾਂ, ਜਿੱਦਾਂ ਸਾਡੀ BSF ਇੱਦਾਂ ਦੀ ਰੇਂਜਰ ਉੱਥੋਂ ਦੇ। ਉਹਨਾਂ ਨੇ ਉਹਨੂੰ ਫੜ ਲਿਆ, ਧੂਖੜੀਸ ਕੇ ਲੈ ਗਏ ਉਹਨੂੰ। ਬਾਅਦ ਹੁਣ ਉਹਦੇ 'ਤੇ ਕੇਸ ਚੱਲਦਾ, ਕੀ ਕਰਦੇ ਹੈਗੇ ਆ, ਮੈਂਟਲੀ ਟੌਰਚਰ ਵੀ ਕਰਦੇ ਆ। ਉੱਥੋਂ ਦੀ ਰਾਜਨੀਤੀ ਦਾ ਨਹੀਂ ਪਤਾ ਲੱਗਦਾ ਕੀ ਕਰਦੀ ਹੈ। ਪਤਾ ਤੁਹਾਨੂੰ ਉਦੋਂ ਪਹਿਲਾਂ ਭੁੱਟੋ ਦਾ ਨਾਲ ਕੀ ਹੋਇਆ ਸੀ, ਅਯੂਬ ਖਾਨ ਨਾਲ ਕੀ ਹੋਇਆ ਸੀਗਾ, ਇਹ ਮਸਲਾ ਉਦੋਂ ਦਾ ਚੱਲ ਰਿਹਾ। ਐਕਚੁਅਲੀ ਕਿਹਾ ਜਾਂਦਾ ਕਿ ਉੱਥੇ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ। ਜੇ ਕੋਈ ਇਲੈਕਟਿਡ ਗਵਰਨਮੈਂਟ ਵੀ ਆਉਂਦੀ ਉਹਦੇ ਪਿੱਛੇ ਆਰਮੀ ਦਾ ਡੰਡਾ ਹੁੰਦਾ, ਔਰ ਇਲੈਕਟਿਡ ਗਵਰਨਮੈਂਟ ਵੀ ਉਹੀ ਬਣਦੀ ਜਿਹਨੂੰ ਆਰਮੀ ਪਰਮਿਸ਼ਨ ਦਿੰਦੀ ਹੈ। ਔਰ ਕਿਸੇ ਵਕਤ ਇਹ ਵੀ ਕਿਹਾ ਜਾਂਦਾ ਸੀਗਾ ਕਿ ਆਰਮੀ ਦੀ ਬਦੌਲਤ ਹੀ ਪ੍ਰਾਈਮ ਮਿਨਿਸਟਰ ਬਣੇ ਨੇ ਇਮਰਾਨ ਖਾਨ ਸਾਹਿਬ, ਇਹ ਵੀ ਕਿਹਾ ਜਾਂਦਾ ਹੈ। ਔਰ ਬਾਕੀ ਰਿਹਾ ਕਿ ਜੋ ਸਾਰੇ ਹਾਲਾਤ ਬਣੇ ਹੋਏ ਨੇ ਪਾਕਿਸਤਾਨ ਦੇ, ਇੰਡੀਆ ਨਾਲ ਤੇ ਕੋਈ ਮੁਕਾਬਲਾ ਹੈ ਹੀ ਨਹੀਂ, ਕਿਉਂਕਿ ਇੰਡੀਆ ਦੇ ਵਿੱਚ ਅਸੀਂ ਫਿਰ ਵੀ ਡੈਮੋਕ੍ਰੇਸੀ ਹੰਡਾਉਂਦੇ ਆ, ਔਰ ਕਾਫੀ ਹੱਦ ਤੱਕ ਸਾਨੂੰ ਬੋਲਣ ਦੀ ਸ਼ਾਂਤੀ ਆ, ਫਿਰ ਵੀ ਬੋਲਣ ਦੀ ਇਜਾਜ਼ਤ ਹੁੰਦੀ ਹੈ, ਅਸੀਂ ਆਪਣੀ ਗੱਲ ਕਹਿ ਦਿੰਦੇ ਆ। ਪਰ ਉੱਥੇ ਨਹੀਂ ਕਹਿ ਸਕਦੇ। ਉੱਥੇ ਤੁਸੀਂ ਕਹਿ ਕੇ ਦੇਖੋ, ਇਮਰਾਨ ਖਾਨ ਨੇ ਵੀ ਕੁਝ ਕਹਿਣ ਦੀ ਕੋਸ਼ਿਸ਼ ਕੀਤੀ, ਫੌਜ ਦੇ ਖਿਲਾਫ ਵੀ ਕੁਝ ਕਿਹਾ ਉਹਨਾਂ ਨੇ, ਠੀਕ ਹੈ ਨਾ, ਔਰ ਉਹ ਸਭ ਸੁਖਾਵਾਂ ਨਹੀਂ ਰਿਹਾ। ਪਾਰਲੀਮੈਂਟ ਦੇ ਵਿੱਚ ਵੀ ਕਈ ਅਜਿਹੀਆਂ ਗੱਲਾਂ ਹੋਈਆਂ ਨੇ ਉੱਥੇ ਜਿਹੜੀਆਂ ਗਰਮ ਹੋਈਆਂ, ਔਰ ਗਰਮ ਹੌਟ ਵਰਡਸ ਐਕਸਚੇਂਜ ਹੋਏ ਪਾਰਲੀਮੈਂਟ ਦੇ ਵਿੱਚ ਵੀ। ਔਰ ਬਕਾਇਦਾ ਉੱਥੋਂ ਦੇ ਸਪੀਕਰਸ ਜਿਹੜੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਥੋੜਾ ਸ਼ਾਂਤ ਰਹੋ, ਡੈਕੋਰਮ ਬਣਾ ਕੇ ਰੱਖੋ। ਈਵਨ ਇਹ ਹੈ ਕਿ ਆਪਾਂ ਜੇ ਇੱਕ ਮੋਟੀ ਗੱਲ ਕਰੀਏ ਨਾ, ਕਰਪਸ਼ਨ ਉੱਥੇ ਵੀ ਕਮਾਲ ਦੀ ਹੈ ਤੇ ਕਰਪਸ਼ਨ ਸਾਡੇ ਵੀ ਕਮਾਲ ਦੀ ਹੈ। ਤੇ ਸਾਡੇ ਦੋਹਾਂ ਦੇਸ਼ਾਂ ਦੇ ਵਿੱਚ ਨਾ ਕਰਪਸ਼ਨ ਦੇ ਨਾਂ ਤੇ ਕੁਝ ਵੀ ਹੋ ਸਕਦਾ। ਅਸਲ 'ਚ ਪਤਾ ਕੀ, ਅਸੀਂ ਫਿਰ ਵੀ ਕੁਝ ਨਾ ਕਿਤੇ ਬਚੇ ਰਹਿੰਦੇ ਆ। ਸੋਚ ਇੱਕੋ ਹੀ ਆ, ਖਾਣ ਪੀਣ ਇੱਕੋ ਜਿਹਾ ਹੈਗਾ, ਔਰ ਉਹਦੇ ਵਿੱਚ ਕਰਪਸ਼ਨ ਤੋਂ ਇਲਾਵਾ ਜਿਹੜਾ ਹੈਗਾ ਨਾ, ਹੁਣ ਉੱਥੇ ਮਹਿੰਗਾਈ ਬਹੁਤ ਜ਼ਿਆਦਾ।
ਆਪਣੇ ਇੰਡੀਆ 'ਚ ਤਾਂ ਇੰਨੀ ਮਹਿੰਗਾਈ ਨਹੀਂ ਹੈਗੀ, ਫਿਰ ਵੀ ਆਪਾਂ ਚੀਜ਼ਾਂ ਖਰੀਦ ਲੈਂਦੇ ਹਾਂ, ਪਰ ਪਿਛਲੀ ਨਿਸਬਤ ਆਪਾਂ ਬਹੁਤ ਮਹਿੰਗਾਈ ਦੀ ਮਾਰ ਚੱਲ ਰਹੇ ਹਾਂ, ਉਹ ਸਾਰਾ ਕੁਝ ਹੈਗਾ। ਪਰ ਤੁਸੀਂ ਇਹ ਵਿਸ਼ਵ ਦਾ ਇਤਿਹਾਸ ਹੈ, ਫਰੋਲ ਕੇ ਵੇਖੋ, ਜਿੱਥੇ ਵੀ ਮੁਸਲਮਾਨ ਕਮਿਊਨਿਟੀ ਆ, ਜਿੱਥੇ ਵੀ ਮੁਸਲਮਾਨਾਂ ਦਾ ਦੇਸ਼ ਆ, ਉੱਥੇ ਇਹ ਖੌਰੂ ਪੈਂਦਾ ਹੀ ਪੈਂਦਾ, ਉੱਥੇ ਆਰਮੀ ਔਰ ਰਾਜਨੀਤੀ ਦਾ ਆਪਸੀ ਰਲਗੋਬਾ ਹੁੰਦਾ। ਅਫਗਾਨਿਸਤਾਨ ਵੇਖ ਲਓ ਇਹਨਾਂ ਦਾ ਗੁਆਂਢੀ, ਉੱਥੇ ਕਦੀ ਸ਼ਾਂਤੀ ਹੋਈ ਹੈ? ਇਰਾਨ, ਇਰਾਕ, ਜਿੱਥੇ ਕੀ ਕੁਛ ਹੋਇਆ, ਜਿੱਥੇ ਕਿੰਨੀਆਂ ਫੌਜਾਂ ਮਾਰੀਆਂ, ਔਰ ਉਹ ਕਦੀ ਸੁੱਖ ਦੀ ਨੀਂਦੇ ਸੁੱਤੇ ਆ। ਜਿੰਨੇ ਵੀ ਮੁਸਲਮ, ਕਤਰ, ਦੋਹਾ, ਇਹਨਾਂ ਏਰੀਆ 'ਚ ਵੇਖੋ, ਦੁਬਈ ਅਜੇ ਬਚਿਆ ਪਿਆ। ਦੁਬਈ 'ਚ ਜਿੰਨੇ ਟੂਰਿਸਟ ਜਾਂਦੇ ਆ, ਵੇਖੋ ਸੜਕਾਂ ਕਮਾਲ ਦੀਆਂ, ਰੈਸਟੋਰੈਂਟ ਕਮਾਲ ਦੇ ਆ, ਔਰ ਦੇਖੋ ਜਿੱਥੇ ਜਿੱਥੇ ਤੁਸੀਂ ਦੇਖੋਗੇ ਇਮਾਰਤਾਂ ਕੈਸੀਆਂ ਬਣਾਈਆਂ। ਤੁਸੀਂ ਪੂਰਾ ਯੂਰਪ, ਪੂਰਾ ਏਸ਼ੀਅਨ ਕੰਟਰੀ, ਪੂਰਾ ਵਰਲਡ ਉੱਥੇ ਦੇਖਣ ਆਉਂਦੇ ਉਹਨਾਂ ਨੂੰ। ਔਰ ਡੈਜ਼ਰਟ ਜਿਹਨਾਂ ਦੇ ਜੰਗਲ 'ਚ ਮੰਗਲ ਲਾਤਾ, ਉਹਨਾਂ ਨੇ ਲਾਤਾ ਇਸੇ ਕਰਕੇ ਕਿ ਸ਼ਾਂਤੀ ਰਹੀ ਉੱਥੇ। ਔਰ ਉਹਨਾਂ ਨੇ ਬਾਹਰਲੇ ਦੇਸ਼ਾਂ 'ਚ ਵੇਖਿਆ ਵੀ ਇੰਨਾ ਕੁਝ ਬਣਿਆ ਵਾ, ਉੱਥੇ ਇੰਨੀਆਂ ਬੀਚਜ਼, ਇੰਨੇ ਲੇਕ, ਇੰਨਾ ਕੁਛ ਹੈਗਾ ਕਿ ਵਾਈ ਸ਼ੁੱਡ ਵੀ ਨਾਟ, ਅਸੀਂ ਵੀ ਇਹਨੂੰ ਬਣਾਵਾਂਗੇ। ਔਰ ਬਣਾ ਕੇ ਉਹਨਾਂ ਨੇ ਖੜਾ ਕਰਤਾ ਸਾਰਾ ਕੁਝ। ਔਰ ਜੋ ਕੁਝ ਕੀਤਾ, ਹੁਣ ਅੱਜ ਸਾਡੇ ਮੁੰਡੇ ਵੀ ਉੱਥੇ ਕੰਮ ਕਰਦੇ ਆ, ਬਾਹਰਲੇ ਦੇਸ਼ਾਂ 'ਚ ਵੀ ਆਉਂਦੇ ਕੰਮ ਕਰਦੇ ਆ। ਔਰ ਸੜਕਾਂ ਕਿੰਨੀਆਂ ਸਾਫ਼ ਹੈ, ਕੋਈ ਖੱਡਾ ਨਹੀਂ, ਕੋਈ ਨਹੀਂ, ਤੇਜ਼ੀ ਨਾਲ ਸਾਰਾ ਕੰਮ ਨੇਪਰੇ ਚੜਿਆ। ਬਿਲਕੁਲ ਠੀਕ ਹੈ ਜੀ। ਆਪਾਂ ਮੁੱਦੇ ਦੀ ਗੱਲ ਕਰੀਏ ਨਾ, ਤਾਂ ਕੀ ਹੋਇਆ ਕਿ ਜਦੋਂ ਆਜ਼ਾਦੀ ਮਿਲੀ ਹੈ ਸਾਨੂੰ, ਭਾਰਤ ਤੇ ਪਾਕਿਸਤਾਨ ਨੂੰ, ਸਾਡਾ ਪਲੱਸ ਪੁਆਇੰਟ ਇਹ ਹੈ ਕਿ ਸਾਨੂੰ ਇਮੀਡੀਏਟਲੀ ਸੰਵਿਧਾਨ ਦੇ ਦਿੱਤਾ ਬਾਬਾ ਸਾਹਿਬ ਨੇ, ਬਾਬਾ ਸਾਹਿਬ ਭੀਮਰਾਵ ਅੰਬੇਦਕਰ ਨੇ। ਪਰ ਪਾਕਿਸਤਾਨ ਨੂੰ ਸੰਵਿਧਾਨ ਬਣਾਉਣ 'ਚ ਬਹੁਤ ਟਾਈਮ ਲੱਗ ਗਿਆ। ਔਰ ਉਨੀ ਦੇਰ ਦੇ ਵਿੱਚ ਡੈਮੋਕ੍ਰੇਸੀ ਕਮਜ਼ੋਰ ਹੋ ਗਈ ਔਰ ਆਰਮੀ ਸਟਰੋਂਗ ਹੋ ਗਈ। ਬਿਲਕੁਲ। ਔਰ ਆਰਮੀ ਨੇ ਟੇਕ ਓਵਰ ਕਰਨਾ ਬਾਰ-ਬਾਰ ਸ਼ੁਰੂ ਕੀਤਾ। ਕਿੰਨੀ ਵਾਰ ਰਿਪੀਟ ਹੋਇਆ, ਆਰਮੀ ਆਈ ਹੈ। ਸੋ ਜਿਹੜਾ ਉਹ ਖਲਾ ਹੈ ਨਾ, ਗੈਪ ਹੈ, ਵੈਕਿਊਮ ਹੈ, ਜਿਹੜਾ ਉਹ ਸਾਲਾਂ ਦਾ, ਜਦੋਂ ਉਹਨਾਂ ਨੂੰ ਸੰਵਿਧਾਨ ਨਹੀਂ ਮਿਲਿਆ, ਉੱਥੇ ਆਰਮੀ ਨੂੰ ਚਾਂਸ ਮਿਲਦਾ ਹੈ ਡਿਕਟੇਟਰਸ਼ਿਪ ਦਾ। ਜੇ ਉਹਨਾਂ ਨੂੰ ਵੀ ਸਾਡੇ ਵਕਤ ਸੰਵਿਧਾਨ ਮਿਲ ਗਿਆ ਹੁੰਦਾ ਤਾਂ ਉਹ ਵੀ ਅੱਜ ਹੋ ਸਕਦਾ ਹੈ ਡੈਮੋਕ੍ਰੈਟਿਕ ਕੰਟਰੀ ਹੁੰਦਾ। ਖੈਰ, ਇਹਨਾਂ ਦੇ ਜਿਹੜੇ ਕਮਾਂਡਰ ਹਨ, ਚੀਫ ਦੇ ਕਮਾਂਡਰ, ਉਹੀ ਪਲਟਾ ਮਾਰ ਕੇ ਤੇ ਰਾਜਨੀਤੀ ਨੂੰ ਆਪਣੇ ਹੱਥਾਂ 'ਚ ਲੈਂਦੇ। ਮੁਸ਼ਰਫ ਨੇ ਕੀ ਕੀਤਾ ਸੀ? ਉਹਨੇ ਵੀ ਇਹੀ ਕੰਮ ਕੀਤਾ ਸੀ। ਅਯੂਬ ਖਾਨ, ਯਹੀਆ ਖਾਨ, ਸਾਰੇ ਜਿਹੜੇ ਆਰਮੀ ਦੇ ਕਮਾਂਡਰ ਸੀਗੇ, ਉਹਨਾਂ ਨੇ ਆ ਕੇ ਕਰਕੇ ਤੇ ਆਪਣੀ ਰਾਜਨੀਤੀ ਆਪਣੇ ਕੋਲ ਰੱਖ ਲਈ ਤੇ ਲੋਕਾਂ ਨੂੰ ਅੰਦਰ ਕਰ ਦਿੱਤਾ। ਜਿਹੜੇ ਰਾਜਨੀਤੀ ਦੇ ਨਾਲ ਮਿਲੇ ਆ, ਜਿਹੜੇ ਮੰਤਰੀ, ਕੋਈ ਬੋਲਦਾ ਨਹੀਂ ਸੀਗਾ। ਕਮਾਂਡਰ ਦੇ ਹੱਥ 'ਚ ਪਾਵਰ ਤਾਂ ਹੁੰਦੀ ਆ, ਇਸੇ ਕਰਕੇ ਹੈਗਾ। ਔਰ ਇੰਡੀਆ 'ਚ ਜਿਹੜਾ ਹੈਗਾ, ਕੋਈ ਕਮਾਂਡਰ ਇਸ ਤਰ੍ਹਾਂ ਦੀ ਕੋਈ ਕੰਮ ਨਹੀਂ ਕਰਦੇ, ਕਿਉਂਕਿ ਲੋਕ ਆਪਣਾ ਜਿਹੜਾ ਉਹਨਾਂ ਨੂੰ ਦਿੱਤੀ ਉਪਾਧੀ ਜਾਂ ਜਿਹੜੀ ਉਹਦੀ ਆਪਣੀ ਪਾਵਰ, ਉਹਨੂੰ ਯੂਜ਼ ਕਰਦੇ, ਉਹ ਮਿਸਯੂਜ਼ ਕਰਦੇ ਪਾਵਰ ਦਾ। ਇਸੇ ਕਰਕੇ ਸਾਰਾ ਗਲਤ ਹੁੰਦਾ। ਸਾਡੇ ਵੀ ਕਈ ਵਾਰ ਮਿਸਯੂਜ਼ ਹੋ ਜਾਂਦੀ ਹੈ, ਪਰ ਇੱਕ ਤਰੀਕੇ ਨਾਲ ਹੁੰਦੀ ਹੈ। ਉੱਥੇ ਸਰੇਆਮ ਹੋ ਜਾਂਦੀ ਹੈ, ਹੁੰਦਾ ਆਪਣਾ ਮਿਸਯੂਜ਼ ਹੁੰਦਾ। ਕਿਉਂਕਿ ਜੇ ਇੱਥੇ ਵੀ ਮਿਸਯੂਜ਼ ਨਾ ਹੁੰਦਾ ਹੋਵੇ ਤਾਂ ਲੋਕ ਸੜਕਾਂ ਤੇ ਨਾ ਉਤਰਨ। ਪਰ ਆਰਮੀ ਕਮਾਂਡਰ ਨਹੀਂ ਅਜੇ ਤੱਕ ਇਦਾਂ ਦਾ ਕੋਈ ਹੋਇਆ। ਆਰਮੀ ਕਮਾਂਡਰ ਨਹੀਂ, ਇੱਥੇ ਕੋਈ ਮਿਲਟਰੀ ਕੂ ਨਹੀਂ ਕਰਦੀ, ਉੱਥੇ ਕੂ ਕਰਦੀ ਹੈ। ਵੈਸੇ ਇੱਕ ਗੱਲ ਹੋਰ ਵੀ ਹੈਗੀ, ਕੋਈ ਵੀ ਰਾਜਨੀਤੀ ਜਾਂ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ, ਇਹਨਾਂ ਨੂੰ ਪਤਾ ਹੁੰਦਾ ਚਾਰੇ ਕਮਾਂਡਰ ਜਿਹੜੇ ਉਹਨਾਂ ਨੂੰ ਇਕੱਠੇ ਨਹੀਂ ਬਹਿਣ ਦਿੰਦੇ, ਇਕੱਠੇ ਹਵਾਈ ਸਫ਼ਰ ਨਹੀਂ ਕਰ ਸਕਦੇ ਵੀ ਇਹ ਕਦੀ ਗੋਂਦ ਨਾ ਗੁੰਦ ਲੈਣ। ਸਾਰੇ ਏਅਰ ਫੋਰਸ, ਜਲ ਸੈਨਾ, ਥਲ ਸੈਨਾ, ਜਿੰਨੇ ਕਮਾਂਡਰ ਆ, ਇਹ ਨੈਵਰ ਕਮਿਟ ਟੂ ਮੀਟਿੰਗ ਇਨ ਬਿਟਵੀਨ, ਕਦੇ ਵੀ ਇੱਕ ਦੂਜੇ ਨਾਲ ਆਪਣੀ ਜਿਹੜੀ ਗੱਲ ਨਹੀਂ ਕਰ ਸਕਦੇ। ਉਹਨਾਂ ਨੂੰ ਡਿਸਟੈਂਸ 'ਤੇ ਰੱਖਦੇ ਸਾਰਿਆਂ ਨੂੰ। ਇਹ ਹੁੰਦਾ ਆ, ਅੱਗੇ ਵੀ ਆ, ਇਸੇ ਕਰਕੇ ਸ਼ਾਂਤੀ ਆ। ਉਹ ਇਕੱਠੇ ਰਹਿੰਦੇ ਆ ਔਰ ਉਹਦੋਂ ਬਾਅਦ ਬੰਦੂਕਾਂ ਚੱਲਦੀਆਂ, ਗੋਲੀਆਂ ਚੱਲਦੀਆਂ। ਮੋਰੈਲਿਟੀ ਵੀ ਹੈ ਸਾਡੇ ਇੱਥੇ, ਹਜੇ ਮੋਰਲ ਜ਼ਿੰਦਾ ਨੇ ਸਾਡੇ ਇੱਥੇ, ਇਹ ਗੱਲ ਸਹੀ, ਸੰਸਕਾਰ ਜ਼ਿੰਦਾ ਨੇ, ਨੈਤਿਕਸ ਜਿਹੜੀ ਚੀਜ਼ਾਂ ਹੈਗੀਆਂ, ਨੈਤਿਕ ਚੀਜ਼ਾਂ ਜ਼ਿੰਦਾ ਨੇ। ਜ਼ਰੂਰ। ਸੋ ਆਪਾਂ ਅੱਗੇ ਵਧੀਏ। ਹਾਂਜੀ। ਤੇ ਆਪਾਂ ਜ਼ਿਮਨੀ ਚੋਣਾਂ ਤੇ ਆਉਨੇ ਆ। ਜ਼ਰੂਰ। ਅੱਜ ਜਲੰਧਰ 'ਚ ਵੀ ਹੋ ਰਹੀ ਹੈ, ਬੜਾ ਵਧੀਆ ਵਿਸ਼ਾ, ਤੇ ਨਾਲ ਕਰਨਾਟਕ 'ਚ ਵੀ ਹੋ ਰਹੀਆਂ ਨੇ। ਹਾਂ, ਸਾਈਮਲਟੇਨੀਅਸਲੀ ਚੱਲਦੀਆਂ ਪਈਆਂ। ਹਾਂ, ਵਿਧਾਨ ਸਭਾ ਦੀਆਂ ਉੱਥੇ ਆ, ਆਪਣੇ ਜਿਹੜੀਆਂ ਐਮਪੀ ਦੀਆਂ ਇੰਨਾ ਹੈਗਾ। ਇੱਕ ਜਿਹੜੀ ਸੀਟ ਖਾਲੀ ਹੋਈ ਸੀ, ਲੋਕ ਸਭਾ ਦੀਆਂ ਨੇ ਇੱਥੇ। ਖਰਚਾ ਉਨਾ ਹੀ ਆ। ਇਹਦੇ 'ਚ 9 ਹਲਕੇ ਆ ਗਏ, 9 ਹਲਕੇ ਆ ਇਹਦੇ 'ਚ ਜਿਹੜੇ ਅੱਜ ਵੋਟਰ ਲੈ ਰਹੇ ਆ। 9 ਹਲਕੇ ਬਣੇ ਆ, ਜਿਸ 'ਚ 9 MLA ਬਣਦੇ ਹਲਕਿਆਂ ਤੋਂ, ਔਰ ਇਹਦੇ ਵਿੱਚ 1 MP ਬਣਨਾ। ਇਹਦਾ ਹਲਕਾ ਦਾਇਰਾ ਬਹੁਤ ਵੱਡਾ ਹੁੰਦਾ, ਔਰ ਇਹਦੇ ਵਿੱਚ 16,08,000 ਅੱਗੇ ਕੁਛ ਇੰਨੀਆਂ ਵੋਟਾਂ ਦੇ ਜਿਹੜੀ ਹਿੱਸਾ ਲੈ ਰਹੇ ਵੋਟਰ, ਜਿਸ 'ਚ ਲੇਡੀ ਵੀ ਆ ਤੇ ਮੇਲ ਵੀ ਆ। ਔਰ ਇਹਦੇ 'ਚ ਬਹੁਤ ਤਾਦਾਦ 'ਚ BSF, CRP, ਪੰਜਾਬ ਪੁਲਿਸ, ਇਹ ਸੁਰੱਖਿਆ ਦੇ ਲਈ ਫੋਰਸਾਂ ਆ ਗਈਆਂ। ਔਰ ਉਹਦੇ ਵਿੱਚ ਕਰਮਚਾਰੀ ਵੀ ਅੱਜ ਬਹੁਤ ਲਾਏ ਆ, ਜਿਸ 'ਚ ਟੀਚਰ ਨੇ, ਅਧਿਆਪਕ ਵਿਚਾਰੇ, ਬਾਕੀ ਜਿਹੜੇ ਹੋਰ ਹੈਗੇ, ਉਹ ਕੱਲ੍ਹ ਦਾ ਸਮਾਨ ਜਿਹੜਾ ਸਮੱਗਰੀ ਚੋਣਾਂ ਲਈ ਰੱਖ ਦਿੱਤੀ ਉਹਨਾਂ ਨੇ ਸਾਰੇ ਬੂਥਾਂ 'ਤੇ। ਔਰ ਬੂਥ ਜਿਹੜੇ ਆ ਡਿਵਾਈਡ ਕਰਕੇ ਇਹਨਾਂ ਨੇ ਸਾਰਿਆਂ 'ਤੇ ਉਹ ਕਰਮਚਾਰੀ ਲਾਤੇ ਸੀ। ਪਰ ਅੱਜ 8 ਵਜੇ ਆਗਾਜ਼ ਹੋ ਗਿਆ, ਸ਼ੁਰੂਆਤ ਹੋ ਗਈ। ਲੋਕਤੰਤਰ ਦਾ ਜਿਹੜਾ ਸਾਡਾ ਅਧਿਕਾਰ ਆ, ਉਹਨੂੰ ਵਰਤਣ ਲਈ ਵੋਟਰਾਂ ਨੇ ਆ ਕੇ ਸਵੇਰੇ ਵੋਟਾਂ ਪਾਉਣੀ ਸ਼ੁਰੂ ਕਰਤੀਆਂ। ਪਰ ਸਭ ਤੋਂ ਪਹਿਲਾਂ ਨੁਮਾਇੰਦਾ ਪਾਉਂਦਾ, ਜਿਹੜੇ ਇੱਥੋਂ ਸੁਸ਼ੀਲ ਰਿੰਕੂ ਜੀ ਨੇ ਉਹਨਾਂ ਪਹਿਲਾਂ ਵੋਟ ਪਾਈ, ਉਸ ਤੋਂ ਬਾਅਦ ਇੰਦਰ ਇਕਬਾਲ ਉਹ ਆਏ, ਉਸ ਤੋਂ ਬਾਅਦ ਆਪਣੇ ਪ੍ਰਗਟ ਸਿੰਘ ਤਾਂ ਵੈਸੇ ਨਹੀਂ ਕਿਤੇ ਖੜੇ, ਪਰ ਉਹ ਵੀ ਆਏ। ਜਿਹਨੇ VVIP ਆ ਉਹ ਪਹਿਲੋਂ ਆਉਂਦੇ ਆ ਹਰ ਪਾਸੇ। ਇਹ ਗੱਲ ਹੈ। ਇੱਕ ਚੀਜ਼ ਜੋ ਦੇਖਣ ਨੂੰ ਮਿਲਦੀ ਹੈ, ਕਰਨਾਟਕ ਦਾ ਤੇ ਪਤਾ ਨਹੀਂ, ਜਿੱਥੇ ਬੈਠੇ ਹਾਂ ਇੱਥੋਂ ਵੀ ਕਈ ਵਾਰ ਰਿਪੋਰਟਾਂ ਮਿਲਦੀਆਂ ਨੇ, ਆਲੇ ਦੁਆਲੇ ਮਿਲਦੀਆਂ ਰਹਿੰਦੀਆਂ ਨੇ, ਨੇੜੇ ਇਲਾਕਿਆਂ ਤੋਂ ਵੀ ਮਿਲਦੀਆਂ ਨੇ। ਪੈਸਾ ਵੀ ਵੰਡਿਆ ਜਾਂਦਾ ਹੈ, ਸ਼ਰਾਬ ਵੀ ਵੰਡੀ ਜਾਂਦੀ ਹੈ। ਵੀਡੀਓ ਆ
ਵੀਡੀਓ ਵੀ ਕਈ ਵਾਰ ਕਹਿੰਦੇ ਨੇ ਕਈ ਲੋਕ ਕਿ ਵਾਇਰਲ ਹੁੰਦੀਆਂ ਨੇ। ਪੈਸੇ ਵੰਡੇ ਆ। ਹੁਣ ਦੇਖੋ ਜਦੋਂ ਪੈਸੇ ਵੰਡੇ ਜਾਣਗੇ, ਸ਼ਰਾਬ ਵੰਡੀ ਜਾਏਗੀ, ਇਹ ਖਰਚਾ ਕੌਣ ਕਰਦਾ ਹੈ? ਇਹ ਪੈਸਾ ਆਉਂਦਾ ਕਿੱਥੋਂ ਹੈ? ਹਾਂ, ਹੁਣ ਜੇ ਇਹ ਪੈਸਾ ਕਿਤੋਂ ਆਉਂਦਾ ਹੈ ਤਾਂ ਫਿਰ ਪੂਰਾ ਵੀ ਤੇ ਕਰਨਾ ਹੈ। ਅਸਮਾਨ ਤੋਂ ਤੇ ਆਉਣਾ ਨਹੀਂ, ਇਹਨਾਂ ਦੀ ਆਪਣੀਆਂ ਜੇਬਾਂ ਤੋਂ ਜਾਂ ਲੋਕਾਂ ਨੇ ਵੋਟ ਜਿਹੜਾ ਫੰਡ ਦਿੱਤਾ ਉਹ ਲੋਕਾਂ ਨੂੰ ਕਿਤੋਂ ਵੀ ਆਉਂਦਾ ਹੈ, ਵੱਡੇ ਲੋਕਾਂ ਨੇ ਦਿੱਤਾ ਵਾ। ਫਿਰ ਅਸੀਂ ਕਹਿੰਦੇ ਹਾਂ ਕਿ ਸਾਡੇ ਇੱਥੇ ਘਪਲੇ ਹੋ ਜਾਂਦੇ ਨੇ। ਘਪਲੇ ਕਿਉਂ ਨਾ ਹੋਣ? ਹੁਣ ਜਿਹੜਾ ਪੈਸਾ ਖਰਚ ਹੋਇਆ ਵੋਟਾਂ ਦੇ ਉੱਤੇ, ਇਲੈਕਸ਼ਨ ਦੇ ਉੱਤੇ, ਉਹ ਪੂਰਾ ਵੀ ਤੇ ਕਰਨਾ ਹੈ। ਆਹ ਤਾਂ ਪੂਰਾ ਕਰਨਾ, ਅਗਲੀਆਂ ਇਲੈਕਸ਼ਨ ਵਾਸਤੇ ਵੀ ਇੰਤਜ਼ਾਮ ਕਰਨਾ, ਜੋੜ ਕੇ ਰੱਖਣਾ ਵੀ ਹੈ। ਅਗਲੀਆਂ ਇਲੈਕਸ਼ਨਸ ਦੇ ਵਿੱਚ ਵੀ ਤਾਂ ਕਿਤੋਂ ਪੈਸਾ ਲਿਆਓਗੇ ਨਾ, ਉਹ ਸੋਰਸਿਸ ਇਕੱਠੇ ਕਰਨੇ ਨੇ। ਸਹੀ ਤਾਂ ਫਿਰ ਤੁਸੀਂ ਕਹਿੰਦੇ ਹੋ ਕਰਪਸ਼ਨ ਕਿਉਂ ਹੁੰਦੀ? ਵੈਸੇ ਸਾਡੇ ਦਰਸ਼ਕ ਇਹ ਜਾਣਦੇ ਹੋਣਗੇ ਕਿ ਖਾਸ ਤੌਰ ਤੇ ਜਿਹੜਾ ਫਸਵਾਂ ਮੁਕਾਬਲਾ 4 ਕੈਂਡੀਡੇਟ ਦਾ ਹੈਗੇ ਇਹਦੇ 'ਚ, ਜਿਹਦੇ 'ਚ ਆਪਾਂ ਸਾਡੇ ਦਰਸ਼ਕ ਜਾਣਦੇ ਆ। ਤੇ ਜਿਹੜੇ ਆਏ ਨੇ ਕਾਂਗਰਸ ਵੱਲੋਂ ਤਾਂ ਰਾਹੁਲ ਗਾਂਧੀ ਜੀ ਅਨਾਉਂਸ ਕਰ ਗਏ ਸੀ, ਕਰਮਜੀਤ ਕੌਰ ਪ੍ਰੋਫੈਸਰ ਰਹੇ ਆ, ਜਿਹੜੇ ਸੰਤੋਖ ਚੌਧਰੀ ਦੇ ਵਾਈਫ ਨੇ, ਉਹ ਕਾਂਗਰਸ ਵੱਲੋਂ ਨੋਮੀਨੇਟ ਆ। ਔਰ ਆਪ ਵੱਲੋਂ ਇਹਨਾਂ ਨੇ ਸੁਸ਼ੀਲ ਰਿੰਕੂ ਜੀ ਨੂੰ ਕਰ ਦਿੱਤਾ ਜਿਹੜਾ ਕੈਂਡੀਡੇਟ। ਉਹ ਪਹਿਲਾਂ ਵੀ MLA ਰਹੇ ਆ ਕਾਂਗਰਸ ਵੱਲੋਂ, ਵਿਧਾਨ ਸਭਾ ਦੇ ਜੇਤੂ ਰਹੇ ਆ। ਔਰ ਇਹਦੇ ਵਿੱਚ ਬਾਕੀ ਜਿਹੜਾ ਹੈਗਾ ਅਕਾਲੀ ਦਲ ਤੇ BSP ਇਹਨਾਂ ਨੇ ਕੀਤਾ, ਸੁਖਵਿੰਦਰ ਸੁੱਖੀ ਡਾਕਟਰ ਨੇ ਔਰ MLA ਵੀ, ਔਰ ਉਹਦੇ ਵਿੱਚ ਉਹ ਬੰਗਿਆਂ ਨੂੰ ਬਿਲੋਂਗ ਕਰਦੇ ਆ। ਔਰ ਇਹ 4 ਕੈਂਡੀਡੇਟ ਜਿਹੜੇ ਹੈਗੇ ਆ ਇਹ ਆ ਗਏ ਆ ਮੈਦਾਨ 'ਚ, ਜਿਹੜਾ ਦੰਗਲ ਭਖਿਆ ਉਹਦੇ ਵਿੱਚ। ਹੁਣ ਦੇਖਦੇ ਆ ਵੀ ਲੋਕਾਂ ਨੇ ਡਿਸਾਈਡ ਕੀ ਕਰਨਾ, ਲੋਕਾਂ ਵੱਲੋਂ ਕੀ ਸੋਚ ਆ, ਕੀ ਕਰਨਾ। ਹਾਂ, ਲੋਕਾਂ ਆਪਾਂ ਨਹੀਂ ਕਹਿ ਸਕਦੇ ਵੀ ਇੱਥੋਂ ਕਿਹੜਾ ਜਿੱਤੂ, ਲੋਕਾਂ ਵੱਲੋਂ ਕੀ ਸੋਚ ਹੈ। ਇਹ ਸੋਚ ਦੀ ਬੜੀ ਕਮਾਲ ਦੀ ਗੱਲ ਤੁਸੀਂ ਕੀਤੀ। ਲੋਕਾਂ ਦੀ ਸੋਚ ਦੀ ਗੱਲ ਵੀ ਮੇਰੇ ਫਰੈਂਡ ਸਰਕਲ 'ਚੋਂ ਮੈਨੂੰ ਪਤਾ ਲੱਗੀ ਜੀ। ਹੁਣ ਜਦੋਂ ਕਿਤੇ ਪ੍ਰੈਸ ਕਾਨਫਰੰਸ ਹੁੰਦੀ ਹੈ ਜਾਂ ਕੋਈ ਨੇਤਾ ਵੋਟਾਂ ਤੋਂ ਪਹਿਲਾਂ ਪ੍ਰਚਾਰ ਦੇ ਦੌਰਾਨ ਕਿਤੇ ਜਾ ਕੇ ਸੰਬੋਧਨ ਕਰਦਾ ਹੈ ਲੋਕਾਂ ਨੂੰ, ਤੇ ਲੋਕਾਂ ਦੀ ਸੋਚ, ਉੱਥੇ ਉਹਨੇ ਬ੍ਰੈਡ ਪਕੌੜੇ, ਚਾਹ ਦਾ ਇੰਤਜ਼ਾਮ ਕੀਤਾ। ਇਹ ਤਾਂ ਹੁੰਦਾ। ਹੁਣ ਕਈਆਂ ਨੂੰ ਬ੍ਰੈਡ ਪਕੌੜੇ ਨਹੀਂ ਮਿਲੇ, ਉਹ ਆਪਸ 'ਚ ਗੱਲਾਂ ਕਰਨ, ਲੈ ਸਾਨੂੰ ਤਾਂ ਬ੍ਰੈਡ ਪਕੌੜੇ ਮਿਲੇ ਹੀ ਨਹੀਂ, ਮੇਰੇ ਪੋਤੇ ਪੋਤੀਆਂ ਨੂੰ ਤਾਂ ਬ੍ਰੈਡ ਪਕੌੜੇ ਮਿਲੇ ਹੀ ਨਹੀਂ। ਪੋਤੇ ਪੋਤੀਆਂ ਕੀ ਕਰਨਾ ਹੈ? ਬ੍ਰੈਡ ਪਕੌੜੇ ਖਾਣਾ ਹੈ। ਤੁਸੀਂ ਕੀ ਕਰਨਾ ਹੈ? ਬ੍ਰੈਡ ਪਕੌੜੇ ਖਾਣਾ ਹੈ। ਹੁਣ ਜੇ ਬ੍ਰੈਡ ਪਕੌੜਿਆਂ ਵਾਸਤੇ ਤੁਸੀਂ ਬਹਿਸ ਕਰਦੇ ਹੋ ਆਪਸ ਦੇ ਵਿੱਚ, ਹੌਟ ਡਿਸਕਸ਼ਨਸ ਕਰਦੇ ਨੇ, ਸਾਨੂੰ ਬ੍ਰੈਡ ਪਕੌੜੇ ਨਹੀਂ ਮਿਲੇ, ਤੇ ਕੀ ਤੁਹਾਡੀ ਸੋਚ ਹੈ? ਇਹ ਲੋਕਾਂ ਦੀ ਕੀ ਸੋਚ ਹੈ? ਕੀ ਬਦਲਾਅ ਦੀ ਉਮੀਦ ਰੱਖਾਂਗੇ? ਉਹ ਮੰਤਰੀ ਸਾਹਿਬ ਬੋਲ ਰਹੇ ਨੇ, ਅਸੀਂ ਬਦਲਾਅ ਲਿਆਉਣਾ ਚਾਹੁੰਦੇ ਹਾਂ, ਅਸੀਂ ਨਵੀਂ ਗੱਲ ਲਿਆਉਣਾ ਚਾਹੁੰਦੇ ਹਾਂ, ਅਸੀਂ ਨਵੀਂ ਸੋਚ ਲਿਆਉਣਾ ਚਾਹੁੰਦੇ ਹਾਂ, ਤੇ ਉਹ ਜਿਨ੍ਹਾਂ ਨੂੰ ਸੁਣਾਉਂਦੇ ਪਏ ਨੇ ਉਹ ਬ੍ਰੈਡ ਪਕੌੜਿਆਂ ਵਾਸਤੇ ਲੜੀ ਜਾਂਦੇ ਨੇ। ਇੱਕ ਤੁਹਾਨੂੰ ਦੱਸਾਂ ਗੱਲ ਹੋਰ, ਇਹ ਪਤਾ ਕੀ ਹੁੰਦਾ, ਜਦੋਂ ਕੋਈ ਨੁਮਾਇੰਦਾ ਜਾਂ ਪਾਰਟੀ ਦਾ ਲੀਡਰ ਬੋਲਦਾ ਵਾ ਵੋਟਾਂ ਦੇ ਬਾਰੇ, ਤੇ ਜਿਹੜੇ ਉੱਥੇ ਬੈਠੇ ਹੁੰਦੇ ਆ ਨਾ, ਉਹ ਹਾਰਡ ਹੁੰਦੇ ਆ, ਪੈਸੇ ਨਾਲ ਲਿਆਂਦੇ ਗਏ ਹੁੰਦੇ ਆ, ਆਮ ਲੋਕ ਨਹੀਂ ਆਉਂਦੇ। ਉਹ ਖਾਣ ਵਾਲੇ ਲੋਕ ਹੁੰਦੇ ਆ, ਜਿਹਨੂੰ ਪਹਾੜੇ ਦੇ ਟੱਟੂ ਕਹਿ ਜਾਂਦੇ ਆ, ਉਹ ਆਏ ਹੁੰਦੇ ਆ। ਜਿਹੜੇ ਚੰਗੇ ਲੋਕ ਆ, ਸੂਝਵਾਨ ਲੋਕ ਤਾਂ ਆਉਂਦੇ ਹੀ ਨਹੀਂਗੇ। ਜਿਨ੍ਹਾਂ ਵੋਟ ਪਾਉਣੀ ਆ ਉਹ ਘਰੇ ਬੈਠੇ, ਉਹਨਾਂ ਨੂੰ ਪਤਾ, ਉਹ ਲੋਕਾਂ ਨੂੰ ਜੰਮ ਘੱਟੇ 'ਚ ਜਾ ਕੇ ਤੇ ਮਿੱਟੀ ਘੱਟਾ ਮੂੰਹ ਤੇ ਨਹੀਂ ਪਾਉਣਾ ਚਾਹੁੰਦੇ, ਤੇ ਨਾ ਉਹ ਬ੍ਰੈਡ ਖਾਂਦੇ ਆ। ਬ੍ਰੈਡ ਖਾਣ ਵਾਲੇ ਤੇ ਟੁਕੜੇ ਖਾਣ ਵਾਲੇ ਹੋਰ ਹੁੰਦੇ ਆ। ਉਹਨਾਂ ਨੂੰ ਪਤਾ ਹੁੰਦਾ, ਉਹਨਾਂ ਪਤਾ ਇਹ ਵੀ ਪਤਾ ਨਹੀਂ ਵੋਟ ਕਿਹਨੇ ਪਾਉਣੀ ਆ। ਜਿਨ੍ਹਾਂ ਕੋਲ ਸ਼ਰਾਬ ਦੀਆਂ ਪੇਟੀਆਂ ਜਾਂਦੀਆਂ, ਉਹ ਤੁਹਾਨੂੰ ਨਹੀਂ ਪਤਾ ਕਿੱਧਰ ਵੋਟ ਪਾਉਣੀ, ਉਹ ਬੋਤਲ ਅੰਦਰ ਚਾੜ ਕੇ ਮੁੜ ਕੇ ਗਾਲਾਂ ਕੱਢਦੇ ਆ ਵੀ ਸਾਨੂੰ ਇਹ ਕੀ ਦੇ ਦਿੱਤਾ। ਔਰ ਜਿਹੜੇ ਪੈਸਾ ਲੈਂਦੇ ਉਹ ਵੀ ਜੇਬ 'ਚ ਪਾ ਕੇ ਪੈਸਾ, ਇਹਨਾਂ ਵੱਲ ਨਹੀਂ ਹੁੰਦੇ। ਇਹ ਪਤਾ ਕੀ ਹੈਗਾ, ਅੰਦਰ ਕੌਣ ਦੇਖਦਾ ਕਿਹਨੂੰ ਪਾ ਦੇਣੀ ਆ ਵੋਟ? ਜਿਹਨੂੰ ਪਾਉਣੀ ਆ ਉਹ ਤਾਂ ਉਹਨੂੰ ਹੀ ਪਤਾ ਵਾ ਜਿਹਦੇ ਕੋਲ ਵੋਟ ਜਾਣੀ ਹੈ। ਜਦੋਂ ਗਿਣਤੀ ਹੋਈ ਇਹ ਹਾਂਜੀ ਮੈਂ ਪਾ ਦਾਂਗੇ ਜੀ, ਪਾ ਦਾਂ, ਸਾਡੀ 50 ਵੋਟਾਂ ਜੀ ਸਾਡੇ ਭੈਣ ਭਰਾਵਾਂ ਦੀ, ਪਾ ਦਾਂਗੇ ਜੀ, ਪਾ ਦਾਂਗੇ। ਇਹਦੇ ਨਾਲ ਪੈ ਜਾਣਗੀਆਂ। ਤੁਹਾਡੇ ਭੈਣ ਭਰਾ ਤੁਹਾਡੇ ਤੇ ਬਹੁਤੇ ਮਨਸਰ ਨਹੀਂ, ਔਰ ਨਾ ਤੁਹਾਡੇ ਤੇ ਸਹਿਮਤ ਆ, ਉਹ ਤੁਹਾਡੀ ਥੋੜੀ ਗੱਲ ਮੰਨਣਗੇ। ਤੁਹਾਡੀ ਵੋਟ ਹੈ ਜਿਹਨੂੰ ਪਾ ਸਕਦੇ ਜੇ। ਕੀ ਪਤਾ ਤੁਹਾਡੀ ਵਾਈਫ ਨੇ ਕਿੱਧਰ ਪਾਉਣੀ ਹੈ, ਕੀ ਪਤਾ ਤੁਹਾਡੇ ਬੱਚਿਆਂ ਨੇ ਕਿੱਧਰ ਪਾਉਣੀ ਹੈ। ਇੱਕ ਵਾਰੀ ਇੱਕ ਸਿਆਸੀ ਨੇਤਾ ਨੇ ਕਿਹਾ ਸੀ ਜੀ, ਬੜੇ ਵਧੀਆ ਲੈਵਲ ਤੇ ਗੱਲ ਹੋਈ ਸੀ, ਕੋਈ ਨੋਟ ਦਿੰਦਾ ਨਾ, ਕੋਈ ਪੈਸੇ ਦਿੰਦਾ ਨਾ, ਲੈ ਲਓ, ਕੋਈ ਬੋਤਲ ਦਿੰਦਾ, ਵਿਸਕੀ ਦਿੰਦਾ, ਲੈ ਲਓ, ਮਨਾ ਨਹੀਂ ਕਰਨਾ, ਪਰ ਵੋਟ ਸਾਨੂੰ ਪਾਈਓ। ਮਤਲਬ ਖਾਣਾ ਪੀਣਾ ਹਰ ਪਾਸੇ ਰੱਖੋ, ਵੋਟ ਸਾਨੂੰ ਪਾਈਓ। ਦੇਖੋ ਇਹ ਵੀ ਨਸੀਹਤ ਦੇਣ ਵਾਲੇ ਬੈਠੇ ਨੇ। ਪਰ ਸਵਾਲ ਇਹ ਹੈ, ਇਹ ਪੈਸਾ, ਇਹ ਸ਼ਰਾਬ, ਇਹ ਦੌਰ ਕਿਉਂ ਚੱਲਦੇ ਨੇ? ਡੈਮੋਕ੍ਰੇਸੀ, ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੀਆਂ ਚੀਜ਼ਾਂ ਨੇ। ਔਰ ਅੱਜ ਵੀ ਆਜ਼ਾਦੀ ਦੇ 75 ਸਾਲਾਂ ਬਾਅਦ ਸਾਡੇ ਦੇਸ਼ ਦੇ ਲੋਕਾਂ ਦੀ ਸਥਿਤੀ ਇਹ ਹੈ ਕਿ ਅਸੀਂ ਪੈਸੇ ਤੇ ਦਾਰੂ ਦੇ ਉੱਤੇ, ਵਿਸਕੀ ਦੇ ਉੱਤੇ ਵਿਕ ਜਾਂਦੇ ਹਾਂ, ਤੇ ਆਪਣੀ ਵੋਟ, ਜੋ ਲੋਕਤੰਤਰ ਦੀ ਸਭ ਤੋਂ ਪਵਿੱਤਰ ਪ੍ਰਕਿਰਿਆ ਹੈ ਸਾਡੀ ਵੋਟ, ਉਸ ਦਾ ਅਸੀਂ ਗਲਤ ਇਸਤੇਮਾਲ ਕਰਦੇ ਹਾਂ ਔਰ ਕਿਸੇ ਉਸ ਨੂੰ ਦੇ ਦਿੰਦੇ ਹਾਂ ਜੋ ਯੋਗ ਨਹੀਂ ਹੁੰਦਾ, ਔਰ ਬਾਅਦ ਵਿੱਚ ਫਿਰ ਪਿੱਟਦੇ ਹਾਂ, ਅੱਖਾਂ 'ਚ ਘਸੁੰਨ ਦੇ ਕੇ ਰੋਂਦੇ ਹਾਂ, ਆਹ ਕੀ ਹੋ ਗਿਆ, ਉਹਨੇ ਆਹ ਕਰ ਲਿਆ, ਉਹਨੇ ਘਪਲੇ ਕਰ ਲਏ, ਉਹ ਲੁੱਟ ਕੇ ਖਾ ਗਿਆ ਪੰਜਾਬ ਨੂੰ। ਹੁਣ ਦੱਸੋ ਫਿਰ ਗਲਤੀ ਕਿਹਦੀ? ਚੁਣਿਆ ਕਿਹਨੇ? ਤੁਸੀਂ ਤਾਂ ਬ੍ਰੈਡ ਪਕੌੜਿਆਂ ਵਿੱਚ ਲੜੀ ਜਾਂਦੇ ਹੋ, ਤੇ ਤੁਸੀਂ ਦੇਸ਼ ਵਾਸਤੇ ਤੇ ਸੂਬੇ ਵਾਸਤੇ ਕੀ ਨਵੀਂ ਸੋਚ ਰੱਖਣੀ ਹੈ? ਅਸਲ 'ਚ ਜਿੰਨੇ ਵੀ ਨੀਤੀਵਾਨ ਜਾਂ ਜਿਹੜੇ ਸੂਝਵਾਨ ਲੋਕ ਆ ਨਾ, ਉਹ ਇਸ ਮਸਲੇ ਵਾਲੇ ਪਾਸੇ ਘੱਟ ਆਉਂਦੇ ਆ। ਉਹ ਲੋਕ ਆਉਂਦੇ ਆ ਜਿਹੜੇ ਜੰਮ ਘਟਾ ਉਹਨਾਂ ਲੋਕਾਂ ਦਾ ਹੁੰਦਾ, ਜਿਹੜੇ ਬਹੁਤ ਗਰੀਬ ਵੀ ਆ, ਜਿਹੜੇ ਲੋੜਵੰਦ ਵੀ ਆ। ਇਹ ਜਦੋਂ ਛਾਲਾਂ ਮਾਰਦੇ ਉਹਨਾਂ ਦੇ ਸਿਰ ਤੇ ਆ, ਉਹ ਬੰਦੇ ਹੈਗੇ। ਜੇ ਅਸੀਂ ਕੇਂਦਰ ਸਰਕਾਰ ਦੀ ਗੱਲ ਕਰੀਏ, ਸੈਂਟਰ ਦੀ ਗੱਲ ਕਰੀਏ, ਉਹਦੇ ਵਿੱਚ ਵੀ ਇਹੀ ਕੰਮ ਹੈਗਾ, ਸਭ ਜਗ੍ਹਾ ਹੈ। ਉਹ ਹਰ ਵਾਰੀ ਜਿੱਤਣ ਦਾ ਇਹ ਮਨਸੂਬਾ ਨਹੀਂ ਹੁੰਦਾ ਕਿ ਹਰ ਵਾਰੀ ਤੁਸੀਂ ਵੋਟ ਪਾਉਂਦੇ। ਉਹਦੇ 'ਚ ਵੀ ਕਈ ਕਿਆਸ ਆਈਆਂ, ਉਹਦੇ ਵਿੱਚ ਵੀ ਕਈ ਊਣਤਾਂ ਆਈਆਂ,
ਜਿਹੜੀਆਂ ਉਹਨਾਂ ਨੂੰ ਬਣਾਉਂਦੀਆਂ। ਉਹਨਾਂ ਨੂੰ ਪਤਾ ਹੁੰਦਾ ਕਿਸ ਏਰੀਏ 'ਚੋਂ ਅਸੀਂ ਵੋਟ ਖਰੀਦਣੀ ਆ ਔਰ ਉੱਥੇ ਪੈਸਾ ਚੱਲਦਾ। ਜੇ ਸਾਡੇ MP ਵਿਕ ਜਾਂਦੇ ਆ, ਜਦੋਂ ਪ੍ਰਾਈਮ ਮਿਨਿਸਟਰ ਬਣਨਾ ਹੋਵੇ ਜਾਂ ਜਦੋਂ ਮੁੱਖ ਮੰਤਰੀ ਬਣਨਾ ਹੋਵੇ, ਵਿਧਾਨ ਸਭਾ ਦੇ MLA, ਉਹਨਾਂ ਦਾ ਰੇਟ ਬਣ ਜਾਂਦਾ। ਜਿੱਦਾਂ ਘੋੜੇ ਨਹੀਂ ਵੇਚਣੇ ਹੁੰਦੇ ਉਸੇ ਤਰ੍ਹਾਂ ਹੁੰਦੇ ਆ, ਜਿੱਦਾਂ ਘੋੜੇ ਖੋਤੇ ਵੇਚਣੇ, ਉਹੀ ਗੱਲ ਪੈਸਾ ਜਾਂਦਾ। ਇਹ ਗੱਲ ਹੈਗੀ। ਅਤੇ ਇੱਥੇ ਵੀ ਕੀ ਲੋਕਤੰਤਰ ਆ, ਕੀ ਸੰਵਿਧਾਨ ਅਤੇ ਕੀ ਲੋਕਾਂ ਦੀ ਨੀਤੀ ਆ, ਇਹ ਹੁੰਦਾ ਇਹ ਜੰਮ ਕਟਾ ਅਤੇ ਇਹਨੂੰ ਮੂਰਖਵਾਦ ਕਹਿ ਦਿਓ। ਅਸੀਂ ਤਾਂ ਦੇਖ ਹੀ ਚੁੱਕੇ ਹਾਂ। ਇਸ ਗੱਲ ਦੇ ਨਾਲ ਸਮੇਟ ਕੇ ਅਗਲੇ ਮੁੱਦੇ ਤੇ ਚੱਲਦੇ ਹਾਂ। ਅਸੀਂ ਤਾਂ ਦੇਖ ਹੀ ਸਕਦੇ ਹਾਂ ਔਰ ਦੇਖ ਚੁੱਕੇ ਹਾਂ ਕਿ ਲੋਕਾਂ ਨੇ ਵੋਟ ਦੇ ਕੇ ਇੱਕ ਪਾਰਟੀ ਨੂੰ ਜਿਤਾਇਆ, ਇੱਕ MLA ਨੂੰ ਜਿਤਾਇਆ, ਤੇ ਜਿਹੜੀ ਪਾਵਰਫੁਲ ਪਾਰਟੀ ਸੀ ਉਹ ਉਹਨੂੰ ਖਰੀਦ ਕੇ ਆਪਣੇ ਵੱਲ ਲੈ ਗਈ ਤੇ ਆਪਣੀ ਸਰਕਾਰ ਬਣਾ ਲਈ। ਜਿਹੜੀ ਪਾਰਟੀ ਲੋਕਾਂ ਨੇ ਜਿਤਾਈ ਉਹ ਹਾਰ ਗਈ, ਸਹੀ ਗੱਲ, ਉਹ ਸਰਕਾਰ ਨਹੀਂ ਬਣਾ ਸਕੀ। ਤੇ ਜਿਹੜੀ ਹਾਰੀ ਹੋਈ ਪਾਰਟੀ ਹੈ ਉਹ ਪੈਸਿਆਂ ਦੇ ਨਾਲ ਲੋਕਾਂ ਨੂੰ ਖਰੀਦ ਕੇ, ਮੰਤਰੀਆਂ ਨੂੰ ਖਰੀਦ ਕੇ, MPਆਂ ਨੂੰ ਖਰੀਦ ਕੇ ਆਪਣੇ ਵੱਲ ਲੈ ਗਈ ਤੇ ਆਪਣੀ ਸਰਕਾਰ ਬਣਾ ਕੇ ਬੈਠ ਗਈ। ਤੇ ਫਿਰ ਲੋਕਾਂ ਦਾ ਵੋਟ ਦੇਣ ਦਾ ਕੀ ਮਤਲਬ, ਉਹ ਡੈਮੋਕ੍ਰੇਸੀ ਦਾ ਕੀ ਮਤਲਬ, ਲੋਕਾਂ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ। ਸੋ ਬਲਕਾਰ ਜੀ ਆਪਾਂ ਅੱਗੇ ਚੱਲਦੇ ਹਾਂ। ਜ਼ਰੂਰ। ਬਿਲਕਿਸ ਬਾਨੋ ਕਤਲ ਕੇਸ, ਉਹਦੇ 'ਚ ਜੋ ਰੇਪਿਸਟ ਨੇ ਉਹਨਾਂ ਦੀ ਜਾਂਚ ਔਰ ਉਹਨਾਂ ਦੀ ਸੁਣਵਾਈ 11 ਜੁਲਾਈ ਤੱਕ ਮੁਲਤਵੀ ਹੋ ਗਈ, ਪੋਸਟਪੋਨ ਹੋ ਗਈ ਹੈ। ਇਹ ਗੁਜਰਾਤ ਦੇ ਵਿੱਚ ਸੂਰਤ ਦਾ ਏਰੀਆ ਤੇ ਬਾਕੀ ਜਿਹੜਾ ਗੁਜਰਾਤ ਦਾ ਟੋਟਲ ਏਰੀਆ, ਇਹ 2002 'ਚ ਬੜੇ ਵੱਡੇ ਹੰਗਾਮੇ, ਬੜੇ ਵੱਡੇ ਤਸ਼ੱਦਦ ਹੋਏ ਔਰ ਇਹ ਮਸਲਾ ਜਿਹੜਾ ਹੈ ਇਹ ਪੂਰਾ ਵਿਸ਼ਵ ਦੀ ਖਿੱਚ ਦਾ ਕੇਂਦਰ ਬਣ ਗਿਆ। ਬਿਲਕਿਸ ਬਾਨੋ ਦਾ ਰੇਪ ਹੋਇਆ, ਉਹਦਾ ਬੱਚਾ ਮਾਰਿਆ ਗਿਆ, ਪੇਟ ਸੀਗਾ ਉਹਦੇ, ਬਾਕੀ ਫੈਮਿਲੀ ਮਾਰ ਦਿੱਤੀ ਗਈ ਔਰ ਇਹਦੇ ਵਿੱਚ ਉਦੋਂ ਰਾਜਨੀਤੀ ਦੇ ਜਿਹੜੇ ਪੈਰੋਕਾਰ ਸੀਗੇ ਉਹਨਾਂ ਨੇ ਇਹਦੇ ਵੱਲ ਬਹੁਤਾ ਆਪਣਾ ਧਿਆਨ ਨਹੀਂ ਦਿੱਤਾ। ਪਰ ਉਹਦੇ ਵਿੱਚ ਜਦੋਂ ਜੁਡੀਸ਼ੀਅਲ ਮਾਮਲਾ ਬਣ ਗਿਆ, ਜਦੋਂ ਅਦਾਲਤ ਦੇ ਵਿੱਚ ਚਲੇ ਗਿਆ, ਅਦਾਲਤ ਨੇ ਵੀ ਇਹਨੂੰ ਬਹੁਤ ਲਮਕਾਇਆ। ਹੁਣ 2023 ਚੱਲ ਰਿਹਾ ਤਾਂ 2002 ਤੋਂ ਬਾਅਦ ਦੇਖ ਲਓ ਕਿੱਥੋਂ ਦਾ ਕਿੱਥੋਂ ਜਾਂਦਾ ਗਿਆ। ਪਰ ਉਹਦੇ ਵਿੱਚ 11 ਜਿਹੜੇ ਆਰੋਪੀ ਸੀਗੇ ਉਹ ਉਹਨਾਂ ਨੇ ਛੱਡ ਦਿੱਤੇ। ਉਹਨਾਂ ਨੂੰ ਪਹਿਲਾਂ ਤਾਂ ਬਹੁਤ ਛੁੱਟੀਆਂ ਦਿੱਤੀਆਂ ਉਹਨਾਂ ਨੂੰ ਔਰ ਉਹ ਬਣਦੀਆਂ ਵੀ ਨਹੀਂ ਕਿ ਵੀ ਜਦੋਂ ਵੀ ਮਰਜ਼ੀ ਜਾ ਸਕਦੇ ਆ। ਉਹ ਕੋਈ ਨਾ ਕੋਈ ਬਹਾਨਾ ਲਾ ਲੈਂਦੇ, ਕੁੜੀ ਦਾ ਵਿਆਹ, ਮੁੰਡੇ ਦਾ ਵਿਆਹ, ਬਾਪੂ ਮਰ ਗਿਆ, ਭੂਆ ਮਰ ਗਈ, ਫੁੱਫੜ ਮਰ ਗਿਆ, ਉਹ ਕਰਕੇ ਛੁੱਟੀਆਂ ਲੈ ਗਏ। ਉਹਦੇ 'ਤੇ ਵੀ ਜਾਚਕਾ ਦਾਇਰ ਹੋਈਆਂ। ਹੁਣ ਆਹ ਜਾਚਕਾ ਜਿਹੜੀ ਦੁਬਾਰਾ ਹੋਈ ਹੈ ਵੀ 11 ਬੰਦੇ ਕਿਸ ਬਣਾ 'ਤੇ ਕਿਸ ਆਧਾਰ 'ਤੇ ਛੱਡ ਦਿੱਤੇ ਗਏ ਆ, ਉਹਦੇ ਅਗੇਂਸਟ ਜਿਹੜਾ ਜਾਚਕਾ ਗਈ ਆ ਉਹ ਮੁਲਤਵੀ ਕਰਕੇ ਉਹਨਾਂ ਨੇ ਅੱਗੇ ਪਾ ਦਿੱਤੀ ਹੈ 13 ਨੂੰ। ਉਹਦਾ ਹੁਣ ਅੱਗੇ ਫੈਸਲਾ ਹੋਏਗਾ ਔਰ ਉਸ ਫੈਸਲੇ 'ਤੇ ਵੀ ਵੇਖੋ ਕੀ ਜੁਡੀਸ਼ਰੀ ਕਰਦੀ ਹੈ। ਪਰ ਅੱਗੇ ਤਾਂ ਉਹਨਾਂ ਨੇ ਜੋ ਚੰਦ ਚੜਾਤਾ ਪਤਾ ਹੀ ਹੈਗਾ ਕਿ ਇੱਕ ਔਰਤ ਆ ਜਿਹੜੀ ਵਿਚਾਰੀ ਬਿਲਕੁਲ ਬੇਬਸ ਔਰਤ ਆ ਔਰ ਜਿਹਨੂੰ ਇਸ ਦੇਸ਼ 'ਚੋਂ ਜਿਹੜੇ ਅਲਵਿਦਾ ਕਹਿਤਾ, ਉਹਦੀ ਜਾਨ ਨੂੰ ਖਤਰਾ ਕਰਕੇ ਮਾਰ ਹੀ ਦਿੱਤਾ ਔਰ ਉਹਦੀ ਬੇਇੱਜ਼ਤੀ ਕੀਤੀ ਹੈ, ਰੇਪ ਕੀਤਾ ਔਰ ਉਹ ਬੰਦੇ ਬਿਲਕੁਲ ਸੁਰਖਰੂ ਤਰੀਕੇ ਨਾਲ ਬਾਹਰ ਆ ਗਏ। ਔਰ ਇਹ ਗੱਲ ਜੇ ਅਸੀਂ ਬਾਹਰਲੇ ਸੂਬਿਆਂ ਦੀ ਕਰੀਏ ਜਾਂ ਬਾਹਰਲੇ ਦੇਸ਼ਾਂ ਦੀ ਕਰੀਏ, ਮੁਸਲਿਮ ਕੰਟਰੀ ਦੇ ਵਿੱਚ ਜਿੰਨੇ ਵੀ ਸਜ਼ਾ ਯਾਫਤਾ ਲੋਕ ਆ ਬੜੀ ਸਖਤ ਸਜ਼ਾ ਹੈਗੀ ਆ ਔਰ ਉਹ ਬਾਹਰ ਜਿਹੜੇ ਮੁਸਲਮਾਨ ਕੰਟਰੀ ਆ। ਔਰ ਤੁਸੀਂ ਉੱਥੇ ਦੇਖੋ ਕੋਈ ਅਪਰਾਧ ਨਹੀਂ ਹੁੰਦਾ। ਤੁਸੀਂ ਕਦੀ ਦੁਬਈ ਸੁਣਿਆ ਕੋਈ ਉੱਥੇ ਆਹ ਅਪਰਾਧ ਹੋ ਗਿਆ? ਕਤਰ, ਦੋਹਾ ਕਦੀ ਸੁਣਿਆ ਕੋਈ ਇਦਾਂ ਦਾ ਗੱਲ ਹੋਏ? ਇਰਾਨ ਇਰਾਕ 'ਚ ਕਦੀ ਇਦਾਂ ਦੀ ਗੱਲ ਹੁੰਦੀ? ਸਜ਼ਾ ਬੜੀ ਸਖਤ ਆ। ਸਾਡੇ ਲੋਕਤੰਤਰ ਆ, ਸਾਡੀ ਜੁਡੀਸ਼ਰੀ ਆ ਗਈ, ਗਵਾਹ ਮੁੱਕਰ ਗਏ ਜੀ, ਫਿਰ ਉਹਦੇ ਵਿੱਚ ਜੱਜ ਕੀ ਕਰੂਗਾ? ਜੁਡੀਸ਼ਰੀ ਦਾ ਜਿਹੜਾ ਬੈਂਚ ਬਣਿਆ ਉਹ ਕੀ ਕਰੂਗਾ? ਇਹ ਮਸਲਾ ਚੱਲਦਾ ਕਈ ਗਵਾਹ ਮਰ ਗਏ, ਕਈ ਵਿਚਾਰੇ ਜਿਹੜੇ ਆ ਜਿਨ੍ਹਾਂ ਦੇ ਆਰੋਪੀ ਆ, ਜਿਹੜੇ ਪੀੜਤ ਆ, ਉਹ ਮਰ ਗਏ ਔਰ ਕੇਸ ਚੱਲਦਾ ਕਿੰਨੇ ਸਾਲਾਂ ਦਾ ਕਿਤੇ ਦਾ ਕਿਤੇ ਪਹੁੰਚਿਆ, ਅਜੇ ਵੀ ਕਿਸੇ ਸਿੱਟੇ 'ਤੇ ਨਹੀਂ ਪਹੁੰਚਿਆ। ਇਹ ਸਾਡਾ ਲੋਕਤੰਤਰ ਹੈ, ਇਹ ਸਾਡਾ ਸੰਵਿਧਾਨ ਆ, ਇਹ ਸਾਡੀ ਜੁਡੀਸ਼ਰੀ ਹੈ। ਬਿਲਕੁਲ। ਬਿਲਕਿਸ ਬਾਨੋ ਦਾ ਕੇਸ ਆਪਾਂ ਆਪਣੇ ਇਸ ਪਲੇਟਫਾਰਮ ਤੋਂ ਕਈ ਵਾਰ ਡਿਸਕਸ ਕਰ ਚੁੱਕੇ ਹਾਂ। ਸੋ ਔਰਤਾਂ ਦੇ ਖਿਲਾਫ ਜੋ ਸਾਡੀ ਇੱਜ਼ਤ ਹੋਣੀ ਚਾਹੀਦੀ ਹੈ ਸੰਵਿਧਾਨ ਦੇ ਮੁਤਾਬਿਕ, ਸਾਡੇ ਸੰਸਕਾਰਾਂ ਦੇ, ਕਲਚਰ ਦੇ ਮੁਤਾਬਿਕ, ਜੀ ਇਹ ਸਭ ਦੇਖਦੇ ਹੋਏ ਔਰ ਉਹਦੇ ਬਾਰੇ ਵੀ ਜੋ ਐਕਟਿਵਿਸਟ ਨੇ ਉਹ ਗੱਲ ਕਰਦੇ ਨੇ, ਜੋ ਸਮਾਜ ਸੁਧਾਰਕ ਨੇ ਉਹ ਗੱਲ ਕਰਦੇ ਨੇ। ਸੋ ਕਿੱਥੇ ਖੜੇ ਹਾਂ, ਬਿਲਕੁਲ ਸਾਡੀ ਸੋਚ ਕਿੱਥੇ ਖੜੀ ਹੈ ਔਰ ਧਰਮ ਦੇ ਨਾਂ ਦੇ ਉੱਤੇ ਕੀ ਕੁਝ ਹੁੰਦਾ ਪਿਆ ਸਾਡੇ ਮੁਲਕ ਦੇ ਵਿੱਚ, ਇਹ ਉਹਦੀ ਜਿਉਂਦੀ ਜਾਗਦੀ ਐਗਜ਼ਾਮਪਲ ਹੈ ਕਿ ਦੂਸਰੇ ਧਰਮ ਦੇ ਲੋਕਾਂ ਦੇ ਉੱਤੇ ਜੋ ਤਸ਼ੱਦਦ ਹੁੰਦਾ ਹੈ ਜਾਂ ਆਪਸ ਦੇ ਵਿੱਚ ਇੱਕ ਧਰਮ ਦੂਜੇ ਧਰਮ ਆਪਸ ਦੇ ਵਿੱਚ ਜੋ ਤਸ਼ੱਦਦ ਦੇ ਲੋਕ ਹੈ ਨਾ, ਜਿਨ੍ਹਾਂ ਨੂੰ ਜਿਹੜਾ ਤਸ਼ੱਦਦ ਹੈ ਇਹ ਠੀਕ ਨਹੀਂ ਹੈ। ਇਹ ਡੈਮੋਕ੍ਰੇਸੀ ਵਾਸਤੇ ਵੀ ਠੀਕ ਨਹੀਂ ਔਰ ਇਨਸਾਨੀਅਤ ਵਾਸਤੇ ਵੀ ਠੀਕ ਨਹੀਂ, ਕਿਉਂਕਿ ਧਰਮ ਇਹ ਥੋੜਾ ਸਿਖਾਉਂਦਾ ਹੈ ਕਿ ਦੂਜੇ ਧਰਮ ਨੂੰ ਤੁਸੀਂ ਜਾ ਕੇ ਟੌਰਚਰ ਕਰੋ। ਧਰਮ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ। ਇਹ ਆਂਦੇ ਵੀ ਧਰਮ ਕਦੀ ਆਪੋ ਵਿੱਚ ਲੜਾਈ ਕਰਨ ਦਾ ਕਦੀ ਨਹੀਂ। ਇਕਬਾਲ ਦਾ ਸ਼ੇਰ ਹੈ ਬਹੁਤ ਲੰਬਾ, ਵੀ ਧਰਮ ਨੇ ਕਦੀ ਇਦਾਂ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ, ਹਿੰਦੀ ਹੈ ਹਮ ਵਤਨ ਹੈ ਹਿੰਦੁਸਤਾਨ ਹਮਾਰਾ। ਸੋ ਗੁਜਰਾਤ ਦੇ ਵਿੱਚ ਲਾਪਤਾ ਔਰਤਾਂ ਦੇ ਮਾਮਲੇ ਦੇ ਵਿੱਚ ਸ਼ਿਵ ਸੈਨਾ ਨੇ ਮੋਦੀ ਜੀ ਨੂੰ ਘੇਰਿਆ। ਇਹ ਮਾਮਲਾ ਕੀ, ਕਿਉਂਕਿ ਇਹ ਬਿਲਕਿਸ ਬਾਨੋ ਜੀ ਦੇ ਕੇਸ ਦੇ ਨਾਲ ਹੀ ਮਿਲਦਾ ਜੁਲਦਾ ਮਾਮਲਾ ਹੈ। ਇਹ ਤੁਸੀਂ ਗੁਜਰਾਤ ਦੀ ਨਾਲ ਜੁੜਦੀ ਗੱਲ ਕਰ ਲਈ ਹੈ। ਇਹਦੇ ਵਿੱਚ ਜਿਹੜੀ ਆਪੋਜੀਸ਼ਨ ਤਾਂ ਜਿਹੜੇ ਬਾਕੀ ਪੈਰੋਕਾਰ ਨੇ ਉਹਨਾਂ ਨੇ ਇਹਨਾਂ ਦੇ ਲਈ ਜਿਹੜੀ ਆ ਇਸ ਵੇਲੇ ਰੂਲਿੰਗ ਪਾਰਟੀ ਜਿਹੜੀ ਕੇਂਦਰ 'ਚ ਬੈਠੀ ਆ
ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਘੱਟੋ ਘੱਟ 1 ਲੱਖ ਔਰਤ ਲਾਪਤਾ ਹੋਈ ਹੈ ਔਰ ਉਹਦੇ ਵਿੱਚ ਰੋਜ਼ ਦਿਹਾੜੀ 70 ਔਰਤਾਂ ਜਿਹੜੀਆਂ ਲਾਪਤਾ ਹੋ ਰਹੀਆਂ। ਕਿੱਧਰ ਜਾ ਰਹੀਆਂ, ਕੌਣ ਲਿਜਾ ਰਿਹਾ, ਸਿਕਿਉਰਿਟੀ ਕੀ ਕਰਦੀ ਹੈ, ਕਿਸ ਬਾਰਡਰ ਤੇ ਲੈ ਕੇ ਚਲੇ ਜਾਂਦੇ ਆ। ਔਰ ਇਹ ਮਸਲਾ ਬੜਾ ਗੰਭੀਰ ਆ ਜੇ ਵੇਖਿਆ ਜਾਵੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਕੱਲੇ ਗੁਜਰਾਤ 'ਚ ਕਿਉਂ ਹੁੰਦਾ, ਬਾਕੀ ਸੂਬਿਆਂ 'ਚ ਕਿਉਂ ਨਹੀਂ ਹੁੰਦਾ। ਪੰਜਾਬ ਇੱਕ ਐਸਾ ਸੂਬਾ ਵਾ ਜਿੱਥੇ ਪਹਿਲੋਂ ਅਬਦਾਲੀ ਤੇ ਨਾਦਰ ਵਰਗੇ ਜਦੋਂ ਇੱਥੋਂ ਲੈ ਕੇ ਜਾਂਦੇ ਸੀ, ਹਮਲਾ ਕਰਦੇ ਸੀ ਤੇ ਇੱਥੋਂ ਚੁੱਕ ਕੇ ਲੈ ਜਾਂਦੇ ਸੀ ਬੱਚਿਆਂ ਨੂੰ, ਔਰਤਾਂ ਨੂੰ ਲੈ ਕੇ ਤੇ ਕਾਬਲ ਦੇ ਏਰੀਆ 'ਚ ਜਾ ਕੇ ਵੇਚਦੇ ਸੀਗੇ। ਉਹ ਤੋਂ ਬਾਅਦ ਜਦੋਂ ਇਹ ਲੰਘਦੇ ਇੱਧਰ ਪੰਜਾਬ ਵੱਲ ਦੇ ਸੀ, ਦਾਰਾ ਖੈਬਰ ਇੱਧਰ ਖੁੱਲ੍ਹਦਾ, ਇੱਥੇ ਖੋਹ ਲਿਆ ਜਾਂਦਾ ਸੀ ਉਹਨਾਂ ਦੇ ਘੋੜਿਆਂ ਦੀਆਂ ਟਾਪਾਂ ਬੰਦ ਕਰ ਦਿੱਤੀਆਂ ਜਾਂਦੀਆਂ ਸੀ, ਉਹਨਾਂ ਦੀ ਮਾਰ ਧਾੜ ਹੁੰਦੀ ਸੀਗੀ ਔਰ ਉਹਦੇ ਵਿੱਚ ਸਾਰਾ ਕੁਝ ਇੱਥੋਂ ਖੋਹ ਕੇ ਰੱਖ ਲਿਆ ਜਾਂਦਾ ਸੀ। ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਉੱਥੇ ਦਰਵਾਜ਼ੇ ਨੇ, ਉਹਦੇ ਵਿੱਚ ਉਹ ਦਰਵਾਜ਼ੇ ਸੋਮਨਾਥ ਮੰਦਿਰ ਤੋਂ ਲਿਆਂਦੇ ਸੀ ਔਰ ਖਾਲਸਿਆਂ ਨੇ ਇੱਥੇ ਖੋਹ ਕੇ ਰੋਕ ਕੇ ਉਹਨਾਂ ਨੂੰ, ਤੇ ਉਹਨਾਂ ਨੂੰ ਕਿਹਾ ਵੀ ਇਹ ਕਿੱਧਰ ਲੈ ਕੇ ਚੱਲੇ ਜੀ। ਉਹਨਾਂ ਨੂੰ ਪਤਾ ਵੀ ਇਹ ਜਿਹੜਾ ਭਾਰਤ ਸੋਨੇ ਦੀ ਚਿੜੀਆ, ਜੋ ਸੋਨਾ ਜੋ ਸਵਾਬ ਆ ਉਹ ਚੁੱਕੋ। ਇੱਜ਼ਤ ਵੱਲ ਵੀ ਹੱਥ ਪਾਉਂਦੇ ਰਹੇ। ਉਹਨਾਂ ਨੂੰ ਬਚਾਉਣ ਵਾਲਾ ਪੰਜਾਬ ਸੀਗਾ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਪੰਜਾਬ ਹੀ ਆ ਜਿਹੜਾ ਲੋਕਾਂ ਦੇ ਲਈ ਖਿਆਲ ਰੱਖਦਾ। ਪਰ ਇਸ ਇਲਾਕੇ 'ਚੋਂ ਇਹ ਕੰਮ ਕਿਉਂ ਹੁੰਦਾ, ਜਵਾਨ ਕੁੜੀਆਂ, ਮੁੰਡੇ, ਔਰਤਾਂ ਜਿਹੜੀਆਂ ਕਿਉਂ ਵੇਚੀਆਂ ਜਾਂਦੀਆਂ ਅਜੇ ਵੀ, ਕਿ ਜਦੋਂ ਕੋਈ ਨਾਦਰ ਨਹੀਂ, ਕੋਈ ਅਬਦਾਲੀ ਨਹੀਂ, ਕੋਈ ਇਸੇ ਉਹ ਨਹੀਂ ਆ ਰਿਹਾ ਔਰ ਕੌਣ ਇੱਥੋਂ ਲੈ ਕੇ ਜਾਂਦਾ, ਕੋਈ ਹਮਲਾ ਨਹੀਂ ਹੁੰਦਾ। ਔਰ ਕਹਿੰਦੇ ਇਹ ਵੱਡਾ ਭੇਦ ਹੈਗਾ। ਉਹਨਾਂ ਨੇ ਹੋਮ ਮਿਨਿਸਟਰ ਅਮਿਤ ਸ਼ਾਹ ਨੂੰ ਵੀ ਘੇਰਿਆ, ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਹੈ ਕਿ ਤੁਹਾਡੇ ਕੋਲ ਹੀ ਹੈ ਸਾਰੀ ਜਿਹੜੀ ਤਾਕਤ, ਤੁਸੀਂ ਇਹਨੂੰ ਕਿਉਂ ਨਹੀਂ ਉੱਥੇ ਲਾਉਂਦੇ, ਕਿਉਂ ਨਹੀਂ ਰੋਕਦੇ, ਸਿਕਿਉਰਿਟੀ ਕੀ ਕਰਦੀ ਹੈ। ਜਿਹੜੀ ਅਸੀਂ BSF ਰੱਖੀ ਹੈ, CRPF ਰੱਖੀ ਹੈ, ਬਾਕੀ ਪੋਸਟਾਂ ਰੱਖੀਆਂ, ਜਿਹੜੀ ਸੈਂਟਰਲ ਪੁਲਿਸ ਹੈਗੀ ਆ, ਲੋਕਲ ਉਹਨਾਂ ਦੇ ਸੂਬੇ ਦੀ ਪੁਲਿਸ, ਉਹ ਕੀ ਕਰਦੀ ਹੈ, ਸੁੱਤੀ ਹੁੰਦੀ ਹੈ ਕਿ ਅੱਖਾਂ ਮੀਟ ਕੇ ਬੰਦ ਕਰਕੇ ਦੇਖ ਲੈਂਦੇ ਆ। ਉਹਨਾਂ ਦਾ ਸੁਰੱਖਿਆ ਦਾ ਮਸਲਾ ਇਹੋ ਹੀ ਹੈ ਕਿ ਕੋਈ ਬਾਹਰੋਂ ਆ ਕੇ ਇੱਜ਼ਤ ਵਾਲਾ ਹੱਥ ਨਾ ਮਾਰੇ, ਕੋਈ ਇੱਥੋਂ ਦੀ ਚੀਜ਼ਾਂ ਨਾ ਚੁੱਕ ਕੇ ਲੈ ਜੇ। ਜੇ ਇਹੋ ਨਹੀਂ ਕਰਨਾ ਫਿਰ ਤਨਖਾਹਾਂ ਲੈ ਕੇ ਸੁੱਤੇ ਰਹਿੰਦੇ ਆ। ਇਹ ਕੀ ਕਿੱਧਰ ਦਾ ਮਸਲਾ ਹੈਗਾ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਵਾਬ ਦਿਓ ਇਸ ਗੱਲ ਦਾ। ਪਾਰਲੀਮੈਂਟ 'ਚ ਉਹਨਾਂ ਨੂੰ ਨਹੀਂ ਬੋਲਣ ਦਿੱਤਾ। ਉਹਨਾਂ ਨੇ ਕਹਿਤਾ ਕਿ ਅਸੀਂ ਇੱਧਰ ਨਹੀਂ ਤੇ ਮੀਡੀਆ ਤੇ ਪਾ ਦਾਂਗੇ। ਹੁਣ ਇਹ ਸੋਸ਼ਲ ਮੀਡੀਆ ਤੇ ਮਸਲਾ ਪੈ ਗਿਆ। ਜੋ ਵੀ ਹੋ ਰਿਹਾ ਸਰ, ਸਹੀ ਨਹੀਂ ਹੋ ਰਿਹਾ। ਸਹੀ ਗੱਲ, ਮੁਲਕ ਦੇ ਵਿੱਚ ਇਹ ਸਹੀ ਨਹੀਂ ਹੋ ਰਿਹਾ। ਜੋ ਸਾਡਾ ਇਤਿਹਾਸ ਰਿਹਾ ਹੈ ਉਹ ਕੁਝ ਹੋਰ ਕਹਿੰਦਾ ਤੇ ਅੱਜ ਕੱਲ੍ਹ ਕੁਝ ਹੋਰ ਚੱਲਦਾ ਪਿਆ। ਰਾਜਨੀਤੀ ਨੇ ਸਾਰਾ ਵਾਤਾਵਰਣ ਗੰਦਲਾ ਕਰਕੇ ਰੱਖ ਦਿੱਤਾ ਔਰ ਜਿਨ੍ਹਾਂ ਬਜ਼ੁਰਗਾਂ ਦੀ ਅਸੀਂ ਸੰਤਾਨ ਹਾਂ, ਗੁਰੂਆਂ ਪੀਰਾਂ ਦੀ ਜੀ, ਉਹ ਹਮੇਸ਼ਾ ਸਮਾਜ ਨੂੰ ਜੋੜਨ ਦੀ ਗੱਲ ਕਰਦੇ ਨੇ। ਇਹ ਰਾਜਨੀਤੀ ਸਮਾਜ ਨੂੰ ਤੋੜਨ ਦੀ ਗੱਲ ਕਰਦੀ ਹੈ। ਤਾਂ ਉਸ ਤੋੜਨ ਦੇ ਚੱਕਰ ਦੇ ਵਿੱਚ ਇਹ ਸਭ ਹੁੰਦਾ। ਇੱਕ ਦੂਜੇ ਦੇ ਪ੍ਰਤੀ ਦਿਲ ਦੇ ਵਿੱਚ ਨਫ਼ਰਤ ਪੈਦਾ ਕਰਕੇ ਆਪਣਾ ਵੋਟ ਬੈਂਕ ਪੱਕਾ ਕੀਤਾ ਜਾਂਦਾ। ਸੋ ਇਹ ਗੱਲਾਂ ਸਹੀ ਨਹੀਂ ਹੈਗੀਆਂ ਆਉਣ ਵਾਲੇ ਭਵਿੱਖ ਵਾਸਤੇ ਤੇ ਆਉਣ ਵਾਲੀ ਪੀੜ੍ਹੀ ਵਾਸਤੇ। ਦਿੱਲੀ ਯੂਨੀਵਰਸਿਟੀ ਨੇ ਰਾਹੁਲ ਗਾਂਧੀ ਦੇ ਲਈ ਕੋਈ ਨੋਟਿਸ ਦੀ ਗੱਲ ਤਿਆਰ ਕੀਤੀ ਹੈ ਕਿ ਸਾਵਧਾਨ ਰਹੋ। ਇਹ ਕੀ ਚੀਜ਼ ਹੈ? ਕਿਉਂਕਿ ਰਜਿਸਟਰਾਰ ਸਾਹਿਬ ਦੇ ਵੱਲੋਂ ਇਹ ਤਾਕੀਦ ਕੀਤੀ ਗਈ ਹੈ। ਰਾਹੁਲ ਗਾਂਧੀ ਜੀ ਹੁਣੇ ਦਿੱਲੀ ਯੂਨੀਵਰਸਿਟੀ ਗਏ ਸੀਗੇ। ਉੱਥੇ ਇਹਨਾਂ ਨੇ ਵਿਦਿਆਰਥੀਆਂ ਨਾਲ ਮੇਲ ਮਿਲਾਪ ਦੀ ਇੱਕ ਮੀਟਿੰਗ ਵੀ ਰੱਖੀ। ਉਹਦੇ 'ਚ ਬੋਲੇ ਵੀ ਔਰ ਰਾਜਨੀਤੀ ਤੇ ਬਣਦਾ ਹੀ ਆ, ਬੋਲੇ ਵੀ ਆ। ਵੋਟਾਂ ਬਾਰੇ ਵੀ ਗੱਲ ਹੋਈ ਔਰ ਪੰਜਾਬ ਪੂਰੇ ਹਿੰਦੁਸਤਾਨ ਦੀ ਸਥਿਤੀ 'ਤੇ ਵੀ ਗੱਲ ਹੋਈ। ਉਹਦੇ ਵਿੱਚ ਰਜਿਸਟਰਾਰ ਦੇ ਇਹ ਜਿਹੜਾ ਨੌਲੇਜ ਆ ਗਿਆ ਵੀ ਰਾਹੁਲ ਗਾਂਧੀ ਆਏ ਆ, ਕੀ ਗੱਲਾਂ ਕਰ ਰਹੇ ਇਹਨਾਂ ਨਾਲ। ਉਹ ਮੁੰਡੇ ਕੁੜੀਆਂ ਇਕੱਠੇ ਹੋਏ ਸੀਗੇ, ਉੱਚ ਅਧਿਆਪਕ ਵੀ ਸੀਗੇ, ਪ੍ਰੋਫੈਸਰ ਵੀ ਸੀਗੇ, ਸਾਰੇ ਸੀਗੇ। ਉਹਨਾਂ ਨੇ ਜਦੋਂ ਗੱਲਾਂ ਕੀਤੀਆਂ, ਇਹਨਾਂ ਨੇ ਕੁਝ ਮਿੰਟਸ ਉਹਨਾਂ ਦੇ ਲਿਖੇ ਵੀ ਹੈ, ਮੀਟਿੰਗਾਂ ਵੀ ਰੱਖੀਆਂ। ਉਸ ਮਿੰਟ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਰਜਿਸਟਰਾਰ ਨੇ ਕਿਹਾ ਕਿ ਖਤਰਾ ਸਾਡੇ ਯੂਨੀਵਰਸਿਟੀ ਨੂੰ। ਜਦੋਂ ਰਾਜਨੀਤੀ ਇਹਦੇ ਵਿੱਚ ਪੜ੍ਹਾਈ ਦੇ ਵਿੱਚ ਰਾਜਨੀਤੀ ਵਿਦਿਆ ਵਿੱਚ ਆ ਜਾਵੇ, ਮਿਕਸ ਹੋ ਜਾਏ ਤੇ ਫਿਰ ਇਹਨੂੰ ਖਤਰਾ ਪੈਦਾ ਹੁੰਦਾ। ਉਹਨਾਂ ਨੇ ਸਾਰੇ ਪ੍ਰੋਫੈਸਰਾਂ ਨਾਲ ਗੱਲ ਕੀਤੀ, ਵਾਈਸ ਚਾਂਸਲਰ ਸਾਹਿਬ ਨਾਲ ਗੱਲ ਕਰਕੇ। ਰਜਿਸਟਰਾਰ ਦਾ ਇਹ ਹੁੰਦਾ, ਉਹ ਦੇਖਦਾ ਸਾਰਾ ਕੁਝ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਨੂੰ ਨੋਟਿਸ ਜਾਰੀ ਕਰਾਂਗੇ ਕਿ ਬੀ ਅਲਰਟ, ਅੱਗੇ ਤੋਂ ਇਹ ਨਹੀਂ ਆਉਣਗੇ ਯੂਨੀਵਰਸਿਟੀ 'ਚ। ਜੇ ਬੋਲਣਾ ਤਾਂ ਆਮ ਮੰਚ 'ਤੇ ਬੋਲਣ, ਸੰਬੋਧਨ ਕਰਨਾ ਤੇ ਜਿਹੜਾ ਲੋਕਾਂ ਦਾ ਮੰਚ ਆ ਉਹਦੇ 'ਤੇ ਬੋਲਣ। ਯੂਨੀਵਰਸਿਟੀਆਂ ਦੇ ਕੈਂਪਸ ਦੇ ਅੰਦਰ ਆ ਕੇ, ਪਾਰਕਾਂ ਦੇ ਅੰਦਰ ਆ ਕੇ ਬੋਲਣਾ ਗਲਤ ਗੱਲ ਹੈ। ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕਈ ਜਿਹੜੀਆਂ ਪੁਰਾਣੀਆਂ ਗੱਲਾਂ ਸੀ, ਇਹਨਾਂ ਦੇ ਉੱਤੇ ਦੋਸ਼ ਲੱਗੇ ਸੀ, ਉਹ ਵੀ ਰਿਪੀਟ ਹੋਈਆਂ। ਔਰ ਇਹਨਾਂ ਨੇ ਹਦਾਇਤ ਕੀਤੀ ਹੈ ਕਿ ਅੱਗੇ ਤੋਂ ਜਿਹੜਾ ਆਉਣਾ ਯੂਨੀਵਰਸਿਟੀ 'ਚ ਉਹ ਖਤਰੇ ਤੋਂ ਖਾਲੀ ਨਹੀਂ। ਤੇ ਦੂਜੇ ਪਾਸੇ ਜਿਹੜੀ ਸਟੂਡੈਂਟ ਯੂਨੀਅਨ ਹੈਗੀ, ਜਿਹੜੀ ਵੀ ਆਪਣੇ ਪੂਰੇ ਹਿੰਦੁਸਤਾਨ ਦੀ, ਉਹਨਾਂ ਨੇ ਇਹਦੀ ਆਲੋਚਨਾ ਕੀਤੀ। ਉਹਨਾਂ ਨੇ ਕਿਹਾ ਕਿ ਉਹਨੂੰ ਕਿਉਂ ਡੱਕਿਆ ਗਿਆ। ਉਹ ਸਾਡੇ ਨੇਤਾ ਵਾ, ਸਾਡੇ ਜਿਹੜੇ ਜਵਾਨ ਨੇਤਾ ਵਾ, ਉਹਨਾਂ ਦਾ ਆਉਣਾ ਬਣਦਾ। ਜੇ ਸਾਡੇ ਨਾਲ ਗੱਲ ਕਰ ਗਏ ਤੇ ਕੋਈ ਇੱਦਾਂ ਦੀ ਗੱਲ ਨਹੀਂ। ਸਟੂਡੈਂਟ ਯੂਨੀਅਨ ਨੇ ਬੁਲਾਇਆ ਸੀਗਾ, ਉਹ ਇਸੇ ਕਰਕੇ ਇਹ ਖਤਰਾ ਆ ਰਿਹਾ। ਔਰ ਨੋਟਿਸ ਵੇਖੋ ਹੁਣ ਕੀ ਦਿੰਦੇ ਆ ਔਰ ਇਹ ਕੀ ਜਵਾਬ ਦਿੰਦੇ ਆ। ਹੁਣ ਇਹ ਪਤਾ ਕੀ ਹੋ ਗਿਆ, ਰਾਹੁਲ ਗਾਂਧੀ 'ਤੇ ਨੋਟਿਸ, ਕੇਸ 'ਤੇ ਕੇਸ, ਇਹ ਹੋ ਹੀ ਜਾਂਦੇ ਆ। ਉਹ ਜਿੱਦਾਂ ਫਿਲਮਾਂ 'ਚ ਨਹੀਂ ਜਾਂਦੇ ਵੀ ਆਰਡਰ 'ਤੇ ਆਰਡਰ, ਆਰਡਰ 'ਤੇ ਆਰਡਰ। ਇਹਨਾਂ ਦਾ ਉਹੀ ਗੱਲ ਹੈ, ਡਾਇਲਾਗ ਉਹੀ ਰਿਪੀਟ। ਜਦੋਂ ਦੇ MP ਨਹੀਂ ਰਹੇ ਉਸ ਤੋਂ ਬਾਅਦ ਇਹਨਾਂ 'ਤੇ ਨੋਟਿਸ ਹੀ ਹੈ। ਮਤਲਬ ਬੰਦੇ ਨੂੰ ਨਿਹੱਤਾ ਕਰ ਦਿੱਤਾ, ਹੁਣ ਉਹਦੇ ਉੱਤੇ ਵਾਰ ਕਰੀ ਜਾਓ। ਜ਼ਰੂਰ ਇਹੀ ਲੱਗਦਾ ਪਿਆ। ਬਾਕੀ ਇਹ ਕਿ
ਲੋਕਤੰਤਰ ਹੈ, ਇੱਥੇ ਹਰੇਕ ਦਾ ਇੱਕ ਵਿਚਾਰ ਬਣਦਾ ਹੈ। ਅਸੀਂ ਪੁਰਾਣੇ ਵੀ ਦੇਖੀਏ ਨਾ ਤਾਂ ਉਹ ਵੀ ਲੋਕ ਸਮਾਜ ਦੇ ਵਿੱਚ ਰਹੇ ਨੇ ਜੋ ਸਮਾਜ ਦੀ ਸੋਚ ਦਾ ਵਿਰੋਧ ਕਰਦੇ ਰਹੇ ਨੇ, ਉਹਨਾਂ ਨੂੰ ਹੀ ਸਮਾਜ ਦੇ ਵਿੱਚ ਰੱਖਿਆ ਜਾਂਦਾ ਔਰ ਉਹਨਾਂ ਦੀ ਸੋਚ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਹ ਸਾਡਾ ਰਿਹਾ ਹੈ, ਜਿੱਦਾਂ ਗੁਰੂ ਨਾਨਕ ਪਿਤਾ ਕਹਿੰਦੇ ਨੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਇਹ ਵਿਦਿਆ ਤੇ ਵਿਚਾਰ ਕਰੋ, ਨਾ ਕਿ ਅਟੈਕਸ ਕਿਸੇ ਵੀ ਤਰ੍ਹਾਂ ਦੇ। ਇਹ ਅਟੈਕਸ ਹੀ ਹੁੰਦੇ ਨੇ, ਨੋਟਿਸ ਜਾਰੀ ਕਰਨਾ, ਕੇਸ ਕਰਨਾ, ਜਿਵੇਂ ਤੁਸੀਂ ਕਿਹਾ ਕੇਸ ਤੇ ਕੇਸ ਹੋ ਰਹੇ ਨੇ, ਨੋਟਿਸ ਤੇ ਨੋਟਿਸ ਹੋ ਰਹੇ ਨੇ, ਇਹ ਵੀ ਇੱਕ ਤਰ੍ਹਾਂ ਦੇ ਅਟੈਕਸ ਹੁੰਦੇ ਨੇ, ਕਿਉਂਕਿ ਇਹ ਮੈਂਟਲ ਟਾਰਚਰ ਹੁੰਦਾ ਕਿਸੇ ਬੰਦੇ ਨੂੰ। ਹੁਣ ਰਾਹੁਲ ਗਾਂਧੀ ਕਿੰਨੇ ਕੁ ਮਜ਼ਬੂਤ ਦਿਮਾਗ ਦੇ ਨਾਲ ਨਿਕਲਦੇ ਨੇ ਇਹਨਾਂ ਸਾਰੇ ਚੱਕਰਾਂ ਚੋਂ, ਇਹ ਉਹਨਾਂ ਤੇ ਡਿਪੈਂਡ ਕਰਦਾ ਹੈ, ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਜਿਹੜੀ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਉਹਦੇ ਤੁਹਾਡੀ ਗੱਲ ਸਹੀ ਹੈ। ਇਹ ਗੱਲ ਪਤਾ ਕਿ ਸਿੱਟੇ ਤੇ ਪਹੁੰਚਦੀ ਹੈ, ਜੇ ਆਏ ਯੂਨੀਵਰਸਿਟੀ 'ਚ ਆਏ ਆ ਤੇ ਜੇ ਰਜਿਸਟਰਾਰ ਨੇ ਕੀਤਾ ਜਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕੀਤਾ, ਉਹ ਵੀ ਅਪੁਆਇੰਟਮੈਂਟ ਉਹ ਜਿਹੜੀ ਗੌਰਮੈਂਟ ਦੀ ਹੈ, ਸੈਂਟਰ ਉਹਨਾਂ ਦੇ ਪਿੱਛੇ। ਇਹਦੇ ਨਾਲ ਵੀ ਇਹ ਹੈਗਾ ਕਿ ਜੇ ਉਹ ਗੱਲ ਕਰਦੇ ਆ ਜਾਂ ਉਹ ਕੋਈ ਉਂਗਲ ਉਠਾਉਂਦੇ ਆ, ਤੇ ਇਹ ਮਤਲਬ ਹੈਗਾ ਇਹਦੇ ਪਿੱਛੇ ਵੀ ਰਾਜਨੀਤੀ ਹੈ। ਜੇ ਰਾਹੁਲ ਗਾਂਧੀ ਉੱਥੇ ਆ ਕੇ ਰਾਜਨੀਤੀ ਖਿਲਾਰ ਰਿਹਾ ਤੇ ਜੇ ਉਹ 'ਤੇ ਕੰਟਰੋਲ ਕਰਨ ਲਈ ਜਾਂ ਉੱਤੇ ਨੋਟਿਸ ਜਾਰੀ ਹੋ ਰਿਹਾ, ਇਹਦੇ ਪਿੱਛੇ ਵੀ ਰਾਜਨੀਤੀ ਹੈ। ਇਹ ਸਾਡੇ ਸਟੂਡੈਂਟ, ਸਾਡੇ ਪੜ੍ਹੇ ਲਿਖੇ ਲੋਕ, ਸਾਡੇ ਸੂਝਵਾਨ ਇੰਟੈਲੈਕਚੁਅਲ ਲੋਕਾਂ ਨੂੰ ਪਤਾ ਹੈ ਕਿ ਇਹਦੇ ਪਿੱਛੇ ਕੀ ਪਿਛੋਕੜ ਔਰ ਕੀ ਸਾਜ਼ਿਸ਼ ਹੈ। ਐਗਜ਼ੈਕਟਲੀ, ਸਾਜ਼ਿਸ਼ ਤਾਂ ਕੀ ਹੋ ਸਕਦੀ ਹੈ? ਸਾਜ਼ਿਸ਼ ਤਾਂ ਇਹ ਹੈ ਕਿ ਜੋ ਡਾਇਰੈਕਟ ਓਪਨ ਹੈ ਕਿ ਰਾਜਨੀਤੀ ਹੈ, ਬਿਲਕੁਲ ਇਹੀ ਸਾਜ਼ਿਸ਼ ਹੈ। ਰਾਜਨੀਤੀ ਆਪਣੇ ਆਪ ਵਿੱਚ ਹੀ ਸਾਜ਼ਿਸ਼ ਹੁੰਦੀ ਹੈ। ਸੋ ਆਪਾਂ ਅੱਗੇ ਵਧਦੇ ਹਾਂ ਰਾਜਨੀਤੀ ਨੂੰ ਲੈ ਕੇ। ਦਰਬਾਰ ਸਾਹਿਬ ਦੇ ਜੋ ਹੈਰੀਟੇਜ ਸਟਰੀਟ ਹੈ, ਉੱਥੇ ਜੋ ਧਮਾਕੇ ਦੀ ਗੱਲ ਹੋਈ ਹੈ, ਉਹ ਵੀ ਇੱਕ ਸਾਜ਼ਿਸ਼, ਇੱਕ ਰਾਜਨੀਤੀ ਹੈ। ਉਹਨੇ ਧਮਾਕਾ ਕੌਣ ਕਰੇਗਾ? ਸ਼ਰਾਰਤੀ ਦਿਮਾਗ ਕਰੇਗਾ। ਔਰ ਇਸ ਥਾਂ ਤੇ ਜਾ ਕੇ ਜੋ ਪਵਿੱਤਰ ਸਥਾਨ ਹੈ, ਔਰ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ NSG ਨੇ। ਹਾਂ, ਇਹ ਬੜਾ ਮਸਲਾ, 2 ਧਮਾਕੇ ਹੋ ਗਏ ਉੱਥੇ। ਪਹਿਲਾਂ ਤਾਂ ਕਹਿੰਦੇ ਸੀ ਕੋਈ ਟੈਂਕੀ ਫਟ ਗਈ ਹੈ, ਕਦੇ ਕੁਛ ਹੋ ਰਿਹਾ, ਫਿਰ ਪਤਾ ਲੱਗਿਆ ਜਿਹੜੇ ਡਾਇਰੈਕਟਰ ਜਨਰਲ ਪੁਲਿਸ ਯਾਦਵ ਜੀ ਉੱਥੇ ਪਹੁੰਚੇ, ਉਹਨਾਂ ਨੇ ਨਿਰੀਖਣ ਕੀਤਾ, ਆਲਾ ਦੁਆਲਾ ਵੇਖਿਆ। ਫਿਰ ਜਿਹੜੀ ਨੈਸ਼ਨਲ ਸਿਕਿਉਰਿਟੀ ਗਾਰਡ ਫੋਰਸ ਆ ਉੱਥੇ ਚਲੇ ਗਈ, ਉਹਨਾਂ ਨੇ ਉਹਦੀ ਸਾਰਾ ਦੇਖ ਕੇ ਤਬਦੀਸ਼ ਕੀਤੀ ਕਿ ਇਹਦੇ ਵਿੱਚ ਕੀ ਹੋਇਆ। ਹੁਣ ਉਹਦੇ ਵਿੱਚ ਰਿਪੋਰਟ ਉਹਨਾਂ ਕੋਲ ਚਲੇ ਗਈ ਵੀ ਇਹਦੇ 'ਚ ਕੀ ਕਹਿੰਦੇ ਆ, ਕੀ ਕਰਦੇ ਆ, ਔਰ ਇਹਦੇ ਪਿੱਛੇ ਕਿਹਦਾ ਹੱਥ ਹੈ। ਇਹਨਾਂ ਨੇ ਬਹੁਤ ਛੇਤੀ ਇਹ ਮਸਲਾ ਹੱਲ ਕਰ ਐਕਸਪਲੋਸਿਵ ਮਿਲੇ ਨੇ ਨਾ ਉੱਥੇ, ਇਹਦੇ ਵਿੱਚ ਉਹਨਾਂ ਨੇ ਦੇਖਿਆ ਐਕਸਪਲੋਸਿਵ ਧਮਾਕੇ ਵਾਲੀਆਂ ਚੀਜ਼ਾਂ ਮਿਲੀਆਂ ਉਹਨਾਂ ਨੂੰ ਪਤਾ, ਉਹਨਾਂ ਨੇ ਲੈ ਗਏ ਸਾਰਾ ਕੁਝ, ਪਰ ਅਜੇ ਉਹਨਾਂ ਨੇ ਰੱਖਿਆ ਆਪਣੇ ਭੇਦ ਦੇ ਅੰਦਰ ਹੀ, ਉਹਨੂੰ ਕੋਈ ਡਿਸਕਲੋਜ਼ ਨਹੀਂ ਕੀਤਾ। ਹਾਂਜੀ, ਪਰ ਉਹਦੇ ਵਿੱਚ ਯਾਤਰੂ ਬਹੁਤ ਘੁੰਮਦੇ ਆ, ਕਿਉਂਕਿ ਇਹ ਜਿਹੜਾ ਸਾਰਾਗੜੀ ਇੱਕ ਬਣੀ ਹੈਗੀ ਆ ਰਿਹਾਇਸ਼ ਗਾਹ, ਉਹਦੇ ਨਾਂ 'ਤੇ ਸਾਰਾਗੜੀ ਜਿਹੜਾ ਯੁੱਧ ਹੈ ਸੀ ਉਹਦੇ ਨਾਂ 'ਤੇ। ਇਹ ਜਦੋਂ ਆਪਾਂ ਦਰਬਾਰ ਸਾਹਿਬ ਤੋਂ ਆਉਂਦੇ ਤਾਂ ਲੈਫਟ ਹੈਂਡ ਆ ਉਸ ਸਾਈਡ 'ਤੇ ਇਸ ਪਾਸੇ ਹੋਇਆ, ਔਰ ਉਹ ਏਰੀਆ ਬਹੁਤ ਬਿਜ਼ੀ। ਇੱਕ ਪਾਸੇ ਮਿਊਜ਼ੀਅਮ ਆ ਜਿਹੜਾ ਸਿੱਖ ਇਤਿਹਾਸ ਦਾ ਮਿਊਜ਼ੀਅਮ ਆ, ਉਸ ਤੋਂ ਅੱਗੇ ਤੁਰੇ ਜਾਓ ਤੇ ਫਿਰ ਆ ਕੇ ਅੱਗੇ ਜਾਂਦੇ ਨੁੱਕਰ 'ਤੇ ਜਲਿਆਂਵਾਲਾ ਬਾਗ ਆ ਜਾਂਦਾ, ਫਿਰ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ। ਔਰ ਇਹਦੇ ਵਿੱਚ ਦੇਸ਼ ਵਿਦੇਸ਼ ਪਤਾ ਨਹੀਂ ਕਿੱਥੋਂ ਕਿੱਥੋਂ ਯਾਤਰੂ ਆਏ ਹੁੰਦੇ ਆ, ਔਰ ਪੈਦਲ ਯਾਤਰਾ ਕਰਦੇ ਲੋਕ ਸਾਰੇ ਘੁੰਮਦੇ ਉੱਥੇ। ਕੋਈ ਵਹੀਕਲ ਨਹੀਂ ਹੁੰਦੀ, ਕੋਈ ਰਿਕਸ਼ਾ ਨਹੀਂ ਹੁੰਦਾ, ਔਰ ਜਿਹੜੇ ਵਿਚਾਰੇ ਤੁਰ ਨਹੀਂ ਸਕਦੇ ਉਹਨਾਂ ਦੇ ਲਈ ਵੀ ਹੋ ਸਕਦੇ ਆ, ਉਹਨਾਂ ਨੂੰ ਤੋਰਨ ਲਈ। ਔਰ ਬਾਕੀ ਜਿਹੜੇ ਆ ਲੋਕ ਨੰਗੇ ਪੈਰੀਂ ਉੱਥੇ ਘੁੰਮਦੇ ਆ। ਔਰ ਇਹੋ ਜਿਹੀ ਯਾਤਰੂਆਂ ਦੇ ਜਿਹੜੇ ਜਿੱਥੇ ਲੋਕ ਇਕੱਠੇ ਘੁੰਮ ਰਹੇ ਆ, ਜਿੱਥੇ ਇੰਨਾ ਜ਼ਿਆਦਾ ਰਸ਼ ਆ, ਉੱਥੇ ਇਹੋ ਜਿਹਾ ਹਾਦਸਾ ਹੋਣਾ ਗਲਤ ਹੈ। ਔਰ ਇਹਦੇ ਵਿੱਚ ਜਿਹੜੇ ਵੀ ਬੰਦੇ ਫੜੇ ਜਾਣਗੇ ਸ਼ਾਇਦ ਨਹੀਂ ਬਖਸ਼ੇ ਜਾਣਗੇ। ਔਰ ਪੂਰੀ ਜਿਹੜੀ ਸਾਡੀਆਂ ਫੋਰਸਾਂ ਉੱਥੇ ਆ ਪਹੁੰਚੀਆਂ, ਔਰ ਇਹ 2 ਵਾਰੀ ਹਾਦਸਾ ਹੋਇਆ, ਕਿਉਂਕਿ ਜਿਹੜੀ ਹੈਰੀਟੇਜ ਹੈਗੀ ਹੈ ਸਟਰੀਟ, ਇਹ ਬਣਾਉਣ ਵਿੱਚ ਬਾਦਲ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਰਿਹਾ। ਸੁਖਬੀਰ ਬਾਦਲ ਜੀ ਨੇ ਇਹਦੇ 'ਤੇ ਬਹੁਤ ਕੰਮ ਕੀਤਾ। ਔਰ ਇਹਦੇ 'ਚ ਸਾਡੇ ਦਰਸ਼ਕਾਂ ਨੂੰ ਪਤਾ, ਇਹਦੇ ਵਿੱਚ ਜਿੰਨੀਆਂ ਦੁਕਾਨਾਂ ਉੱਥੇ ਸੀਗੇ ਨਾ, ਸ਼ਾਪਿੰਗ ਮਾਰਕੀਟ ਸੀਗੀ, ਉਹ ਸਾਰੀਆਂ ਦੁਕਾਨਾਂ ਨੂੰ ਮੁਆਵਜ਼ਾ ਦੇ ਕੇ, ਪੈਸਾ ਦੇ ਕੇ ਉੱਥੋਂ ਸ਼ਿਫਟ ਕਰਕੇ ਦੂਜੇ ਬਾਜ਼ਾਰ ਚਲੇ ਗਈਆਂ। ਇਹਨੂੰ ਬਹੁਤ ਖੁੱਲ੍ਹਾ ਆਂਗਣ ਬਣਾਤਾ। ਔਰ ਦਰਬਾਰ ਸਾਹਿਬ ਦੇ ਸਾਹਮਣੇ ਵਾਲਾ ਜਿਹੜਾ ਵਿਹੜਾ ਬਣਾਇਆ, ਉਹ ਵੀ ਕਮਾਲ ਦਾ, ਬਹੁਤ ਅੱਛਾ ਵਾ। ਉਹਦੇ ਥੱਲੇ ਬੇਸਮੈਂਟ ਆ, ਉਹਦੇ ਸਾਈਡਾਂ 'ਤੇ ਜਾਂ ਉੱਤੇ ਲੋਕ ਬੈਠ ਕੇ ਆਪਣਾ ਗੱਲਾਂ ਕਰਦੇ ਆ, ਔਰ ਉੱਤੇ ਮਾਰਬਲ ਲੱਗਿਆ ਚਿੱਟੇ ਰੰਗ ਦਾ, ਦੁੱਧ ਨਾਤਾ ਮਾਰਬਲ, ਬਹੁਤ ਅੱਛਾ। ਫਿਰ ਲੋਕ ਆਪਣੇ ਪੈਰ ਸਾਫ਼ ਕਰਕੇ ਦਰਬਾਰ ਸਾਹਿਬ 'ਚ ਪ੍ਰਵੇਸ਼ ਕਰਦੇ ਆ, ਨਤਮਸਤਕ ਹੁੰਦੇ ਆ। ਇਹ ਉਹ ਇਲਾਕਾ ਵਾ ਜਿੱਥੇ ਸਾਡੇ ਦਰਸ਼ਕ ਜਾਂਦੇ ਆ। ਔਰ ਇਹਦੇ ਵਿੱਚ ਇਦਾਂ ਦੀ ਗੱਲ ਕਰਨੀ ਵੈਸੇ ਮੇਰਾ ਖਿਆਲ ਆ ਕਿਸੇ ਦੀ ਲਈ ਸ਼ੋਭਾ ਨਹੀਂ ਦਿੰਦੀ। ਪਿਛਲੇ ਦਿਨਾਂ ਜਿਹੜੀਆਂ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ, ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਦਰਬਾਰ ਸਾਹਿਬ ਦੇ ਵਿੱਚ ਵੀ ਬੇਅਦਬੀ ਦੀ ਘਟਨਾ ਹੋਈ ਸੀ, ਜਦੋਂ ਇੱਕ ਮੁੰਡਾ ਟੱਪ ਕੇ ਅੰਦਰ ਚਲਾ ਗਿਆ ਸੀ, ਜਿੱਥੇ ਪ੍ਰਕਾਸ਼ ਹੈ ਬਾਬਾ ਜੀ ਦਾ। ਔਰ ਇਸ ਤਰ੍ਹਾਂ ਦੇ ਧਮਾਕੇ ਉਧਰ ਏਰੀਆ 'ਚ ਹਰ ਥਾਂ ਦੇ ਉੱਤੇ। ਦਰਬਾਰ ਸਾਹਿਬ ਦੇ ਵਿੱਚ ਵੀ ਇੱਕ ਵਾਰੀ ਇੰਸੀਡੈਂਟ ਹੋਇਆ ਸੀ, ਥੋੜਾ ਪੁਰਾਣੀ ਗੱਲ ਹੈ। ਇੱਕ ਬੰਦਾ ਐਂਟਰ ਕਰ ਗਿਆ ਸੀ, ਇੱਕ ਮੁੰਡਾ, ਔਰ ਉਹਨੂੰ ਹਾਲਾਂਕਿ ਜੰਗਲਾ ਟੱਪਣ ਲੱਗਾ ਸੀ, ਉਹਨੂੰ ਰੋਕ ਲਿਆ, ਪਹਿਲੋਂ ਫੜਿਆ ਸੀ। ਹਾਂ, ਉਹ ਰੋਕ ਲਿਆ ਗਿਆ। ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਗਲਤ ਹੈ? ਸਾਰਾ ਕੁਝ ਜੋ ਕਰਦੇ ਆ ਲੋਕ, ਕਈ ਨਾ ਕਈ ਜੋ ਐਕਸਪਰਟਸ ਮੰਨਦੇ ਨੇ ਕਿ ਕਿਤੇ ਨਾ ਕਿਤੇ ਇਹ ਸਕ੍ਰਿਪਟਡ ਹੈ। ਸਹੀ ਗੱਲ, ਇਹਦੇ ਪਿੱਛੇ ਤਾਂ ਕੋਈ ਇਹਦੇ ਪਿੱਛੇ ਕੋਈ ਸੋਚ ਕੰਮ ਕਰ ਰਹੀ ਹੈ। ਇਹ ਨਹੀਂ ਕਿ ਐਵੇਂ ਹੀ ਕੋਈ ਘਟਨਾ ਹੋ ਰਹੀ ਹੈ, ਇਹ ਸੋਚੀ ਸਮਝੀ ਘਟਨਾ ਹੈ। ਜਿਹੜਾ ਜਿਸ ਤਰ੍ਹਾਂ ਇਹ ਜੀ ਘਟਨਾ ਦੀ ਗੱਲ ਆ, ਜਿਹੜਾ ਹੁਣ ਖਾਲਿਸਤਾਨ ਦੇ ਨਾਅਰੇ ਲਿਖਦੇ ਸੀਗੇ,
ਔਰ ਕੰਧਾਂ ਦੇ ਉੱਤੇ ਇਸ਼ਤਿਹਾਰ ਚਿਪਕਾਉਂਦੇ ਸੀ। ਉਹ ਜਦੋਂ ਫੜੇ ਗਏ ਉਹਨਾਂ ਨੂੰ ਕੁੱਟਮਾਰ ਹੋਈ ਤਾਂ ਉਹਨਾਂ ਦੱਸਿਆ ਕਿ ਅਸੀਂ ਪੈਸਾ ਲੈਂਦੇ ਹਾਂ, ਅਸੀਂ ਆਹ ਕਰਦੇ ਹਾਂ, ਅਸੀਂ ਇਹ ਬਣੇ ਗਰੁੱਪ ਸਾਡੇ ਬਣੇ, ਵਿਹਲੜ ਮੁੰਡੇ ਆ ਉਹ। ਔਰ ਤੁਸੀਂ ਇੱਕ ਗੱਲ ਚੇਤੇ ਕਰੋ, ਇੱਕ ਮੁੰਡੇ ਨੇ ਟੀ-ਸ਼ਰਟ ਨਹੀਂ ਪਾ ਲਈ ਸੀ ਟਾਈਟਲਰ ਦੀ, ਆਹ ਜਦੋਂ ਦਰਬਾਰ ਸਾਹਿਬ ਦੇ ਅੰਦਰ ਫੋਟੋਗ੍ਰਾਫ ਕਰਕੇ ਔਰ ਉਹਨੂੰ ਵਾਇਰਲ ਸੋਸ਼ਲ ਮੀਡੀਆ ਦੇ ਉੱਤੇ ਪਾਤਾ ਵਾਇਰਲ ਕਰ ਆਹ ਜਗਦੀਸ਼ ਟਾਈਟਲਰ ਦੀ ਫੋਟੋ ਆਹੋ ਵਾਲੀ ਟੀ-ਸ਼ਰਟ ਪਾਈ ਸੀ। ਹਾਂ, ਉਹ ਜਾਣ ਕੇ ਪਾਈ ਉਹਨੇ, ਕਿਉਂਕਿ ਉਹ ਵੀ ਘਟਨਾ ਸਾਹਮਣੇ ਆਈ ਹੈ। ਟਾਈਟਲਰ ਤੇ ਕੇਸ ਚੱਲ ਰਿਹਾ। ਔਰ ਉਹਨੂੰ ਬਦੋ ਬਦੀ ਇਹਨਾਂ ਲਿਆਂਦਾ ਇਸ ਕਰਕੇ ਕਿ ਇਹਦੇ ਵਿੱਚ ਵੀ ਲੋਕਾਂ ਦਾ ਖਿੱਚ ਬਣਾ ਦਈਏ, ਲੋਕਾਂ ਨੂੰ ਪਤਾ ਲੱਗ ਜੇ ਤੇ ਲੋਕ ਮੇਰੇ ਲਾ ਜਾਣ। ਕੌਣ ਨੇ ਇਹ ਸਾਜ਼ਿਸ਼ਾਂ ਘੜਦੇ ਨੇ, ਕੌਣ ਨੇ ਘਾੜੇ ਇਦਾਂ ਦੀਆਂ ਸੋਚਾਂ ਰੱਖਣ ਵਾਲੇ? ਸ਼ਰਮ ਆਉਣੀ ਚਾਹੀਦੀ ਹੈ। ਵੈਸੇ ਇੰਡੀਆ 'ਚ ਨਹੀਂ, ਸਾਰੀ ਦੀ ਸੋਚ ਇੱਕੋ ਜਿਹੀ, ਹਰ ਦੇਸ਼ 'ਚ ਦੇਖ ਲਓ ਕੁਛ ਨਾ ਕੁਛ ਇਦਾਂ ਦੀਆਂ ਜਿਹੜੀਆਂ ਨਾ ਵਾਰਦਾਤਾਂ ਕਰਦੇ ਆ ਵਿਹਲੜ ਲੋਕ। ਦਰਬਾਰ ਸਾਹਿਬ ਦੇ ਅੰਦਰ ਤਾਂ ਨਾ ਕਰੋ, ਸ਼ਰਮ ਆਉਣੀ ਚਾਹੀਦੀ ਹੈ ਇਦਾਂ ਦੀ ਸੋਚ ਦੇ ਉੱਤੇ। ਸਾਡੇ ਜਿਹੜੇ ਇਸ਼ਟ ਆ, ਜਿਹੜੇ ਸਾਡੇ ਪੂਜਣਯੋਗ ਅਸਥਾਨ ਆ, ਜਿਹੜੇ ਧਾਰਮਿਕ ਅਸਥਾਨ ਆ, ਉਹਨਾਂ ਨੂੰ ਤੇ ਇਹਨਾਂ ਨੂੰ ਚਾਹੀਦਾ ਨਾ ਕੋਈ ਉਸ ਪਾਸੇ ਨਹੀਂ, ਦੂਜੇ ਪਾਸੇ ਆ ਜਾਓ। ਜੇ ਤੁਸੀਂ ਕੋਠੀ ਖਾਣੀ ਹੈ, ਜੇ ਤੁਸੀਂ ਲੱਤਾਂ ਹੀ ਭਨਾਉਣੀਆਂ, ਜੇ ਤੁਸੀਂ ਸਿਰ ਹੀ ਪੜਵਾਉਣਾ, ਦੂਜੇ ਪਾਸੇ ਆ ਜਾਓ। ਜੇ ਤੁਹਾਡੇ ਖੂਨ ਅੰਦਰ ਜਰਲਾਉਂਦਾ ਤਾਂ ਉਹ ਪਾਸੇ ਆ, ਉਲਟ ਪਾਸੇ। ਸੋ ਆਪਾਂ ਅੱਗੇ ਵਧਦੇ ਹਾਂ। ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਣਕ ਦੀ ਬੰਪਰ ਖਰੀਦ ਅੰਕੜਾ 117 ਲੱਖ ਟਨ ਤੇ ਪਹੁੰਚ ਗਿਆ। ਇਹ ਚੰਗੀ ਖਬਰ ਹੈ, ਇਹ ਬਹੁਤ ਵਧੀਆ ਖਬਰ ਆ, ਕਿਉਂਕਿ ਪੰਜਾਬ ਦੀ ਕਣਕ ਦੀ ਜਿਹੜੀ ਖੇਤੀ ਸੀ, ਇਹਨੂੰ ਜਿਹੜੇ ਵੀ ਤੂਫਾਨ ਆਏ ਆ, ਝੱਖੜ ਆਏ ਆ, ਵਾਵ ਰੋਲੇ ਆਏ ਆ, ਉਹਨਾਂ ਨੇ ਮਦੋੜ ਕੇ ਰੱਖ ਦਿੱਤਾ। ਉਹਦੇ ਵਿੱਚ ਗੜੇ ਵੀ ਪਏ ਆ, ਸਿੱਟੇ ਜਿਹੜੇ ਆ ਪੁੰਗਰ ਦੇ ਡਿੱਗੇ ਥੱਲੇ, ਕਣਕਾਂ ਵਿਛਕੀਆਂ ਥੱਲੇ, ਔਰ ਉਹਨਾਂ ਦਾ ਝਾੜ 'ਚ ਬੜਾ ਫਰਕ ਪੈ ਗਿਆ ਸੀਗਾ। ਤੂੜੀ ਵੀ ਜਿਹੜੀ ਚੱਜ ਨਾਲ ਨਹੀਂ ਬਣੀ, ਔਰ ਉਹਦੇ ਵਿੱਚ ਮਸ਼ੀਨਾਂ ਜਿਹੜੀਆਂ ਚੱਲੀਆਂ ਉਹ ਉਹਨਾਂ ਨੂੰ ਸਟੈਂਡਿੰਗ ਕ੍ਰੌਪ ਜਿਹੜੀ ਖੜੀ ਫਸਲ ਉਹਨੂੰ ਚੁੱਕਦੀ, ਥੱਲੇ ਵਾਲੀ ਫਸਲ ਨੂੰ ਨਹੀਂ ਚੁੱਕ ਸਕਦੀ। ਔਰ ਉਹ ਕਈ ਵਾਰੀ ਲੋਕਾਂ ਨੇ ਹੱਥਾਂ ਨਾਲ ਕੱਟੀਆਂ, ਕਿਸ ਤਰ੍ਹਾਂ ਕੱਟੀਆਂ। ਪਰ ਇਹ ਤੁਸੀਂ ਖੁਸ਼ਨੁਮਾ ਖਬਰ ਦਿੱਤੀ ਹੈ, 117 ਟਨ ਤੱਕ ਪਹੁੰਚਿਆ। ਔਰ ਇਹਦੇ ਵਿੱਚ ਹੋਰ ਗੱਲ ਹੋਈ, ਜਿਹੜੀ ਆਟੇ ਦੀਆਂ ਚੱਕੀਆਂ ਤਾਂ ਦੂਜੀਆਂ ਉਹਨਾਂ ਨੇ ਡਾਇਰੈਕਟ ਵੀ ਲੈਣੀ ਸ਼ੁਰੂ ਕਰ ਦਿੱਤੀ ਹੈ, ਔਰ ਗੌਰਮੈਂਟ ਦੇ ਰਾਹੀਂ ਨੇ ਸਿੱਧੀ ਵੀ ਜਿਹੜੀ ਖਰੀਦੋ ਫਰੋਖਤ ਕੀਤੀ ਹੈ। ਗੌਰਮੈਂਟ ਨੇ ਕਹਿਤਾ ਸੀ ਕਿ ਤੁਸੀਂ ਖਰੀਦ ਸਕਦੇ। ਔਰ ਵਪਾਰੀ ਔਰ ਆੜ੍ਹਤੀਏ ਉਹਨਾਂ ਨੇ ਬਾਰਦਾਨਾ ਇਕੱਠਾ ਕਰਕੇ, ਬਾਰਦਾਨਾ ਮਤਲਬ ਬੋਰੀਆਂ ਇਕੱਠਾ ਕਰਕੇ, ਉਹਨਾਂ ਦੀ ਭਰਾਈ ਕਰਕੇ ਔਰ ਮੌਕੇ 'ਤੇ ਪੈਸਾ ਦਿੱਤਾ। ਜਦੋਂ ਕਿ ਪੰਜਾਬ ਸਰਕਾਰ ਨੇ ਕਹਿਤਾ ਸੀ ਕਿ ਇਹਨਾਂ ਨੂੰ ਪੈਸਾ ਉਸੇ ਵੇਲੇ ਮਿਲੇ, ਉਹਨਾਂ ਦੇ ਅਕਾਊਂਟ 'ਚ ਪਾ ਦਿੱਤੇ ਜਾਣ, ਔਰ ਫਿਕਸ ਰੇਟ ਨਾਲ ਪੈਸਾ ਮਿਲਿਆ। ਕਿਸਾਨਾਂ ਦੀ ਇਹਦੇ ਬਾਰੇ ਕੋਈ ਰੰਜਿਸ਼ ਨਹੀਂ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਔਰ ਝਾੜ ਵੀ ਚੰਗਾ ਹੋ ਗਿਆ। ਕਿਉਂਕਿ 6 ਮਹੀਨੇ ਤੱਕ ਕਿਸਾਨ ਡਿੱਗਦਾ ਰਹਿੰਦਾ ਪਿਆ, ਯਾਰ ਕਣਕਾਂ ਇਹਦੇ ਤੋਂ ਹੀ ਪੈਸੇ ਵਟਾਂਗੇ, ਇਹ ਤੋਂ ਹੀ ਘਰ ਦਾ ਗੁਜ਼ਾਰਾ ਹੋਊਗਾ, ਇਹਦੇ ਤੋਂ ਹੀ ਬੱਚੇ ਪੜ੍ਹਨਗੇ, ਇਹਦੇ ਤੋਂ ਹੀ ਬਾਹਰ ਭੇਜਾਂਗੇ। ਉਹ ਸਾਰਾ ਕੁਝ ਕੀਤਾ ਜੋ ਕੁਛ ਕੀਤਾ, ਜਿੱਥੇ ਤੇ ਉਧਾਰ ਲਏ ਸੀ ਉਹਨਾਂ ਨੇ, ਆੜ੍ਹਤੀਆਂ ਕੋਲ ਪੈਸੇ ਲੈ ਜਾਂਦੇ ਆ, ਉਹਨਾਂ ਨੇ ਪੂਰਾ ਕਰਕੇ ਤੇ ਇਸ ਵੇਲੇ ਸੁੱਖ ਦੀ ਨੀਂਦ ਸੌਂ ਰਹੇ ਆ ਸਾਰੇ ਜੱਟ। ਕੋਈ ਗੱਲ ਤਾਂ ਚੰਗੀ ਹੋਈ। ਹੁਣ ਜਾਂਦੇ ਜਾਂਦੇ ਇੱਕ ਗੱਲ ਟੱਚ ਕਰ ਲਈ, ਫਿਰ ਆਪਾਂ ਚੱਲਦੇ ਹਾਂ। ਜਿਹੜੀਆਂ NCERT ਦੀਆਂ ਕਿਤਾਬਾਂ ਨੇ, ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀਆਂ ਨੇ ਭਾਰਤ ਦੇ ਵਿੱਚ, ਉਹਦੇ ਵਿੱਚ ਇੱਕ ਚੈਪਟਰ ਸੀ ਡਾਰਵਿਨ ਦੀ ਥਿਊਰੀ। ਅਸੀਂ ਸਾਰੇ ਜਾਣਦੇ ਹਾਂ ਥਿਊਰੀ ਆਫ ਐਵੋਲਿਊਸ਼ਨ, ਵਿਕਾਸ ਦਾ ਸਿਧਾਂਤ। ਵਿਕਾਸ ਦਾ ਸਿਧਾਂਤ, ਕਿ ਕਿੱਦਾਂ ਬੰਦਾ ਬਣਿਆ ਹੈ, ਬਾਂਦਰ ਤੋਂ ਬੰਦਾ ਬਣਿਆ ਹੈ, ਕਿੱਥੋਂ ਕਿੱਥੋਂ ਤੁਰਦਾ ਰਿਹਾ, ਉਹ ਸਾਰੀਆਂ ਗੱਲਾਂ ਆਈਆਂ। ਉਹ ਹੁਣ ਚੈਪਟਰ ਕਹਿੰਦੇ ਨੇ ਹਟਾ ਦਿਓ ਸਿਲੇਬਸ 'ਚੋਂ। ਮਤਲਬ ਗੱਲ ਪਸੰਦ ਨਹੀਂ ਆਈ ਕਿ ਬੰਦਾ ਬਾਂਦਰ ਤੋਂ ਬੰਦਾ ਬਣਿਆ, ਇਹ ਗੱਲ ਪਸੰਦ ਨਹੀਂ ਆਈ ਇੰਨੇ ਸਾਲਾਂ ਬਾਅਦ। ਗੱਲ ਤੁਹਾਡੀ ਸਹੀ, ਤੁਸੀਂ ਹੱਸਦੇ ਜੇ, ਪਰ ਹੱਸਣ ਵਾਲੀ ਵੀ ਗੱਲ ਹੈ ਤੇ ਇਹ ਦੂਜੀ ਗੱਲ ਵੀ ਹੈ, ਗੁੱਸੇ ਵਾਲੀ ਵੀ ਗੱਲ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਿਧਾਂਤ ਨੇ ਪੁਰਾਣੇ, ਵੈਸੇ ਡਾਰਵਨ ਨੇ ਜਿਹੜਾ ਹੈਗਾ ਅੰਗਰੇਜ਼ ਸਕਾਲਰ ਸੀ, ਉਹਨਾਂ ਨੇ ਸਿਧਾਂਤ ਦਿੱਤਾ, ਉਹ ਅਸੀਂ ਵੀ ਪੜ੍ਹਿਆ, ਤੁਸੀਂ ਪੜ੍ਹਿਆ, ਸਾਰੇ ਲੋਕਾਂ ਨੇ ਪੜ੍ਹਿਆ। ਉਹ ਹੁਣ ਕੀ ਉਹ ਅੰਧ ਵਿਸ਼ਵਾਸ 'ਚ ਧੱਕੇ ਗਏ। ਇਹ ਆਂਦੇ ਉਹਦੇ 'ਚ ਜਿਹੜਾ ਅੰਧ ਵਿਸ਼ਵਾਸ ਆ ਜਾਂਦਾ, ਉਹ ਲੋਕਾਂ ਨੂੰ ਜਿਹੜੇ ਕਲੈਰਿਟੀ ਦਿਮਾਗ 'ਚ ਨਹੀਂ ਹੁੰਦੀ, ਅਸੀਂ ਫਿਰ ਪਿੱਛੇ ਧਕੇਲ ਦਿੰਦੇ ਹਾਂ। ਪਰ ਅਜੇ ਤੱਕ ਐਵੋਲਿਊਸ਼ਨ ਦਾ ਜਿਹੜਾ ਸਾਡਾ ਵਿਕਾਸ ਆ, ਉਹ ਤਾਂ ਕਿਸੇ ਬਾਕੀ ਹੋਰ ਨਵਾਂ ਸਿਧਾਂਤ ਆਇਆ ਨਹੀਂ। ਜੋ ਕੁਝ ਦਿੱਤਾ, ਜੇ ਗੈਲੀਲੀਓ ਨੇ ਕਿਹਾ ਕਿ ਧਰਤੀ ਘੁੰਮਦੀ ਹੈ, ਤੇ ਇਹ ਕਹਿਣਗੇ ਨਹੀਂ ਘੁੰਮਦੀ। ਇਹ ਕੀ ਕਹਿਣਗੇ, ਨਹੀਂ ਹੈਗਾ ਵੀ ਧਰਤੀ ਨਹੀਂ ਘੁੰਮਦੀ, ਸੂਰਜ ਜਿਹੜਾ ਹੈਗਾ ਉਹ ਇੰਨੇ ਕਰੋੜ, 9 ਲੱਖ 30 ਕਰੋੜ ਜਿਹੜਾ ਇੰਨਾ ਡਿਸਟੈਂਸ, ਇਹ ਕੱਲ ਮੁੱਕਰ ਜਾਣਗੇ ਫਿਰ ਨਹੀਂ ਹੈਗਾ। ਜੋ ਸਿਧਾਂਤ ਬਣਾ ਕੇ ਜੋ ਅੰਗਰੇਜ਼ਾਂ ਨੇ ਬਣਾਏ ਆ, ਉਹਨਾਂ ਨੇ ਬਣਾਏ ਆ। NCERT ਸਾਡੀ ਆ, ਇਹ ਨਾ ਤਾਂ ਕੋਈ ਖੋਜ ਕਰ ਸਕੇ ਆ, ਨਾ ਇਹਨਾਂ ਨੇ ਕੁਝ ਕੰਮ ਕੀਤਾ ਹੈਗਾ। ਜੇ ਬਲਬ ਦੀ ਖੋਜ ਆ ਤਾਂ ਉਹ ਵੀ ਬਾਹਰ ਕਰ ਗਿਆ ਹੈਗਾ, ਜੇ ਹਵਾਈ ਜਹਾਜ਼ ਦੀ ਖੋਜ ਆ ਉਹਨਾਂ ਲੋਕਾਂ ਨੇ ਕੀਤੀ ਹੈ ਨਾ, ਜੇ ਕਿਸੇ ਬਿਜਲੀ ਦੀ ਖੋਜ ਆ ਤਾਂ ਉਹਨਾਂ ਨੇ ਕੀਤੀ। ਇਹਨਾਂ ਨੇ ਕੀ ਕੀਤਾ, ਇਲੈਕਟ੍ਰੋਨਿਕਸ ਦੇ ਨਾਲ ਮਿਲਦੀਆਂ ਜਿੰਨੀਆਂ ਵੀ ਰਿਸਰਚ ਉਹਨਾਂ ਨੇ ਕੀਤੀਆਂ, ਇਹ ਸਿਰਫ ਹਟਾਉਣ ਵਾਲੇ ਆ, ਬੰਦ ਕਰਨ ਵਾਲੇ ਆ। ਵੀ ਜੇ ਤੁਹਾਡੇ ਵੱਡੇ ਵਡੇਰੇ ਤੈਨੂੰ ਪੜ੍ਹ ਕੇ ਅੱਗੇ ਵਿਦਵਾਨ ਬਣ ਗਿਆ, ਤਾਂ ਤੁਸੀਂ ਦੂਜੀ ਆਉਣ ਵਾਲੀ ਨਸਲ ਨੂੰ ਕਿਉਂ ਰੋਕ ਰਹੇ ਜੇ? ਮੈਂ ਤੁਹਾਨੂੰ ਇੱਕ ਜਿਹਦੇ ਵਿੱਚ ਇਤਿਹਾਸ ਨੂੰ ਵੀ ਨਾ ਮਰੋੜਿਆ। ਹੁਣ ਮੁਗਲਾਂ ਦਾ, ਪਠਾਣਾਂ ਦਾ, ਅਬਦਾਲੀ ਦਾ, ਨਾਦਰ ਦੇ ਹਮਲਿਆਂ ਨੂੰ ਇਹ ਮੁੱਕਰ ਜਾਣਗੇ? ਨਹੀਂ ਹੋਏ। ਜੋ ਕੁਝ ਹੋਇਆ, ਪਲਾਸੀ ਦੀ ਲੜਾਈ ਨਹੀਂ ਹੋਈ, ਪਾਣੀਪਤ ਦੀ ਲੜਾਈ ਨਹੀਂ ਹੋਈ, ਹਮਾਯੂੰ ਬਾਬਰ ਨਹੀਂ ਆਏ ਪੰਜਾਬ ਵਿੱਚ। ਇਹ ਚੀਜ਼ਾਂ ਜਿਹੜੀਆਂ ਇਤਿਹਾਸ ਦਾ ਕੁਝ ਐਕਸਪਰਟ ਪਤਾ ਕੀ ਮੰਨਦੇ ਨੇ। ਮੈਂ ਇਸ ਗੱਲ ਦੇ ਨਾਲ ਆਪਣਾ ਸਵਾਲ ਇੱਥੋਂ ਆਪਣਾ ਇਹ ਟੌਪਿਕ ਖਤਮ ਕਰਾਂਗਾ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ। ਜੀ। ਜੋ ਪੁਰਾਣੇ ਇਤਿਹਾਸਕਾਰ ਨੇ, ਪੁਰਾਣੇ ਐਕਸਪਰਟ ਇਹ ਮੰਨਦੇ ਨੇ ਕਿ ਜੋ ਡਾਰਵਿਨ ਦੀ ਥਿਊਰੀ ਹੈ ਨਾ, ਸਿਧਾਂਤ ਹੈ ਜਿਹੜਾ ਵਿਕਾਸ ਦਾ,
ਉਦਾਂ ਦੀ ਥਿਊਰੀ ਸਾਡੇ ਪੁਰਾਣੇ ਸ਼ਾਸਤਰਾਂ ਵਿੱਚ ਵੀ ਮਿਲਦੀ ਹੈ। ਹਾਂ ਉਹਨੂੰ ਕਿਤੇ ਨਾ ਕਿਤੇ ਉਹ ਅਵਤਾਰਾਂ ਨਾਲ ਜੋੜ ਦਿੰਦੇ ਨੇ ਪਰਮਾਤਮਾ ਦੇ। ਹਾਲਾਂਕਿ ਜੇ ਉਹਨੂੰ ਦੇਖਿਆ ਜਾਵੇ ਤਾਂ ਉਹ ਵਿਕਾਸ ਦਾ ਸਿਧਾਂਤ ਹੀ ਹੈ। ਉਹਦੇ ਵਿੱਚ ਵੀ ਇਹੀ ਹੈ, ਪਾਣੀ ਦੇ ਵਿੱਚ ਜੀਵ ਪੈਦਾ ਹੋਇਆ, ਗੁਰਬਾਣੀ 'ਚ ਵੀ ਆਉਂਦਾ ਵੀ ਪਹਿਲਾ ਜੀਵ ਪਾਣੀ 'ਚੋਂ ਪੈਦਾ ਹੋਇਆ। ਹਾਂ ਜੀਵ ਪਾਣੀ 'ਚੋਂ ਪੈਦਾ ਹੋਇਆ, ਫਿਰ ਉਹ ਧਰਤੀ ਤੇ ਆਇਆ, ਫਿਰ ਉਹਦਾ ਵਿਕਾਸ ਸ਼ੁਰੂ ਹੋਇਆ। ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੇ ਪੁਰਾਣੇ ਸ਼ਾਸਤਰਾਂ ਗ੍ਰੰਥਾਂ 'ਚ ਵੀ ਮਿਲਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰੈਫਰੈਂਸ ਮਿਲਦੀ ਹੈ। ਵੈਸੇ ਜੰਗਲੀ ਮਨੁੱਖ ਜਿਹੜੇ ਰਹੇ ਨੇ ਪਹਿਲਾਂ ਆਪਣੇ, ਜਿਨ੍ਹਾਂ ਨੂੰ ਪੂਰਵਜ ਕਹਿੰਦੇ ਆ, ਬਕਾਇਦਾ ਤੌਰ ਤੇ ਇਦਾਂ ਦੇ ਰਹੇ ਆ। ਉਹ ਬਾਂਦਰ ਵਾਲੀ ਨਸਲ ਦੇ ਵਿੱਚ ਹੀ ਉਸੇ ਤਰ੍ਹਾਂ ਦੀ ਆਦਤਾਂ ਹੋਈ ਸੀਗਾ। ਜੇ ਤੁਸੀਂ ਬਾਂਦਰ ਨੂੰ ਵੇਖੋ ਤਾਂ ਉਹ 'ਚ ਬੰਦੇ ਵਾਂਗੂ ਬਹੁਤ ਕੁਝ ਕਰਦਾ, ਖਾਸ ਕਰਕੇ ਸ਼ਰਾਰਤੀ ਕੰਮ ਵੀ ਕਰਦਾ ਉਸੇ ਤਰ੍ਹਾਂ। ਕੁਝ ਚੀਜ਼ਾਂ ਨਹੀਂ ਕਰ ਸਕਦਾ, ਬਾਕੀ ਸਾਰਾ ਕੁਝ ਕਰਦਾ। ਮੁੱਠ ਮੀਚਣੀ ਉਹਦੇ ਲਈ ਔਖੀ ਹੈ, ਬਾਕੀ ਸਾਰਾ ਅੱਗ ਬਾਲਣੀ ਥੋੜੀ ਔਖੀ, ਬਾਕੀ ਹਰ ਚੀਜ਼ ਕਰਦਾ। ਬੱਚਿਆਂ ਨੂੰ ਗੋਦ ਲਾ ਕੇ ਰੱਖਦਾ, ਬੱਚਿਆਂ ਨੂੰ ਦੁੱਧ ਪਿਆਉਂਦਾ, ਬੱਚਿਆਂ ਨੂੰ ਘੁਮਾਉਂਦਾ। ਇੱਕ ਹੋਰ ਇਹਨਾਂ ਦੀ ਪ੍ਰੋਟੈਕਸ਼ਨ ਲਾਈਨ ਹੁੰਦੀ ਜਿਹੜੀ ਆਪਾਂ ਵੀ ਜਾਣਦੇ ਹਾਂ। ਜਿੰਨੇ ਵੀ ਇਹਦੇ ਸ਼ਾਸਤਰੀ ਆ ਉਹ ਦੱਸਦੇ ਆ ਕਿ ਇਹਦੇ ਵਿੱਚ ਜਿਹੜੇ ਬਜ਼ੁਰਗ, ਬੱਚੇ, ਔਰਤਾਂ ਹੁੰਦੀਆਂ ਸੈਂਟਰ 'ਚ, ਸਾਈਡਾਂ 'ਤੇ ਜਵਾਨ ਜਿਹੜੇ ਆ ਉਹ ਇੱਕ ਲਾਈਨ, ਜਿਹੜੀ ਡੇਂਜਰਸ ਲਾਈਨ ਬਣਾ ਕੇ ਰੱਖਦੇ ਆ। ਕੋਈ ਵੀ ਐਂਟਰੀ ਨਹੀਂ ਕਰ ਸਕਦਾ ਇਹਨਾਂ ਨੂੰ ਮਾਰਨ ਲਈ। ਕੋਈ ਤੁਸੀਂ ਇੱਕ ਬਾਂਦਰ ਨੂੰ ਮਾਰੋ, 15 ਬਾਂਦਰ ਤੁਹਾਡੇ ਆਲੇ ਦੁਆਲੇ ਆ ਜਾਣਗੇ, ਤੁਹਾਨੂੰ ਤੋੜ ਕੇ ਖਾ ਜਾਣਗੇ। ਇਹ ਇੱਕ ਸੋਚ ਆ, ਜੋ ਮਰਦ ਦੀ ਸੋਚ ਆ, ਜੋ ਆਦਮੀ ਦੀ ਸੋਚ। ਇੱਕ ਲਾਈਨ ਕਰਕੇ ਮੈਂ ਖਤਮ ਕਰਦਾ ਕਿ ਜਿਹੜੀ ਸਾਡੇ ਮਾਰਕੀਟਿੰਗ ਦੇ ਸਾਰੇ ਮਾਡਲਸ ਬਣਾਏ ਜਾਂਦੇ ਨੇ ਨਾ, ਚੀਜ਼ਾਂ ਨੂੰ ਵੇਚਣ ਵਾਸਤੇ, ਸਰਵਿਸਿਜ਼ ਨੂੰ ਵੇਚਣ ਵਾਸਤੇ, ਸਾਰੀ ਮਾਰਕੀਟਿੰਗ ਦੇ ਮਾਡਲ ਉਹ ਚਿੰਪੈਂਜ਼ੀ ਨੂੰ ਸਟੱਡੀ ਕਰਕੇ, ਉਹਦੀ ਸਾਈਕੋਲੋਜੀ ਨੂੰ ਸਟੱਡੀ ਕਰਕੇ ਉਹਦੇ ਮੁਤਾਬਿਕ ਮਾਡਲ ਬਣਾਏ ਜਾਂਦੇ ਨੇ। ਕਿਉਂਕਿ ਬੰਦੇ ਦੀ ਸੋਚ ਔਰ ਚਿੰਪੈਂਜ਼ੀ ਦੀ ਸੋਚ ਔਰ ਸਾਡੀਆਂ ਆਦਤਾਂ ਔਰ ਉਹ ਚਿੰਪੈਂਜ਼ੀ ਦੀ ਆਦਤਾਂ ਕਾਫੀ ਮੇਲ ਖਾਂਦੀਆਂ ਨੇ। ਇਸ ਕਰਕੇ ਉਹਦੀ ਸੋਚ ਨੂੰ ਸਟੱਡੀ ਕਰਕੇ ਸਾਈਕੋਲੋਜਿਸਟ ਬਣਾਉਂਦੇ ਨੇ। ਵੈਸੇ ਸਾਈਕੋਲੋਜਿਸਟ ਵੀ ਹੈ, ਐਂਥਰੋਪੋਲੋਜਿਸਟ ਹੁੰਦੇ। ਇਹਨੂੰ ਡੀਲ ਕਰਨ ਵਾਲੇ ਐਂਥਰੋਪੋਲੋਜੀ ਆ ਇੱਕ ਵਿਸ਼ਾ ਹੈਗਾ, ਤੇ ਸਾਈਕੋਲੋਜਿਸਟ ਵੀ ਹੈ। ਸਾਰੇ ਮਿਲ ਕੇ ਹੀ ਕਰਦੇ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ, ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚਲਿਏ ਜੀ, ਜ਼ਰੂਰ। ਤੁਸੀਂ ਵੀ ਵੋਟ ਪਾਉਣ ਜਾਣਾ ਹੈ, ਮੈਂ ਵੀ ਵੋਟ ਪਾਉਣ ਜਾਣਾ ਹੈ। ਧਿਆਨ ਹੈਗਾ ਕਿਉਂਕਿ ਸ਼ਾਮ 6 ਵਜੇ ਤੱਕ ਇਹ ਅਜੇ ਸਮਾਂ ਹੈਗਾ, ਤੇ ਸਾਰੇ ਹੋਮ ਆ ਕੇ ਪਹੁੰਚ ਰਹੇ। ਜਿਨ੍ਹਾਂ ਨੇ ਆਪਣਾ ਵੋਟ ਦਾ ਅਧਿਕਾਰ ਪੂਰਾ ਫਰਜ਼ ਇਸਤੇਮਾਲ ਕਰਨਾ, ਲੋਕਤੰਤਰ ਦਾ ਇਹ ਸਾਡਾ ਅਧਿਕਾਰ। ਜ਼ਰੂਰ। ਸਤਿ ਸ਼੍ਰੀ ਅਕਾਲ ਜੀ।